ਸਤਨਾਮ ਸ੍ਰੀ ਵਾਹਿਗੁਰੂ ਜੀ। ਧਰ ਜੀ ਰੇਕ ਟੇਕ ਤੂੰ ਕਾਰਜ ਆਵੈ ਰਾਸ, ਧਰ ਜੀ ਰੇਕ ਟੇਕ ਤੂੰ ਲਾਹੇ ਬਿਡਾਨੀ ਆਸ। ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ, ਬਾਣੀ ਮੁਖੋਂ ਉਚਾਰੀਐ ਹੋਏ ਰੁਸ਼ਨਾਈ ਮਿਟੈ ਅੰਧਿਆਰਾ। ਗਿਆਨ ਗੋਸ਼ਟ ਚਰਚਾ ਸਦਾ, ਅਨਹਦ ਸ਼ਬਦ ਉੱਠੇ ਧੁਨਕਾਰਾ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਸਤਨਾਮ ਸ੍ਰੀ ਵਾਹਿਗੁਰੂ ਜੀ। ਸ੍ਰੀ ਰਾਗ ਮਹੱਲਾ ਪੰਜਵਾ। ਸਰਣ ਪਏ ਪ੍ਰਭ ਆਪਣੇ, ਗੁਰ ਹੋਆ ਕਿਰਪਾਲ। ਸਤਿਗੁਰ ਕੈ ਉਪਦੇਸਿਆ, ਬਿਨਸੇ ਸਰਬ ਜੰਜਾਲ। ਸਰਣ ਪਏ ਪ੍ਰਭ ਆਪਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ, ਦਸਾਂ ਪਾਤਸ਼ਾਹੀਆਂ ਦੇ ਹਿਰਦਾ ਸਰੂਪ, ਚੌਰ ਤਖਤ ਛਤਰ ਦੇ ਮਾਲਕ, ਜੁਗੋ ਜੁਗ ਅਟਲ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਜੀ ਨਵਾਜੀ ਪਰਮ ਸਨਮਾਨਯੋਗ ਸਾਧ ਸੰਗਤ ਜੀਓ। ਸਤਿਗੁਰਾਂ ਦੀ ਉਚਾਰਨ ਕੀਤੀ ਹੋਈ ਸ਼੍ਰੀ ਮੁੱਖ ਵਾਕ ਅਕਾਲੀ ਬਾਣੀ ਦੀ ਲੜੀਵਾਰ ਵਿਚਾਰ ਜੋ ਸ੍ਰੀ ਰਾਗ ਦੇ ਅੰਦਰ ਚੱਲ ਰਹੀ ਹੈ। ਸ੍ਰੀ ਰਾਗ ਦੇ 85 ਸ਼ਬਦ ਹੁਣ ਤੱਕ ਹੋ ਚੁੱਕੇ ਹਨ। ਇਸ ਤੋਂ ਅੱਗੇ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਮੁੱਖ ਵਾਕ ਬਚਨਾਂ ਨੂੰ ਵਿਚਾਰੀਏ ਔਰ ਸੁਣੀਏ। ਦਾਤਾ ਜੀ ਬਚਨ ਕਰ ਰਹੇ ਨੇ, ਸਰਣ ਪਏ ਪ੍ਰਭ ਆਪਣੇ, ਗੁਰ ਹੋਆ ਕਿਰਪਾਲ। ਜਦੋਂ ਸਤਿਗੁਰੂ ਮਹਾਰਾਜ ਜੀ ਦਇਆ ਦੇ ਘਰ ਵਿੱਚ ਆਏ, ਕਿਰਪਾ ਦੇ ਘਰ ਵਿੱਚ ਆਏ, ਕਿਰਪਾਲੂ ਦਿਆਲੂ ਹੋਏ, ਤਾਂ ਅਸੀਂ ਮਨ ਕਰਕੇ ਵਾਹਿਗੁਰੂ ਪਰਮਾਤਮਾ ਅਕਾਲ ਪੁਰਖ ਦੀ ਸ਼ਰਨ ਵਿੱਚ ਪੈ ਗਏ ਹਾਂ। ਆਪਣੇ ਪ੍ਰਭੂ ਦੀ ਸ਼ਰਨ ਵਿੱਚ ਉਹ ਜੀਵ ਪੈ ਗਏ ਜਿਨ੍ਹਾਂ ਦੇ ਉੱਪਰ ਸਤਿਗੁਰੂ ਮਹਾਰਾਜ ਜੀ ਕਿਰਪਾਲੂ ਦਿਆਲੂ ਹੋਏ। ਇਹ ਸਤਿਗੁਰਾਂ ਦੇ ਤੁੱਠਣ ਦੀ, ਬਖਸ਼ਿਸ਼ ਦੇ ਘਰ ਵਿੱਚ ਆਉਣ ਦੀ, ਦਇਆਲਤਾ ਦੇ ਘਰ 'ਚ ਆਉਣ ਦੀ, ਕਿਰਪਾ ਦੇ ਘਰ ਵਿੱਚ ਆਉਣ ਦੀ ਨਿਸ਼ਾਨੀ ਹੈ। ਨਹੀਂ ਤਾਂ ਮਨੁੱਖ ਮਾਨਸਿਕ ਤੌਰ 'ਤੇ ਵਾਹਿਗੁਰੂ ਜੀ ਦੀ ਸ਼ਰਨ ਵਿੱਚ ਕਦੇ ਨਹੀਂ ਆਉਂਦਾ। ਇਹ ਹੰਕਾਰ ਦੇ ਨਾਲ ਆਫਰਿਆ ਹੋਇਆ ਹੀ ਚੱਲਦਾ। ਬੁਰੇ ਕਰਮ ਕਰਦਾ ਵੀ ਹੰਕਾਰ ਕਰਦਾ, ਔਰ ਚੰਗੇ ਕਰਮ ਕਰਕੇ ਤਾਂ ਹੰਕਾਰ ਵੱਧਦਾ ਹੀ ਹੈ। ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਇਹ ਵੱਡੀ ਦਾਤ ਬਖਸ਼ੀ ਹੈ ਸੰਸਾਰ ਦੇ ਲੋਕਾਂ ਨੂੰ। ਭਗਤੀ ਮਾਰਗ ਜੋ ਬਖਸ਼ਿਆ ਹੈ, ਇਹ ਗਰੀਬੀ ਦਾ, ਨਿਮਰਤਾ ਦਾ ਮਾਰਗ ਹੈ। ਵਾਹਿਗੁਰੂ ਪਰਮਾਤਮਾ ਸਰਬ ਵਿਆਪੀ ਹੈ, ਅਤੇ ਜੇ ਵਾਹਿਗੁਰੂ ਅਕਾਲ ਪੁਰਖ ਦੀ ਸ਼ਰਨ 'ਚ ਪੈ ਜਾਈਏ ਤਾਂ ਉਹ ਬਖਸ਼ਿਸ਼ ਦੇ ਘਰ ਵਿੱਚ ਆਉਂਦਾ, ਬੇਅੰਤ ਹੋਰ ਬਖਸ਼ਿਸ਼ਾਂ ਨਾਲ ਸਾਨੂੰ ਨਿਵਾਜਦਾ। ਔਰ ਸ਼ਰਨ ਵਿੱਚ ਪੈਣਾ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾਲ, ਗੁਰਾਂ ਦੀ ਸਿੱਖਿਆ, ਸਤਿਗੁਰਾਂ ਦੇ ਉਪਦੇਸ਼ ਦੁਆਰਾ ਹੀ ਹੋ ਸਕਦਾ ਹੈ। ਮਨ ਦੇ ਉੱਪਰ ਸੱਟਾਂ ਵੱਜ ਵੱਜ ਕੇ ਇਹ ਮਨ ਨੀਵਾਂ ਹੁੰਦਾ ਹੈ। ਔਰ ਹਜ਼ੂਰ ਕਹਿੰਦੇ ਨੇ, ਸਤਿਗੁਰ ਕੈ ਉਪਦੇਸਿਆ, ਬਿਨਸੇ ਸਰਬ ਜੰਜਾਲ। ਜਦੋਂ ਸਤਿਗੁਰੂ ਮਹਾਰਾਜ ਨੇ ਉਪਦੇਸ਼ ਦਿੱਤਾ, ਸਤਿਗੁਰਾਂ ਦੇ ਉਪਦੇਸ਼ ਦੇਣੇ ਕਰਕੇ ਅਸੀਂ ਵਾਹਿਗੁਰੂ ਦੀ ਸ਼ਰਨ ਵਿੱਚ ਪਏ, ਤਾਂ ਫਿਰ ਸਰਬ ਜੰਜਾਲ, ਸਾਰੇ ਜਿਹੜੇ ਜੰਜਾਲ ਸੀ, ਬੰਧਨ, ਉਹ ਬਿਨਸ ਗਏ। ਜੰਜਾਲ ਬੰਧਨ ਕਿਹੜੇ ਹਨ? ਬੰਧਨ ਮਾਤ ਪਿਤਾ ਸੰਸਾਰ, ਬੰਧਨ ਸੁਤ ਕਰਨਿਆਰ ਨਾਰ। ਵਿਕਾਰਾਂ ਦੇ ਬੰਧਨ ਹਨ ਸੰਸਾਰ ਦੇ ਅੰਦਰ, ਜੰਮਣ ਮਰਨ ਦੇ ਬੰਧਨ ਪਏ ਹੋਏ ਹਨ। ਔਰ ਇਸੇ ਪ੍ਰਕਾਰ ਜਮਾਂ ਦੇ ਬੰਧਨ ਗਲ 'ਚ ਪੈਂਦੇ ਆ। ਇਹ ਸਾਰੇ ਜੰਜਾਲ ਹੀ ਹਨ। ਸੋ ਇਉਂ ਜੰਜਾਲ ਕੇਵਲ ਧੰਦੇ ਨੂੰ ਹੀ ਨਹੀਂ ਕਹਿੰਦੇ ਕਿ ਇਹ ਗ੍ਰਸਤ ਦਾ ਜੰਜਾਲ ਹੈ, ਫਲਾਨਾ ਨਹੀਂ। ਗੁਰਮੁਖ ਪਿਆਰਿਆਂ ਨੂੰ ਜੰਜਾਲ ਨਹੀਂ ਰਹਿੰਦੇ, ਕਿਉਂਕਿ ਜੰਜਾਲ ਦਾ ਸੰਬੰਧ ਮਨ ਦੇ ਨਾਲ ਹੀ ਹੈ। ਨਹੀਂ ਤਾਂ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਉਪਦੇਸ਼ ਦਿੰਦੇ ਕਿ ਭਾਈ ਇਹ ਤਾਂ ਸੰਸਾਰ ਜੰਜਾਲ ਆ, ਛੱਡ ਕੇ ਜੰਗਲਾਂ ਚਲੇ ਜਾਓ। ਨਹੀਂ, ਸਤਿਗੁਰਾਂ ਨੇ ਸਰੀਰਕ ਤੌਰ 'ਤੇ ਸੰਸਾਰ ਨੂੰ ਛੱਡਣ ਦਾ ਉਪਦੇਸ਼ ਨਹੀਂ ਦਿੱਤਾ ਹੈ। ਸਰੀਰਕ ਤੌਰ 'ਤੇ ਸੰਸਾਰ ਦੇ ਵਿੱਚ ਰਹਿਣਾ ਚਾਹੀਦਾ ਹੈ। ਜੋ ਕੁਝ ਵੀ ਇਹ ਦਾਤਾਂ ਹਨ, ਸਹੂਲਤਾਂ ਹਨ, ਸੁੱਖ ਹਨ, ਇਹ ਸਾਰੇ ਮਨੁੱਖਾਂ ਦੇ ਵਰਤੋਂ ਵਿਹਾਰ ਵਾਸਤੇ ਹੀ ਹਨ। ਔਰ ਇਸ ਕਰਕੇ ਫਿਰ ਇਹਨਾਂ ਸੁੱਖਾਂ ਦੀ, ਸਹੂਲਤਾਂ ਦੀ ਜ਼ਰੂਰਤ ਲੋੜ ਹੈ, ਅਤੇ ਇਹਦੇ ਵਾਸਤੇ ਕੰਮ ਧੰਦਾ ਕਰਨਾ ਜ਼ਰੂਰੀ ਹੈ। ਵਿਹਲੜ ਨਹੀਂ ਸਤਿਗੁਰਾਂ ਨੇ ਬਣਾਇਆ, ਕੰਮ ਧੰਦਾ ਕਰਨ ਦਾ ਉਪਦੇਸ਼ ਦਿੱਤਾ ਹੈ, ਪਰ ਮਨ ਨੂੰ ਇਹਨਾਂ ਜੰਜਾਲਾਂ ਵਿੱਚੋਂ ਬਾਹਰ ਕੱਢਣ ਦਾ ਉਪਦੇਸ਼ ਦਿੱਤਾ ਹੈ।
ਇਸ ਵਾਸਤੇ ਜਿਨ੍ਹਾਂ ਨੇ ਸਤਿਗੁਰਾਂ ਦੇ ਉਪਦੇਸ਼ ਨੂੰ ਸੁਣਿਆ, ਮਾਨਸਿਕ ਬਿਰਤੀ ਨਾਲ ਐਨ ਮਨ ਚਿੱਤ ਜੋੜ ਕੇ ਸੁਣਿਆ, ਫਿਰ ਸਮਝਿਆ ਫਿਰ ਮੰਨ ਲਿਆ, ਮੰਨ ਕੇ ਕਮਾਇਆ, ਉਹਨਾਂ ਦੇ ਸਾਰੇ ਜੰਜਾਲ ਬਿਨਸ ਗਏ ਹਨ। ਅੰਦਰ ਲੱਗਾ RAM ਨਾਮ ਅੰਮ੍ਰਿਤ ਨਦਰ ਨਿਹਾਲ। ਜਦੋਂ ਸਤਿਗੁਰੂ ਜੀ ਨੇ ਅੰਮ੍ਰਿਤ ਸਰੀਖੀ ਨਦਰ ਪਾ ਕੇ, ਅੰਮ੍ਰਿਤ ਵਰਗੀ ਭਾਵ ਕਿ ਕਿਰਪਾ ਦ੍ਰਿਸ਼ਟੀ, ਜਿਸ ਦੁਆਰਾ ਆਤਮਿਕ ਮੌਤ ਤੋਂ ਰਹਿਤ ਹੋ ਜਾਈਏ, ਐਸੀ ਮਿਹਰ ਦੀ ਨਜ਼ਰ ਪਾ ਕੇ ਤੱਕਿਆ ਤੇ ਨਿਹਾਲ ਖੇੜੇ ਵਾਲੀ ਅਵਸਥਾ, ਜਿੱਥੇ ਦੁੱਖ ਸੁੱਖ ਦਾ ਭਾਵ ਹੁੰਦਾ ਹੈ, ਦੁੱਖ ਤੰਗੀ ਨਹੀਂ ਦੇ ਸਕਦੇ। ਫਾਰਸੀ 'ਚ ਹਾਲ ਨਾਮ ਦੁੱਖ ਦਾ ਹੈ, ਨਿਹਾਲ ਦਾ ਅਰਥ ਹੈ ਦੁੱਖ ਤੋਂ ਰਹਿਤ ਅਵਸਥਾ। ਸੋ ਖੇੜਾ ਕਰ ਦਿੱਤਾ, ਬਖਸ਼ਿਸ਼ ਦਿੱਤਾ ਹਿਰਦੇ ਦੇ ਅੰਦਰ, ਤੇ ਅੰਦਰ ਲੱਗਾ RAM ਨਾਮ। ਅੰਦਰ ਦਾ ਅਰਥ ਇੱਥੇ ਹਿਰਦਾ ਹੈ। ਸੋ ਇਸ ਪ੍ਰਕਾਰ ਹਿਰਦੇ ਦੇ ਵਿੱਚ RAM ਦਾ ਨਾਮ ਲੱਗਾ, RAM ਦੇ ਨਾਮ ਨਾਲ ਹਿਰਦਾ ਜਿਹੜਾ ਜੁੜ ਗਿਆ। ਅੰਦਰ ਲੱਗਾ RAM ਨਾਮ, RAM ਦੇ ਨਾਮ ਨਾਲ ਜੁੜ ਗਿਆ ਹਿਰਦਾ, ਕਿਉਂਕਿ ਸਤਿਗੁਰੂ ਜੀ ਨੇ ਅੰਮ੍ਰਿਤ ਸਰੀਖੀ ਦ੍ਰਿਸ਼ਟੀ ਪਾ ਕੇ ਤੱਕਿਆ, ਨਿਹਾਲ ਕਰ ਦਿੱਤਾ ਹੈ। ਮਨ ਮੇਰੇ ਸਤਿਗੁਰ ਸੇਵਾ ਸਾਰ। ਹਜ਼ੂਰ ਕਹਿੰਦੇ ਨੇ ਆਪਣੇ ਮਨ ਨੂੰ ਭਾਈ ਸਮਝਾਓ ਕਿ ਇਹ ਮੇਰੇ ਮਨਾ ਸਤਿਗੁਰਾਂ ਦੀ ਸੇਵਾ ਦੀ ਸੰਭਾਲ ਕਰ, ਭਾਵ ਕਿ ਸਤਿਗੁਰੂ ਦੀ ਸੇਵਾ ਨੂੰ ਸਾਂਭ ਲੈ, ਸਤਿਗੁਰੂ ਦੀ ਸੇਵਾ ਕਰਨੀ ਸ਼ੁਰੂ ਕਰ ਦੇ। ਸਤਿਗੁਰਾਂ ਦੀ ਸੇਵਾ ਦੀ ਸਾਰ ਖਬਰ ਲੈ। ਸਤਿਗੁਰਾਂ ਦੀ ਸੇਵਾ ਸਾਰ ਦਾ ਮਤਲਬ ਹੈ ਸ੍ਰੇਸ਼ਟ ਹੈ। ਸਾਰ ਕਰਨੀ, ਖਬਰਸਾਰ ਹੋਣਾ, ਖਬਰ ਲੈਣੀ, ਕਿਸੇ ਚੀਜ਼ ਵੱਲ ਧਿਆਨ ਦੇਣਾ, ਕਿਸੇ ਚੀਜ਼ ਨੂੰ ਸਾਰ ਸੰਭਾਲਣਾ, ਤੇ ਸਾਰ ਮੈਨੇ ਸ੍ਰੇਸ਼ਟ ਹੈ। ਸਤਿਗੁਰੂ ਮਹਾਰਾਜ ਦੀ ਸੇਵਾ ਹੀ ਸਾਰੇ ਕਰਮਾਂ ਧਰਮਾਂ ਦਾ ਨਿਚੋੜ ਹੈ। ਕਰੇ ਦਇਆ ਪ੍ਰਭ ਆਪਣੀ, ਇੱਕ ਨਿਮਖ ਨ ਮਨਹੁ ਵਿਸਾਰ। ਜੇ ਉਹ ਸਤਿਗੁਰਾਂ ਦੀ ਸੇਵਾ ਕਰੇਗਾ ਤਾਂ ਸਤਿਗੁਰੂ ਜੀ ਪ੍ਰਭੂ ਸਰੂਪ ਹਨ, ਪ੍ਰਭੂ ਵਿੱਚ ਲੀਨ ਹੀ ਹਨ, ਤੇ ਫਿਰ ਵਾਹਿਗੁਰੂ ਪ੍ਰਭੂ ਸਤਿਗੁਰੂ ਜੀ ਆਪਣੀ ਦਇਆ ਮਾਇਆ ਕਰਨਗੇ, ਤੇ ਇੱਕ ਨਿਮਖ ਮਾਤਰ ਵੀ ਤੂੰ ਮਨ ਚੋਂ ਵਿਸਾਰੇ ਨਾ ਪਰਮਾਤਮਾ ਨੂੰ, ਤਾਂ ਤਰ ਜਾਏਗਾ। ਕਰੇ ਦਇਆ ਪ੍ਰਭ ਆਪਣੀ, ਇੱਕ ਨਿਮਖ ਨ ਮਨਹੁ ਵਿਸਾਰ। ਨਿਮਖ ਮਾਤਰ ਵੀ ਮਨ ਵਿੱਚੋਂ ਭੁਲਾ ਨਾ, ਇਉਂ ਵਾਹਿਗੁਰੂ ਜੀ ਆਪਣੀ ਦਇਆ ਕਰਨਗੇ। ਰਹਾਓ ਗੁਣ ਗੋਬਿੰਦ ਨਿਤ ਗਾਵੀ ਹੈ ਅਵਗੁਣ ਕੱਟਣਹਾਰ। ਗੋਬਿੰਦ ਪਰਮਾਤਮਾ ਅਕਾਲ ਪੁਰਖ ਦੇ ਜਿਹੜੇ ਗੁਣ ਹਨ, ਉਹ ਪਤਿਤ ਪਾਵਨ ਹੈ, ਭਗਤ ਵਸ਼ਲ ਹੈ, ਕਿਰਪਾ ਨਿਧਾਨ ਹੈ, ਦੀਨਾਨਾਥ ਹੈ, ਆਦਿਕ ਜਿਹੜੇ ਵਾਹਿਗੁਰੂ ਦੇ ਗੁਣ ਹਨ, ਸਿਫਤਾਂ ਹਨ, ਖੂਬੀਆਂ ਹਨ, ਉਹ ਨਿਤ ਹੀ ਗਾਵੀਐ, ਗਾਉਣੇ ਚਾਹੀਦੇ ਹਨ। ਚਾਹੀਦਾ ਸਾਨੂੰ ਕਿ ਨਿਤ ਹੀ ਗੋਬਿੰਦ ਪਰਮੇਸ਼ਰ ਦੇ ਗੁਣਾਨਵਾਦ ਨੂੰ ਗਾਈਏ। ਇਹ ਜਿਹੜੇ ਗੁਣ ਗਾਉਣੇ ਹਨ, ਇਹਨਾਂ ਦੀ ਤਸੀਰ ਕੀ ਹੈ? ਅਵਗੁਣ ਕੱਟਣਹਾਰ। ਇਹ ਫਿਰ ਸਾਡੇ ਅੰਦਰ ਜਿਹੜੇ ਅਵਗੁਣ ਬੈਠੇ ਹੋਏ ਨੇ, ਇਹਨਾਂ ਅਵਗੁਣਾਂ ਨੂੰ ਕੱਟਣਹਾਰ ਹਨ ਪਰਮੇਸ਼ਰ ਦੇ ਗੁਣ। ਰੱਬ ਦੇ ਗੁਣ ਗਾਵਾਂਗੇ ਤਾਂ ਨਾਲ ਨਾਲ ਸਾਡੇ ਅਵਗੁਣ ਕੱਟੇ ਜਾਣਗੇ, ਕਿਉਂਕਿ ਜੈਸਾ ਸੇਵਾ ਤੈਸੋ ਹੋਏ। ਜੋ ਹੈ ਹੀ ਸਿਫਤਾਂ ਵਾਲਾ, ਖੂਬੀਆਂ ਵਾਲਾ, ਜਿਹਦੇ ਵਿੱਚ ਕੋਈ ਅਵਗੁਣ ਹੀ ਨਹੀਂ, ਦੋਸ਼ ਹੀ ਨਹੀਂ, ਵਿਕਾਰ ਹੀ ਨਹੀਂ, ਕੋਈ ਪਾਪ ਨਹੀਂ ਹੈ, ਮੜੱਤਣ ਨਹੀਂ, ਬੁਰਿਆਈ ਨਹੀਂ, ਮੈਲ ਨਹੀਂ, ਐਸੇ ਵਾਹਿਗੁਰੂ ਦੇ ਗੁਣ ਗਾਉਂਦਿਆਂ ਹੋਇਆਂ ਜਿਹੜਾ ਗੁਣ ਗਾਇਨ ਕਰਨ ਵਾਲਾ ਵਿਅਕਤੀ ਹੈ ਨਾ, ਮਨੋਂ ਗਾਉਣ ਵਾਲਾ, ਉਹਦੇ ਵਿੱਚ ਵੀ ਪਰਮੇਸ਼ਰ ਵਾਲੇ ਗੁਣ ਆਉਣੇ ਸ਼ੁਰੂ ਹੋ ਜਾਂਦੇ ਆ, ਤੇ ਇਸ ਤਰ੍ਹਾਂ ਅਵਗੁਣ ਕੱਟੇ ਜਾਂਦੇ, ਕੋਈ ਅਵਗੁਣ ਨਹੀਂ ਰਹਿ ਜਾਂਦਾ। ਬਿਨ ਹਰ ਨਾਮ ਨਾ ਸੁਖ ਹੋਏ, ਕਰ ਡਿੱਠੇ ਵਿਸਥਾਰ। ਬੜੇ ਲੋਕ ਬੜੇ ਖਿਲਾਰੇ ਖਿਲਾਰ ਕਰਕੇ ਵੇਖ ਰਹੇ ਹਨ, ਭਾਵ ਖਿਲਾਰੇ ਖਿਲਾਰ ਕੇ ਲੋਕਾਂ ਨੇ ਵੇਖ ਲਿਆ। ਜਿਨ੍ਹਾਂ ਨੇ ਵਾਹਿਗੁਰੂ ਦਾ ਨਾਮ ਨਹੀਂ ਜਪਿਆ, ਉਹਨਾਂ ਨੂੰ ਸੁਖ ਦੀ ਪ੍ਰਾਪਤੀ ਨਹੀਂ ਹੋਈ। ਬੜੇ ਵਿਸਥਾਰ ਫੈਲਾ ਅਡੰਬਰ ਰਚੇ ਲੋਕਾਂ ਨੇ, ਤਾਂ ਉਹਨਾਂ ਨਾਲ ਅੰਦਰ ਦੇ ਸੁਖ ਨਹੀਂ ਮਿਲ ਸਕਦੇ। ਇੱਕ ਉਦਾਹਰਣ ਚੇਤੇ ਆਈ ਹੈ, ਸਤਿਗੁਰੂ ਨਾਨਕ ਦੇਵ ਮਹਾਰਾਜ ਜੀ, ਅੱਜ ਕੱਲ੍ਹ ਪਾਕਿਸਤਾਨ ਦੇ ਵਿੱਚ ਇੱਕ ਬਾਲ ਗੁੰਦਾਈ ਜੋਗੀ ਦਾ ਟਿੱਲਾ ਹੈ, ਜਿਵੇਂ ਗੋਰਖਨਾਥ ਦਾ ਟਿੱਲਾ, ਇਸੇ ਤਰ੍ਹਾਂ ਬਾਲ ਗੁੰਦਾਈ ਜੋਗੀ ਇੱਕ ਹੋਇਆ। ਉੱਥੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ ਗਏ ਸੀ, ਤੇ ਕੁਝ ਕੁ ਉਹਦੇ ਡੇਰੇ ਤੋਂ ਪਸੱਤੇ ਥੋੜ੍ਹੀ ਦੂਰੀ 'ਤੇ ਸਤਿਗੁਰੂ ਸ਼ਾਮਾਂ ਦੇ ਵਕਤ ਬੈਠੇ ਸੀ ਜਾ ਕੇ, ਔਰ ਉਸ ਜੋਗੀ ਦੇ ਮਹਾਤਮਾ ਦੇ ਜਿਹੜੇ ਚੇਲੇ ਸਨ, ਉਹ ਹਜ਼ੂਰ ਨੂੰ ਬੇਨਤੀ ਕਰਨ ਆਏ, ਹਜ਼ੂਰ ਗਏ ਨਹੀਂ, ਫਿਰ ਆਪ ਆਇਆ ਉਹ। ਤਾਂ ਉਹਨੂੰ ਵੀ ਸਤਿਗੁਰਾਂ ਕਿਹਾ ਵੀ ਅੱਜ ਅਸੀਂ ਜੇ ਤੇਰੇ ਡੇਰੇ ਦੀ ਆਸ ਰੱਖ ਕੇ ਅੰਦਰ ਚਲੇ ਗਏ ਵੀ ਇੱਥੇ ਸੁੱਖ ਮਿਲੇਗਾ, ਕੱਲ੍ਹ ਨੂੰ ਫੇਰ ਕੋਈ ਡੇਰਾ ਲੱਭਦੇ ਫਿਰਾਂਗੇ। ਇਸ ਕਰਕੇ ਜਿੱਥੇ ਪ੍ਰਮਾਤਮਾ ਕਰਤਾਰ ਰਾਤ ਬਤੀਤ ਕਰਾਵੇਗਾ ਕਰ ਲਵਾਂਗੇ। ਪਰ ਉਹਨੇ ਜਿੱਦ ਕੀਤੀ, ਬੇਨਤੀਆਂ ਕੀਤੀਆਂ ਕਿ ਮਹਾਰਾਜ ਇਹ ਤਾਂ ਲੋਕਾਂ ਦੀ ਸਹੂਲਤ ਵਾਸਤੇ ਮੈਂ ਡੇਰਾ ਬਣਾਇਆ, ਅਤੇ ਜੇ ਆਪ ਜੈਸੇ ਸੰਤ ਨਾ ਇਸ ਡੇਰੇ 'ਚ ਰਹਿਣ ਤੇ ਫਿਰ ਤਾਂ ਮੇਰਾ ਇਹ ਡੇਰਾ ਸਫਲਾ ਨਹੀਂ ਹੈ, ਤੁਸੀਂ ਮਹਾਰਾਜ ਜ਼ਰੂਰ ਚਰਨ ਪਾਓ। ਹਜ਼ੂਰ ਚਲੇ ਗਏ ਸੀ। ਉਹਨੇ ਇੱਕ ਪਾਸੇ ਮਸੀਤ ਵੀ ਬਣਾਈ ਹੋਈ ਸੀ, ਇੱਕ ਪਾਸੇ ਮੰਦਿਰ ਬਣਾਇਆ ਹੋਇਆ ਸੀ, ਅਤੇ ਲੰਗਰ ਵੀ ਚੱਲਦਾ ਸੀ ਉੱਥੇ 8 ਪਹਿਰ।
ਤੋ ਇਸ ਤਰ੍ਹਾਂ ਦਾ ਪ੍ਰਬੰਧ ਸੀ। ਉਹ ਤੇ ਆਪ ਭਖੜੇ ਨੂੰ ਪੀਸ ਕੇ ਉਹਦੀ ਰੋਟੀ ਬਣਾ ਕੇ ਖਾਂਦਾ ਸੀ। ਬੜਾ ਤਿਆਗ ਵਾਲਾ ਸੀ। ਬਾਲਗੰਦਾਈ ਜੋਗੀ ਦੇ ਟਿੱਲੇ ਦਾ ਜਿਹੜਾ ਮੁਖੀ ਸੀ ਮਹੰਤ। ਔਰ ਉਸਨੇ ਫਿਰ ਸਤਿਗੁਰਾਂ ਦੀ ਆਭਾ ਜਿਹੜਾ ਸੀ, ਸਤਿਗੁਰਾਂ ਦਾ ਪ੍ਰਕਾਸ਼, ਮਹਾਨਤਾ, ਚਿਹਰੇ ਦੀ ਰੌਣਕ ਹਜ਼ੂਰ ਦੀ ਵੇਖ ਕੇ ਮਹਿਮਾ ਸੁਣੀ ਹੋਈ ਸੀ। ਤਾਂ ਉਹਨੇ ਫਿਰ ਸਤਿਗੁਰਾਂ ਦੇ ਕੋਲ ਬੈਠ ਕੇ ਆਪਣੇ ਦਿਲ ਦਾ ਰੋਣਾ ਰੋਇਆ, ਕਿਉਂਕਿ ਦਿਲ ਦੀ ਗੱਲ ਹਰ ਇੱਕ ਦੇ ਕੋਲ ਨਹੀਂ ਕੋਈ ਕਰ ਸਕਦਾ। ਹੈ ਸੀ ਉਹ ਬੰਦਗੀ ਵਾਲਾ ਬੰਦਾ, ਜੋਗੀ ਸੀ, ਬੜਾ ਜੋਗ ਕਮਾਇਆ ਹੋਇਆ ਸੀ ਉਸਨੇ ਸਤਿਗੁਰਾਂ ਨੂੰ ਬੇਨਤੀ ਕੀਤੀ ਕਿ ਮਹਾਰਾਜ ਜੀ, ਮੈਂ ਭਖੜੇ ਦੀ ਰੋਟੀ ਖਾਂਦਾ ਹਾਂ ਅਤੇ ਸੰਗਤਾਂ ਲੋਕਾਂ ਵੱਲੋਂ ਆਈ ਹੋਈ ਮਾਇਆ ਨਾਲ ਇਹ ਲੰਗਰ ਚੱਲਦਾ ਇੱਥੇ, ਅਤੇ ਇੰਨਾ ਤਿਆਗ ਰੱਖਿਆ, ਪਰ ਫਿਰ ਵੀ ਮਨ ਨੂੰ ਸ਼ਾਂਤੀ ਨਹੀਂ, ਕੋਈ ਵਿਗਾਸ, ਖੇੜਾ, ਆਨੰਦ ਹੈ ਨਹੀਂ। ਜੀਵਨ ਕਿਰਕਰਾ ਜਿਹਾ, ਬੇਸਵਾਦਾ ਜਿਹਾ ਹੈ। ਤਾਂ ਇਹਦਾ ਕੀ ਕਾਰਨ? ਤੁਸੀਂ ਮਹਾਰਾਜ ਇਹ ਕੁੰਡੀ ਖੋਲ੍ਹ ਸਕਦੇ ਹੋ। ਤਾਂ ਸਤਿਗੁਰੂ ਮਹਾਰਾਜ ਨੇ ਮੁਸਕਰਾ ਕੇ ਕਿਹਾ ਵੀ ਜੋਗੀ ਜੀ, ਮਨ ਨੂੰ ਮਾਇਆ ਚੰਬੜੀ ਹੋਈ ਹੈ। ਬੜਾ ਹੈਰਾਨ ਹੋਇਆ ਸੁਣ ਕੇ। ਹੁਣ ਕੋਈ ਵੀ ਵਿਅਕਤੀ ਐਸੇ ਅਵਸਥਾ ਵਾਲੇ ਬੰਦੇ ਦੀ ਗੱਲ ਸੁਣੇ ਵੀ ਐਡਾ ਤਿਆਗ, ਜਿਹੜਾ ਲੋਕਾਂ ਵਾਸਤੇ, ਪਰਉਪਕਾਰ ਵਾਸਤੇ ਸਭ ਕੁਝ ਕਰਦਾ, ਆਪ ਕੋਈ ਐਸ਼ ਪ੍ਰਸਤੀ ਨਹੀਂ, ਕੋਈ ਸੋਹਣੇ ਕੱਪੜੇ ਨਹੀਂ, ਸੋਹਣਾ ਖਾਣਾ ਨਹੀਂ, ਐਡਾ ਸਧਾਰਨ ਵਿਅਕਤੀ। ਪਰ ਹਜ਼ੂਰ ਕਹਿ ਰਹੇ ਨੇ ਤੇਰੇ ਮਨ ਨੂੰ ਮਾਇਆ ਚੰਬੜੀ ਹੋਈ ਹੈ। ਕਹਿਣ ਲੱਗਾ ਮਹਾਰਾਜ ਕਿਸ ਰੂਪ ਵਿੱਚ ਚੰਬੜੀ ਹੈ ਵੀ ਤੁਸੀਂ ਦੱਸ ਦਿਓ। ਹਜ਼ੂਰ ਕਹਿਣ ਲੱਗੇ ਕਿ ਮਨ ਵਿੱਚ ਇਹ ਖਿਆਲ ਆਉਂਦਾ ਨਾ ਕਿ ਇਹ ਜੋ ਸਿਲਸਿਲਾ ਚੱਲਦਾ ਮੇਰੇ ਡੇਰੇ 'ਤੇ ਇਸੇ ਤਰ੍ਹਾਂ ਚੱਲਦਾ ਰਹੇ, ਕੋਈ ਤੋੜ ਨਾ ਆਵੇ, ਇਹ ਲਗਾਤਾਰ ਚੱਲਦਾ ਰਹੇ, ਬਣਿਆ ਰਹੇ ਸਿਸਟਮ ਇਸੇ ਤਰ੍ਹਾਂ। ਕਹਿਣ ਲੱਗਾ ਹਾਂ ਜੀ ਇਹ ਗੱਲ ਤਾਂ ਹੈ। ਮਹਾਰਾਜ ਕਹਿਣ ਲੱਗੇ ਬਸ ਇਹ ਵੀ ਮਾਇਆ ਹੀ ਹੈ। ਉਹ ਭਗਤਾ, ਜਦੋਂ ਤੂੰ ਆਪ ਭਖੜਾ ਪੀਸ ਕੇ ਸਾਦਾ ਪ੍ਰਸ਼ਾਦਾ ਛਕਦਾ ਹੈ, ਤਨ ਦੇ ਨਿਰਬਾਹ ਮਾਤਰ ਕੱਪੜੇ ਪਾਉਣਾ, ਤੇਰੇ ਵੱਲੋਂ ਇਹ ਲੰਗਰ ਚੱਲਦਾ ਰਹੇ ਜਾਂ ਖਤਮ ਹੋ ਜਾਏ, ਤੈਨੂੰ ਇਸ ਗੱਲ ਦਾ ਕੀ ਫਿਕਰ? ਜਿਸ ਕਰਤਾਰ ਦੀ ਸਾਜੀ ਸ੍ਰਿਸ਼ਟੀ ਹੈ, ਬਾਕੀ ਸਾਰੇ ਸੰਸਾਰ ਦੇ ਜੀਆਂ ਨੂੰ ਰੋਟੀ ਦਿੰਦਾ ਪਰਮਾਤਮਾ, ਖਾਣ ਵਾਲੇ ਭੋਜਨ ਪਦਾਰਥ ਸਭ ਨੂੰ ਦਿੰਦਾ ਹੀ ਹੈ, ਅਤੇ ਕੀ ਤੂੰ ਇੰਨਿਆਂ ਕੁ ਨੂੰ ਦੇ ਰਿਹਾ ਅਤੇ ਇਹ ਤੂੰ ਆਪਣੇ 'ਤੇ ਟੇਕ ਲੈ ਰਿਹਾ ਕਿ ਮੈਂ ਇਹ ਚਲਾ ਰਿਹਾ, ਇਹ ਮੇਰਾ ਸਿਸਟਮ ਹੈ, ਜੇ ਮੈਂ ਨਾ ਹੋਵਾਂ ਜਾਂ ਬੰਦ ਹੋ ਜਾਏ ਤਾਂ ਨੁਕਸਾਨ ਹੋਏਗਾ? ਨਹੀਂ, ਇਹ ਤੇਰਾ ਸਿਲਸਿਲਾ ਬੰਦ ਵੀ ਹੋ ਜਾਏ ਤਾਂ ਵੀ ਜੀਆਂ ਨੂੰ ਖੁਰਾਕ ਮਿਲ ਹੀ ਜਾਣੀ ਹੈ। ਇਹਦੇ 'ਚ ਮੇਰ ਨਾ ਰੱਖ ਵੀ ਮੇਰਾ ਇਹ ਅਤੇ ਇਹ ਚੱਲਦਾ ਰਹੇ। ਤੇਰੇ ਵੱਲੋਂ ਚੱਲੇ ਜਾਂ ਨਾ ਚੱਲੇ, ਤੇਰੇ ਭਾਗਾਂ ਵਿੱਚ ਤਾਂ ਭਖੜੇ ਦੀ ਰੋਟੀ ਲਿਖੀ ਆ। ਅਤੇ ਫਿਰ ਇਹ ਕਿਉਂ ਮਨ ਨੂੰ ਚੰਬੜੀ ਹੋਈ ਇਹ ਗੱਲ ਵੀ ਇਹ ਸਿਸਟਮ ਸਾਰਾ ਚੱਲਦਾ ਰਹੇ? ਇਹ ਚਿੰਤਾ ਛੱਡ ਦੇ, ਇਹ ਫਿਕਰ ਛੱਡ ਦੇ, ਇਹ ਵੀ ਤੇਰੀ ਮੇਰ ਹੈ। ਇਹ ਮਾਇਆ ਦੀ ਲੇਸ ਮਨ ਨੂੰ ਚੰਬੜੀ ਹੋਈ ਹੈ। ਬੇਪਰਵਾਹ ਹੋ ਜਾ, ਨਿਸੰਗ ਹੋ ਜਾ, ਕੋਈ ਪ੍ਰਵਾਹ ਨਾ ਮਨ 'ਚ ਰੱਖਿਆ ਕਰ, ਅਤੇ ਤੂੰ ਸਿਰਫ ਵਾਹਿਗੁਰੂ ਦੇ ਭਜਨ ਵਿੱਚ ਜੁੜ। ਹੁਣ ਉਸ ਸਮੇਂ ਜਦੋਂ ਗੁਰੂ ਨਾਨਕ ਸਾਹਿਬ ਗਏ ਸੀ, ਉਦੋਂ ਤੋਂ ਲੈ ਕੇ ਜਿਹੜੇ ਉਹ ਜੋਗੀ ਹਨ ਬਾਲਗੁੰਦਾਈ ਦੇ ਚੇਲੇ, ਉਹ ਕਹਿੰਦੇ ਹੁਣ ਤੱਕ ਵੀ ਕੇਸ ਦਾੜਾ ਨਹੀਂ ਕਟਾਉਂਦੇ ਅਤੇ ਯੋਗਾ ਅਭਿਆਸ ਦੇ ਨਾਲ ਵਾਹਿਗੁਰੂ ਦਾ ਸਿਮਰਨ ਵੀ ਕਰਦੇ ਨੇ। ਇਕੱਲਾ ਯੋਗ, ਹਠ ਯੋਗ ਨਹੀਂ ਕਰਦੇ, ਉਹ ਪ੍ਰਾਣਾਯਾਮ ਨਹੀਂ ਕੇਵਲ ਕਰਦੇ, ਨਾਮ ਵੀ ਜਪਦੇ ਨੇ। ਇਸੇ ਹੀ ਟਿੱਲੇ ਦੇ ਦੋ ਜੋਗੀ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਰਵਾਲਸਰ ਜਾ ਕੇ ਵੀ ਮਿਲੇ ਸਨ। ਉੱਥੇ ਵੀ ਉਹਨਾਂ ਨੇ ਥੋੜ੍ਹੀ ਸ਼ਕਤੀ ਵਿਖਾਉਣ ਦਾ ਯਤਨ ਕੀਤਾ ਸੀ। ਫਿਰ ਜਦੋਂ ਸਤਿਗੁਰੂ ਮਹਾਰਾਜ ਨੇ ਉਹਨਾਂ ਦੀ ਸ਼ਕਤੀ ਨਿਸਫਲ ਕਰਤੀ ਸੀ ਅਤੇ ਫਿਰ ਚਰਨੀ ਢਹਿ ਪਏ ਸੀ। ਭਾਈ ਦਇਆ ਸੁਰਾਂ ਨੂੰ ਕਿਹਾ ਸੀ, ਉਹਨਾਂ ਆ ਕੇ ਬੇਨਤੀ ਕੀਤੀ ਕਿ ਮਹਾਰਾਜ ਲੰਗਰ 'ਚ ਦੋ ਜੋਗੀ ਆਏ ਨੇ ਅਤੇ ਉਹ ਸਾਰਾ ਕੁਝ ਮੁਕਾਈ ਜਾਂਦੇ, ਰੱਜਦੇ ਨਹੀਂ। ਤਾਂ ਹਜ਼ੂਰ ਨੇ ਕਿਹਾ ਸੀ, ਜਾ ਦਇਆ ਸਿੰਘਾ, ਵਾਹਿਗੁਰੂ ਕਹਿ ਕੇ ਅੱਧਾ ਅੱਧਾ ਪ੍ਰਸ਼ਾਦਾ ਦੋਵਾਂ ਨੂੰ ਦੇ। ਜਦੋਂ ਪ੍ਰਸ਼ਾਦਾ ਵਰਤਾਇਆ, ਫਿਰ ਉਹਨਾਂ ਦੀ ਜਿਹੜੀ ਸ਼ਕਤੀ ਚੱਲ ਨਾ ਸਕੀ, ਹੋਰ ਛਕ ਨਾ ਸਕੇ। ਫਿਰ ਸਤਿਗੁਰਾਂ ਦੇ ਚਰਨੀ ਢਹਿ ਪਏ, ਕਹਿੰਦੇ ਜੈਸਾ ਮਹਾਰਾਜ ਅਸੀਂ ਸੁਣਿਆ ਸੀ ਆਪ ਜੀ ਦਾ ਘਰ, ਵੈਸਾ ਅੱਜ ਪਾਇਆ ਹੈ। ਕਦੇ ਗੁਰੂ ਨਾਨਕ ਸਾਹਿਬ ਮਹਾਰਾਜ ਗਏ ਸੀ, ਉਦੋਂ ਦੀ ਮਹਿਮਾ ਸੁਣੀ ਹੋਈ ਸੀ, ਅਤੇ ਅੱਜ ਆਪ ਜੀ ਨੂੰ ਉਸੇ ਰੂਪ ਵਿੱਚ ਤੱਕ ਲਿਆ ਹੈ। ਸੋ ਸੱਚੇ ਪਾਤਸ਼ਾਹ ਸਾਨੂੰ ਬਖਸ਼ ਦਿਓ। ਇਸ ਪ੍ਰਕਾਰ ਹੋਰ ਬੜੇ ਅਡੰਬਰ ਖਿਲਾਰ ਕੇ ਲੋਕਾਂ ਵੇਖ ਲਏ। ਵਾਹਿਗੁਰੂ ਦੇ ਨਾਮ ਤੋਂ ਬਗੈਰ ਹਜ਼ੂਰ ਕਹਿੰਦੇ ਸੁੱਖ ਨਹੀਂ ਹੋਇਆ। ਸਹਿਜੇ ਸਿਫਤੀ ਰਤਿਆ ਭਵਜਲ ਉਤਰੇ ਪਾਰ। ਜਿਹੜੇ ਸਹਿਜੇ ਸੁਭਾਵਕ ਹੀ ਵਾਹਿਗੁਰੂ ਦੀ ਸਿਫਤ ਵਿੱਚ ਰੰਗੇ ਗਏ। ਵੇਖੋ, ਕੋਈ ਹਠ ਯੋਗ ਨਹੀਂ ਕੀਤਾ। ਬਾਬਾ ਸ਼ਾਮ ਸਿੰਘ ਜੀ ਸਰੰਦੇ ਨਾਲ ਹਰਿਮੰਦਰ ਸਾਹਿਬ 70 ਸਾਲ ਨਿਸ਼ਕਾਮ ਕੀਰਤਨ ਦੀ ਸੇਵਾ ਨਿਭਾਈ, ਜਿਨ੍ਹਾਂ ਨੂੰ ਪ੍ਰੇਮ ਲੱਗ ਗਿਆ। ਭਾਈ ਮਰਦਾਨਾ ਜੀ ਦੇ ਸ਼ਾਗਿਰਦ ਹਰੀਦਾਸ ਜੀ ਇਤਿਆਦਿਕ ਅਨੇਕਾਂ ਗੁਰਮੁਖ ਪਿਆਰੇ ਹੋਏ ਨੇ। ਇਹ ਸਹਿਜ ਵਾਲੀ ਭਗਤੀ ਹੈ, ਇਹ ਸਹਿਜ ਯੋਗ ਹੈ, ਜਿਹੜਾ ਵਾਹਿਗੁਰੂ ਸਿਫਤੀ, ਜੋ ਪ੍ਰਮਾਤਮਾ ਸਿਫਤਾਂ ਦਾ ਮਾਲਕ, ਉਹਦੀਆਂ ਸਿਫਤਾਂ 'ਚ ਰੰਗੇ ਜਾਣਾ। ਭਵਜਲ ਉਤਰੇ ਪਾਰ, ਸਹਿਜੇ ਸਿਫਤੀ ਰਤਿਆ, ਸਹਿਜ ਅਵਸਥਾ 'ਚ ਪਹੁੰਚ ਕੇ ਫਿਰ ਵਾਹਿਗੁਰੂ ਦੀਆਂ ਸਿਫਤਾਂ ਵਿੱਚ ਹੀ ਰੰਗੇ ਗਏ। ਜੋ
ਉਹ ਭਵਜਲ ਸੰਸਾਰ ਸਮੁੰਦਰ ਤੋਂ ਪਾਰ ਉਤਰ ਗਏ। ਮਾਨਸਿਕ ਡੋਲਤਾ ਵਾਲੀ ਅਵਸਥਾ ਵਿੱਚ ਹਨ। ਮਨ ਡਿੱਗਦਾ ਡੋਲਦਾ ਨਹੀਂ, ਸਿਫਤ ਵਿੱਚ ਰੰਗੇ ਹੋਏ ਨੇ ਤੇ ਭਵਜਲ ਸੰਸਾਰ ਤੋਂ ਸੁਖੈਨ ਹੀ ਪਾਰ ਉਤਰ ਗਏ ਹਨ। ਤੀਰਥ ਵਰਤ ਲਖ ਸੰਜਮਾ ਪਾਈਐ ਸਾਧੂ ਧੂਰ। ਹਜ਼ੂਰ ਕਹਿੰਦੇ ਨੇ ਲੋਕਾਂ ਨੇ ਮਹਿਮਾ ਸੁਣੀ ਹੈ ਵੀ ਤੀਰਥਾਂ ਦੇ ਇਸ਼ਨਾਨ ਦਾ ਬੜਾ ਮਹੱਤਵ ਹੈ। ਔਰ ਵਰਤ ਅੱਜ ਵੀ ਲੋਕ ਹਿੰਦੁਸਤਾਨ ਦੇ ਰੱਖੀ ਜਾਂਦੇ ਨੇ ਵੀ ਸ਼ਾਇਦ ਵਰਤ ਰੱਖਣੇ ਇੱਕ ਭਗਤੀ ਹੈ। ਔਰ ਇਸੇ ਤਰ੍ਹਾਂ ਜੇ ਇੰਦਰੀਆਂ ਦਾ ਸੰਜਮ ਕਰ ਲਈਏ, ਅੱਖਾਂ ਨੂੰ ਬਹੁਤਾ ਵੇਖਣ ਵੱਲੋਂ ਰੋਕ ਲੈਣਾ, ਕੰਨਾਂ ਨੂੰ ਹੋਰ ਗੱਲਾਂ ਸੁਣਨ ਵੱਲੋਂ ਰੋਕਣਾ, ਜ਼ੁਬਾਨ ਨੂੰ ਬੋਲਣ ਵੱਲੋਂ ਰੋਕਣਾ, ਚੁੱਪ ਹੀ ਕਰ ਜਾਂਦੇ, ਕਈ ਮੌਨੀ ਬਣ ਜਾਂਦੇ ਨੇ, ਮੌਨ ਰੱਖ ਲੈਂਦੇ ਆ ਤੇ ਆਦਿਕ ਇਹਨੂੰ ਸੰਜਮ ਕਰਨਾ ਕਹਿੰਦੇ ਆ। ਮਹਾਰਾਜ ਕਹਿੰਦੇ ਉਸ ਵਿਅਕਤੀ ਨੇ ਲੱਖਾਂ ਤੀਰਥਾਂ ਦੇ ਇਸ਼ਨਾਨ ਕਰ ਲਏ, ਲੱਖਾਂ ਵਰਤ ਰੱਖ ਲਏ, ਸਮਝੋ ਲੱਖਾਂ ਸੰਜਮ ਕਰ ਲਏ ਇੰਦਰੀਆਂ ਆਦਿਕਾਂ ਦੇ, ਪਰ ਇਹ ਦਾਤ ਕਿਵੇਂ ਮਿਲੀ? ਪਾਈ ਐ ਸਾਧੂ ਧੂੜ। ਸਾਧੂ ਸਤਿਗੁਰਾਂ ਦੇ ਚਰਨਾਂ ਦੀ ਧੂੜ ਪ੍ਰਾਪਤ ਹੋ ਜਾਏ ਤਾਂ ਇਸ ਧੂੜੀ ਦੁਆਰਾ ਸਾਰੇ ਤੀਰਥਾਂ ਦੇ ਇਸ਼ਨਾਨ ਵਰਤ ਰੱਖਣ ਦਾ ਫਲ, ਲੱਖਾਂ ਸੰਜਮਾਂ ਦਾ ਫਲ ਮਿਲ ਜਾਏਗਾ। ਇਹ ਸਾਧੂ ਧੂੜੀ ਮੱਜਨ ਸਾਧ ਖੇ ਸਾਈਂ ਥੀਏ ਕਿਰਪਾਲ, ਲੱਦੇ ਹੱਬੇ ਥੋਕੜੇ ਨਾਨਕ ਹਰ ਧਨ ਮਾਲ। ਸੋ ਇਸ ਪ੍ਰਕਾਰ ਸਾਧੂ ਜਿਹਨਾਂ ਮਨ ਸਾਧਿਆ ਹੋਇਆ, ਐਸੇ ਗੁਰਮੁਖਾਂ ਦੀ ਧੂੜੀ ਵਿੱਚ ਬੜੀਆਂ ਬਰਕਤਾਂ ਹਨ। ਲੂਕ ਕਮਾਵੈ ਕਿਸ ਤੇ ਜਾਂ ਵੇਖੈ ਸਦਾ ਹਦੂਰ। ਮਨੁੱਖ ਯਤਨ ਕਰਦਾ ਹੈ ਕਿ ਦੂਜਿਆਂ ਦੀਆਂ ਨਜ਼ਰਾਂ ਤੋਂ ਮੈਂ ਲੁਕਾ ਕੇ ਲੁਕ ਕੇ ਕੋਈ ਮਾੜੇ ਕਰਮ ਕਰਾਂ। ਦੁਨੀਆ ਦੀਆਂ ਨਜ਼ਰਾਂ ਤੋਂ ਤਾਂ ਮਨੁੱਖ ਲੁਕ ਸਕਦਾ ਹੈ ਔਰ ਆਪਣੀ ਇੱਜ਼ਤ ਬਣਾਈ ਰੱਖ ਸਕਦਾ ਹੈ ਮਨੁੱਖ, ਕਿਉਂਕਿ ਜਿਹੜੇ ਬਹੁਤੇ ਅਮੀਰ ਲੋਕ ਹੈ, ਰਾਜਨੀਤਿਕ ਸੱਤਾ ਵਾਲੇ ਨੇ, ਜੋ ਉਹ ਬੁਰੇ ਕਰਮ ਕਰਦੇ ਆ, ਸੰਸਾਰ ਦੀਆਂ ਨਜ਼ਰਾਂ ਤੋਂ ਉਹ ਲੁਕਾ ਕੇ ਆਪਣਾ ਆਪ ਰੱਖਦੇ ਨੇ ਵੀ ਲੋਕਾਂ ਨੂੰ ਪਤਾ ਨਾ ਲੱਗੇ, ਸਾਡੀ ਚੰਗਿਆਈ ਪ੍ਰਗਟ ਹੋਵੇ, ਬੁਰਿਆਈ ਨਾ। ਪਰ ਵਾਹਿਗੁਰੂ ਤੋਂ ਕੁਛ ਨਹੀਂ ਲੁਕਾਇਆ ਜਾ ਸਕਦਾ। ਸਤਿਗੁਰਾਂ ਨੇ ਬਚਨ ਕੀਤਾ ਹੈ, ਅੰਦਰ ਕਮਾਣਾ ਸਿਰ ਪਰ ਉਗੜਾ ਭਾਵੇਂ ਕੋਈ ਬੈ ਧਰਤੀ ਵਿੱਚ ਕਮਾਈ। ਜੰਝ ਵੀ ਕਿਹਾ ਹੈ, ਮਹਾਰਾਜ ਕਹਿੰਦੇ ਨੇ ਕਿ ਜੋ ਧਰਮ ਕਮਾਵੇ ਅੰਤਰ ਬਹਿ ਕੇ ਕਰਮ ਕਮਾਵੇ, ਸੋ ਚੌਂਕੁੰਡੀ ਜਾਣੀਐ। ਜੋ ਧਰਮ ਕਮਾਵੇ ਤਿਸ ਧਰਮ ਨਾ ਹੋਵੇ, ਪਾਪ ਕਮਾਣੇ ਪਾਪੀ ਜਾਣੀਐ। ਇਸ ਤਰ੍ਹਾਂ ਦੁਨੀਆ ਵਿੱਚ ਵੀ ਵਾਹਿਗੁਰੂ ਪ੍ਰਗਟ ਕਰਦਾ ਤੇ ਨਹੀਂ ਵੀ ਪ੍ਰਗਟ ਹੁੰਦੇ ਤਾਂ ਪ੍ਰਮਾਤਮਾ ਦੇ ਅੱਗੇ ਤਾਂ ਪ੍ਰਗਟ ਹੀ ਹਨ। ਲੂਕ ਕਮਾਵੇ ਕਿਸ ਤੇ ਜਾਂ ਵੇਖਿਆ ਸਦਾ ਹਦੂਰ। ਜੋ ਵੇਖਦਾ ਹੈ ਪ੍ਰਮਾਤਮਾ ਸਦਾ ਹਦੂਰ ਸਾਹਮਣੇ, ਜ਼ਾਹਰ ਪ੍ਰਗਟ ਜ਼ਹੂਰ ਪ੍ਰਤਾਪ, ਹਾਜ਼ਰ ਨੇੜੇ ਤੇ ਹਜ਼ੂਰ ਸਾਹਮਣੇ। ਹਜ਼ੂਰ ਸਾਹਮਣੇ ਮਤਲਬ ਜਿਸ ਤੋਂ ਕੋਈ ਗੁਪਤੀ ਨਹੀਂ ਹੈ, ਤੇਰੇ ਸਾਰੇ ਕਰਮਾਂ ਨੂੰ ਵੇਖ ਰਿਹਾ, ਬਲਕਿ ਅੰਦਰ ਦੀਆਂ ਵੀ ਜਾਣਦਾ ਹੈ। ਤੇ ਐਸੇ ਵਾਹਿਗੁਰੂ ਤੋਂ ਕਿਸ ਤੋਂ ਲੁਕਾ ਕੇ ਕਮਾਵੇ ਬੰਦਾ ਕੋਈ ਕਰਮ? ਕਿਸ ਤਰ੍ਹਾਂ ਕਮਾ ਸਕਦਾ ਹੈ ਵਾਹਿਗੁਰੂ ਤੋਂ ਲੁਕ ਕੇ, ਜਦੋਂ ਵਾਹਿਗੁਰੂ ਪਰਮਾਤਮਾ ਵੇਖਦਾ ਹੈ ਤੇ ਬਿਲਕੁਲ ਨੇੜੇ ਸਾਹਮਣੇ ਹੀ ਹੈ। ਥਾਨ ਥਨੰਤਰ ਰਵ ਰਹਿਆ ਪ੍ਰਭ ਮੇਰਾ ਭਰਪੂਰ। ਥਾਨ ਅਸਥਾਨ ਜਿੰਨੇ ਵੀ ਹਨ, ਬਾਹਰੀ ਸਥਾਨ ਦਿਸਦੇ ਨੇ, ਜਿਵੇਂ ਮਕਾਨ ਆ, ਥਾਨ ਇੱਕ, ਇਹ ਸਥਾਨ ਦੇ ਅੰਦਰ ਜਿਹੜੀ ਜਗ੍ਹਾ ਹੈ ਥਨੰਤਰ। ਸੋ ਇਸ ਪ੍ਰਕਾਰ ਸਾਰੇ ਅਸਥਾਨਾਂ ਦੇ ਅੰਦਰ ਪਰਮਾਤਮਾ ਰਵ ਰਹਿਆ, ਵਿਆਪਕ ਹੋ ਰਿਹਾ ਹੈ। ਮੇਰਾ ਪ੍ਰਭੂ ਭਰਪੂਰ ਹੈ, ਪੂਰਨ ਹੈ, ਯਾਨੀ ਜਲ ਥਲ ਮਹੀਲ ਪੂਰਿਆ ਸੁਆਮੀ ਸਿਰਜਣਹਾਰ। ਜਾਂ ਇਸੇ ਪ੍ਰਕਾਰ ਜਿਮੀ ਜਮਾਨ ਕੇ ਬਿਖੈ ਸਮਸਤ ਇੱਕ ਜੋਤ ਹੈ, ਨਾ ਘਾਟ ਹੈ ਨਾ ਬਾੜ ਹੈ, ਨਾ ਘਾਟ ਬਾੜ ਹੋਤ ਹੈ। ਸੋ ਇਸ ਪ੍ਰਕਾਰ ਹੈ ਵਾਹਿਗੁਰੂ ਪਰਮਾਤਮਾ ਸਾਰੇ ਹੀ ਸਮਾਇਆ ਹੋਇਆ। ਇਹਦੀ ਜਾਣਨਾ ਚਾਹੀਦਾ, ਭਾਵਨਾ ਚਾਹੀਦੀ ਹੈ, ਵਿਸ਼ਵਾਸ ਚਾਹੀਦਾ ਸਤਿਗੁਰਾਂ ਦੇ ਬਚਨਾਂ 'ਤੇ। ਅਤੇ ਜਦੋਂ ਗਿਆਨ ਦੀ ਪ੍ਰਾਪਤੀ ਹੋਵੇਗੀ, ਠੀਕ ਇਸੇ ਤਰ੍ਹਾਂ ਹੀ ਦਿਸੇਗਾ ਵੀ ਠੀਕ ਵਾਹਿਗੁਰੂ ਹਰ ਥਾਂ ਹੀ ਹੈ। ਹੁਣ ਅਗਿਆਨ ਹੈ ਛਾਇਆ ਹੋਇਆ, ਪੜਦਾ ਗਿਆਨ ਦਾ ਹੈ ਤਾਂ ਭਰਪੂਰ ਹੀ ਪਰਮਾਤਮਾ, ਪਰ ਸਾਨੂੰ ਨਹੀਂ ਗਿਆਨ। ਇਹ ਅਗਿਆਨ ਦਾ ਪੜਦਾ ਜਿਹੜਾ ਉਹਦਾ ਕਰਕੇ ਆ। ਸੱਚ ਪਾਤ ਸਾਹੀ ਅਮਰ ਸੱਚ, ਸੱਚੇ ਸੱਚਾ ਥਾਨ। ਵਾਹਿਗੁਰੂ ਪਰਮਾਤਮਾ ਆਪ ਸੱਚਾ ਹੈ, ਇਸ ਕਰਕੇ ਉਹਦੀ ਪਾਤਸ਼ਾਹੀ ਵੀ ਹਮੇਸ਼ਾ ਲਈ ਤੇ ਸਦੀਵੀ ਤੇ ਸਦਾ ਹੈ ਤੇ ਸਤ ਹੈ। ਅਮਰ ਹੁਕਮ ਵੀ ਪਰਮਾਤਮਾ ਦਾ ਸਤ ਹੈ, ਅਮਰ ਨਾਮ ਹੁਕਮ ਦਾ ਹੈ। ਵਾਹਿਗੁਰੂ ਦਾ ਹੁਕਮ, ਪਰਮਾਤਮਾ ਦੀ ਰਜ਼ਾ ਵੀ ਸਾਰੇ ਵਰਤ ਰਹੀ ਹੈ। ਉਸ ਹੁਕਮ ਦੇ ਅੰਦਰ ਹੀ ਸਾਰੀ ਸ੍ਰਿਸ਼ਟੀ ਚੱਲ ਰਹੀ ਹੈ। ਔਰ ਸੱਚੇ ਸੱਚਾ ਥਾਨ, ਉਸ ਸੱਚੇ ਅਕਾਲ ਪੁਰਖ ਦਾ ਜਿਹੜਾ ਮੁਕਾਮ ਹੈ, ਟਿਕਾਣਾ ਹੈ, ਉਹ ਵੀ ਸੱਚਾ ਹੀ ਹੈ। ਇਹ ਦੁਨੀਆ ਜਗਤ ਇਹੋ ਜਗ ਸੱਚਾ ਕੀ ਹੈ, ਕੋਠੜੀ ਸੱਚੇ ਕਾ ਵਿੱਚ ਵਾਸ। ਹੈ ਤਾਂ ਨਾਸਵੰਤ, ਪਰ ਵਾਹਿਗੁਰੂ ਦੀ ਜੋਤ ਵਿੱਚ ਹੋਣ ਕਰਕੇ ਤਾਂ ਹੀ ਇਹ ਸਾਨੂੰ ਸੱਚਾ ਪ੍ਰਤੀਤ ਹੋ ਰਿਹਾ। ਜੇ ਉਸਨੇ ਬਣਾਇਆ ਤੇ ਵਿੱਚ ਆ ਬੈਠਾ, ਫਿਰ ਸੱਚਾ ਹੈ। ਪਰ ਜੋ ਨਾਸਵੰਤ ਵਸਤੂ ਹੈ ਉਹ ਸੱਚ ਨਹੀਂ ਹੈ। ਜੋ ਬਾਹਰੀ ਮਕਾਨ ਹੈ ਉਹ ਉਹਨੇ ਨਾਸ ਕਰ ਦੇਣਾ।
ਬੈਠਾ ਵਿੱਚ ਆਪ ਆ ਪ੍ਰਮਾਤਮਾ। ਇਸ ਕਰਕੇ ਉਹਦਾ ਬਣਾਇਆ ਹੋਣਾ ਕਰਕੇ ਆਪਾਂ ਨੂੰ ਇਹ ਮੰਨਣਾ ਪਏਗਾ ਕਿ ਸੱਚਾਈ ਹੈ ਜੋ ਇਹ ਦਿਖਾਈ ਦੇ ਰਿਹਾ। ਔਰ ਵਾਹਿਗੁਰੂ ਦਾ ਜਿਹੜਾ ਸਰੂਪ ਰੂਪੀ ਟਿਕਾਣਾ ਹੈ ਉਹ ਸੱਚਾ ਹੈ। ਸੱਚੀ ਕੁਦਰਤ ਧਾਰੀਨ ਸੱਚ ਸਿਰਜਿਓਨ ਜਹਾਨ। ਪਰਮਾਤਮਾ ਨੇ ਸੱਚੀ ਕੁਦਰਤ ਬਣਾਈ ਹੈ। ਧਾਰੀਨ ਮਤਲਬ ਬਣਾ ਦਿੱਤੀ ਹੈ, ਧਾਰਨ ਕੀਤੀ ਹੈ, ਤੇ ਸਾਰਾ ਜਹਾਨ ਉਸ ਸੱਚ ਦੁਆਰਾ ਹੀ ਸਿਰਜਿਆ ਗਿਆ। ਪਰਮਾਤਮਾ ਨੇ ਆਪਣੀ ਸੱਚੀ ਸ਼ਕਤੀ ਦੁਆਰਾ ਹੀ ਸਾਰਾ ਜਹਾਨ ਸਿਰਜਿਆ ਹੈ। ਉਸ ਸੱਚੇ ਨੇ ਸਾਰਾ ਜਹਾਨ ਸਿਰਜਿਆ ਜੋ ਸੱਚ ਸਰੂਪ ਹੈ। ਨਾਨਕ ਜਪੀਐ ਸੱਚ ਨਾਮ ਹੋ ਸਦਾ ਸਦਾ ਕੁਰਬਾਨ। ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਇਹ ਭਾਈ ਅਸੀਂ ਤਾਂ ਇਹੀ ਤੱਤ ਕੱਢਿਆ ਕਿ ਜਿਹੜਾ ਸੱਚ ਸਰੂਪ ਵਾਹਿਗੁਰੂ ਹੈ ਉਸ ਨੂੰ ਜਪਣਾ ਚਾਹੀਦਾ, ਤੇ ਐਸੇ ਵਾਹਿਗੁਰੂ ਦੇ ਸੱਚੇ ਨਾਮ ਤੋਂ ਅਸੀਂ ਸਦਾ ਸਦਾ ਹਮੇਸ਼ਾ ਹਮੇਸ਼ਾ ਲਈ ਕੁਰਬਾਨ ਹਾਂ, ਸਦਕੇ ਜਾਂਦੇ ਹਾਂ, ਤੇ ਸਦਕੇ ਜਾਣਾ ਚਾਹੀਦਾ। ਸਾਨੂੰ ਪ੍ਰੇਰਨਾ ਦੇ ਰਹੇ ਨੇ ਸਤਿਗੁਰੂ। ਸ੍ਰੀ ਰਾਗ ਮਹੱਲਾ ਪੰਜਵਾਂ। ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਅਗਲਾ ਸ਼ਬਦ ਉਚਾਰਦੇ ਹਨ। ਉਦਮ ਕਰ ਹਰ ਜਾਪਣਾ ਵੱਡ ਭਾਗੀ ਧਨ ਖਾਟ। ਸਤਿਗੁਰੂ ਦਾ ਮੁੱਖ ਵਾਕ ਬਚਨ ਹੈ, ਆਹਰ ਸਭ ਕਰਦਾ ਫਿਰੈ ਆਹਰ ਇੱਕ ਨਾ ਹੋਏ। ਨਾਨਕ ਜਿਤ ਆਹਰ ਜਗ ਉਧਰੈ ਵਿਰਲਾ ਬੂਝੈ ਕੋਏ। ਹਜ਼ੂਰ ਕਹਿੰਦੇ ਨੇ ਹੋਰ ਇਹ ਉਦਮ ਬੜੇ ਕਰਦਾ ਮਨੁੱਖ, ਪਰ ਇੱਕ ਆਹਰ ਜਿਹੜਾ ਉਦਮ ਹੈ ਇਹਦੇ ਕੋਲੋਂ ਨਹੀਂ ਹੋ ਰਿਹਾ। ਜਿਸ ਆਹਰ ਉਦਮ ਕਰਕੇ ਜਗਤ ਦੇ ਜੀਆਂ ਦਾ ਉਧਾਰ ਹੋ ਸਕਦਾ, ਸਾਰਾ ਸੰਸਾਰ ਹੀ ਤਰ ਸਕਦਾ, ਉਸ ਉਦਮ ਨੂੰ ਕੋਈ ਵਿਰਲਾ ਹੀ ਬੁੱਝਦਾ ਸਮਝਦਾ ਹੈ। ਜਿਸ ਆਹਰ ਕਰਕੇ ਉਧਾਰ ਹੋਣਾ ਸੰਸਾਰ ਤੋਂ, ਉਸ ਆਹਰ ਨੂੰ ਕੋਈ ਵਿਰਲਾ ਪ੍ਰੇਮੀ ਸਤਿਗੁਰਾਂ ਦੇ ਉਪਦੇਸ਼ ਦੁਆਰਾ ਬੁੱਝਦਾ ਸਮਝਦਾ ਹੈ, ਤੇ ਫਿਰ ਉਹ ਇਹਦੇ ਨਾਲ ਜੁੜ ਜਾਂਦਾ। ਉਹ ਆਹਰ ਹੈ ਵਾਹਿਗੁਰੂ ਦੀ ਭਗਤੀ। ਉਦਮ ਕਰੇਂਦੇ ਆ ਜੀਓ ਤੂੰ ਕਮਾਵਦੇ ਆ ਸੁਖ ਪੁੰਚ। ਧਿਆਏ ਦਿਆ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ। ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਉਦਮ ਨਹੀਂ ਛੱਡਣਾ ਚਾਹੀਦਾ, ਜੜ ਨਹੀਂ ਬਣ ਜਾਣਾ ਚਾਹੀਦਾ, ਔਰ ਉਦਮ ਕਰਕੇ ਹਰੀ ਪ੍ਰਮਾਤਮਾ ਨੂੰ ਜਪਣਾ ਹੈ। ਜਪਣਾ ਦਾ ਅਰਥ ਜਾਣਨਾ ਵੀ ਹੈ। ਵੈਸੇ ਸੋ ਜਾਪੈ ਜਿਸ ਸਤਿਗੁਰ ਪੂਰਾ, ਉਹ ਜਾਣਦਾ ਜਿਹਦੇ ਸਤਿਗੁਰੂ ਪੂਰੇ ਹਨ। ਸੋ ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਉਦਮ ਕਰਕੇ ਹਰੀ ਪ੍ਰਮਾਤਮਾ ਨੂੰ ਜਪਣਾ ਹੈ ਤੇ ਜਪ ਕੇ ਜਾਣਨਾ ਹੈ। ਵੱਡ ਭਾਗੀ ਧਨ ਖਾਟ, ਤੇ ਵੱਡ ਭਾਗੀ ਇੰਜ ਬਣੇਗਾ ਵਾਹਿਗੁਰੂ ਦੇ ਨਾਮ ਦੇ ਧਨ ਨੂੰ ਖੱਟ ਲਵੇਂ ਤਾਂ ਫਿਰ ਤੂੰ ਵੱਡ ਭਾਗੀ ਬਣ ਜਾਏਗਾ, ਵੱਡਿਆਂ ਭਾਗਾਂ ਵਾਲਾ ਬਣ ਜਾਏਗਾ। ਇਸ ਰੱਬ ਦੇ ਨਾਮ ਦੇ ਧਨ ਦੀ ਖੱਟੀ ਖੱਟ ਲੈ ਤਾਂ। ਸੰਤ ਸੰਗ ਹਰ ਸਿਮਰਨਾ ਮਲ ਜਨਮ ਜਨਮ ਕੀ ਕਾਟ। ਸੰਤ ਜਨਾਂ ਗੁਰਮੁਖ ਪਿਆਰਿਆਂ ਦੀ ਸੰਗਤ ਵਿੱਚ ਮਿਲ ਕੇ, ਸਤ ਸੰਗਤ ਵਿੱਚ ਮਿਲ ਕੇ ਹਰੀ ਪ੍ਰਮਾਤਮਾ ਦਾ ਜੇ ਸਿਮਰਨਾ ਕਰੇ ਤਾਂ ਇਹ ਜਿਹੜੀ ਜਨਮਾਂ ਜਨਮਾਂਤਰਾਂ ਦੀ ਮੈਲ ਇਸ ਮਨ ਨੂੰ ਚੰਬੜੀ ਹੋਈ ਹੈ ਨਾ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸਿਆਹ ਹੋ। ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਇਸ ਤਰ੍ਹਾਂ ਜਨਮ ਧਾਰਨ ਕਰਕੇ ਅਨੇਕਾਂ ਸਰੀਰ ਧਾਰਨ ਕਰਕੇ ਜੋ ਕਰਮ ਕੀਤੇ ਸੰਸਕਾਰ ਬਣਦੇ ਗਏ, ਜੋ ਮੈਲ ਬਣ ਕੇ ਚੰਬੜ ਗਏ ਮਨ ਦੇ ਤਾਈਂ, ਉਹ ਜਨਮਾਂ ਜਨਮਾਂਤਰਾਂ ਦੀ ਜਿਹੜੀ ਮੈਲ ਲੱਗੀ ਹੋਈ ਹੈ। ਜਿਵੇਂ ਹਜ਼ੂਰ ਨੇ ਕਿਹਾ ਮਾਘ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਹਰ ਕਾ ਨਾਮ ਧਿਆਏ ਸੁਣ। ਸੋ ਇਸ ਪ੍ਰਕਾਰ ਹਰ ਕਾ ਨਾਮ ਧਿਆਏ ਸੁਣ, ਹਰੀ ਦੇ ਨਾਮ ਨੂੰ ਧਿਆਏ ਤੇ ਸੁਣੇ ਤਾਂ ਇੰਜ ਜਿਹੜੀ ਮੈਲ ਹੈ ਤੇਰੀ ਉਤਰੇਗੀ। ਮਾਘ ਮਜਨ ਸੰਗ ਸਾਧੂਆ ਧੂੜੀ ਕਰ ਇਸ਼ਨਾਨ ਹਰ ਕਾ ਨਾਮ ਧਿਆਏ ਸੁਣ। ਸੋ ਇਹ ਇਸ ਤਰ੍ਹਾਂ ਹਜ਼ੂਰ ਕਹਿੰਦੇ ਮਲ ਜਨਮ ਜਨਮ ਕੀ ਕਾਟ। ਜਨਮਾਂ ਜਨਮਾਂਤਰਾਂ ਦੀ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾ। ਜਨਮਾਂ ਅਨੇਕਾਂ ਦੀ, ਜਨਮ ਦੇ ਮੰਮੇ ਅੱਖਰ ਨੂੰ ਔਂਕੜ ਹੈ ਨਹੀਂ, ਕਰਮ ਦੇ ਮੰਮੇ ਅੱਖਰ ਨੂੰ ਵੀ ਔਂਕੜ ਹੈ ਨਹੀਂ। ਮਤਲਬ ਅਨੇਕਾਂ ਜਨਮਾਂ ਦੀ ਤੇ ਅਨੇਕਾਂ ਕਰਮਾਂ ਦੀ, ਜਿਹੜੇ ਉਹਨਾਂ ਜਨਮਾਂ 'ਚ ਕਰਮ ਕੀਤੇ ਨੇ ਉਹਨਾਂ ਕਰਮਾਂ ਦੀ ਮੈਲ ਹੀ ਲੱਗੀ ਹੋਈ ਹੈ ਮਨ ਨੂੰ। ਇਸ ਤਰ੍ਹਾਂ ਜਨਮਾਂ ਜਨਮਾਂਤਰਾਂ ਦੀ ਜਿਹੜੀ ਮੈਲ ਤੂੰ ਕੱਟ ਲਵੇਂ ਤੇ ਤੇਰਾ ਉਧਾਰ ਹੋਵੇਗਾ। ਮਨ ਮੇਰੇ ਰਾਮ ਨਾਮ ਜਪ ਜਾਪ। ਹਜ਼ੂਰ ਕਹਿੰਦੇ ਨੇ ਆਪਣੇ ਮਨ ਨੂੰ ਸਮਝਾਓ, ਇੰਜ ਕਹੋ ਮੇਰੇ ਮਨਾ ਰਮਿਆ ਹੋਇਆ ਜੋ ਰਾਮ ਵਿਆਪਕ ਹੈ ਵਾਹਿਗੁਰੂ ਪਰਮਾਤਮਾ, ਉਸ ਦੇ ਨਾਮ ਜਪਦਾ ਤੂੰ ਜਾਪ ਕਰ। ਉਸ ਪਰਮਾਤਮਾ ਦੇ ਨਾਮ ਨੂੰ ਜਪ, ਇੰਜ ਤੂੰ ਜਾਪ ਜਾਣ ਵੀ ਲਏਗਾ। ਉਸ ਦੇ ਨਾਮ ਨੂੰ ਜਪਣ ਦਾ ਜਾਪ ਕਰ। ਵਾਹਿਗੁਰੂ ਦੇ ਰਾਮ ਦੇ ਨਾਮ ਦਾ ਜਾਪ ਜਪ, ਇੰਜ ਤੇਰੀ ਕਲਿਆਣ ਹੋ ਜਾਏਗੀ। ਫਿਰ ਕੀ ਮਿਲੇਗਾ ਜੀ? ਮਨ ਇੱਛੇ ਫਲ ਪੁੰਚ ਤੂੰ ਸਭ ਚੁਕੈ ਸੋਗ ਸੰਤਾਪ। ਇੱਕ ਵਾਹਿਗੁਰੂ ਦਾ ਨਾਮ ਹੈ ਜਿਹਦੇ ਵਿੱਚ ਬੇਅੰਤ ਬਰਕਤਾਂ ਹਨ। ਇੱਕ ਤਾਂ ਮਨ ਦੀ ਇੱਛਾ ਦੇ ਅਨੁਸਾਰ ਫਲ ਪ੍ਰਾਪਤ ਹੋਣਗੇ, ਉਹਨਾਂ ਨੂੰ ਪੁੰਚ ਭੋਗ ਲਏਗਾ ਤੂੰ।
ਪੁੰਚ ਖਾਣਾ। ਮਨ ਛੇ ਫਲ ਪੁੰਜ ਖਾ, ਤੇ ਸਭ ਚੂਕੈ ਸੋਗ ਸੰਤਾਪ। ਹਰ ਤਰ੍ਹਾਂ ਦਾ ਜਿਹੜਾ ਸੋਗ ਹੈ ਮਨ ਨੂੰ ਝੋਰੇ ਲੱਗਦੇ ਹਨ, ਚਿੰਤਾ ਵਿਆਪਦੀ ਹੈ, ਤੇ ਸੰਤਾਪ ਕਲੇਸ਼ ਜੋ ਵਿਆਪਦੇ ਹਨ। ਸਾਰਾ ਸੋਗ ਸਾਰਾ ਸੰਤਾਪ ਮਨ ਦਾ ਰਾਗ ਦਵੈਸ਼ ਛਬੀ ਨਿਵੇਸ਼ ਅਵਿਦਿਆ ਅਸਮਤਾ ਆਦਿਕ ਜਿਹੜੇ 5 ਕਲੇਸ਼ ਮੰਨੇ ਹਨ, ਇਹ ਸਾਰਾ ਕੁਛ ਹੀ ਚੂਕੈ ਦੂਰ ਹੋ ਜਾਏਗਾ, ਮਿਟ ਜਾਏਗਾ, ਕੁਛ ਨਹੀਂ ਰਵੇਗਾ ਅੰਦਰ। ਐਨ ਮਨ ਨੂੰ ਸ਼ਾਂਤੀ ਮਿਲ ਜਾਏਗੀ, ਤੇ ਹੋਰ ਵੀ ਜਿਹੜੀਆਂ ਇੱਛਾ ਹਨ ਮਨ ਦੀਆਂ ਪੂਰੀਆਂ ਹੋ ਜਾਣਗੀਆਂ। ਜੋ ਜੋ ਮਨ 'ਚ ਤੂੰ ਇੱਛਾ ਕਰਦਾ ਰਿਹਾ ਉਹ ਫਲ ਵੀ ਭੋਗਣ ਨੂੰ ਮਿਲ ਜਾਣਗੇ ਤੈਨੂੰ। ਰਹਾਓ ਜਿਸ ਕਾਰਨ ਤਨ ਧਾਰਿਆ ਸੋ ਪ੍ਰਭ ਡਿਠਾ ਨਾਲ। ਜਿਸ ਪਰਮਾਤਮਾ ਦੇ ਕਾਰਨ ਹੀ ਤੂੰ ਤਨ ਸਰੀਰ ਧਾਰਿਆ ਹੈ, ਜਿਹਦੀ ਬਖਸ਼ਿਸ਼ ਨਾਲ ਤੈਨੂੰ ਸਰੀਰ ਪ੍ਰਾਪਤ ਹੋਇਆ, ਜਾਂ ਜਿਸ ਦਾ ਨਾਮ ਜਪਣ ਵਾਸਤੇ ਤੂੰ ਤਨ ਧਾਰ ਕੇ ਆਇਆ ਨਾ ਮਨੁੱਖਾ ਦੇਈ, ਦੁਲੱਭ ਜਨਮ ਪੁੰਨ ਫਲ ਪਾਇਓ। ਸੋ ਇਸ ਪ੍ਰਕਾਰ ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ। ਗੁਰਾਂ ਦੀ ਸੇਵਾ ਤੇ ਭਗਤੀ ਕਮਾਉਣ ਵਾਸਤੇ ਤਾਂ ਤੈਨੂੰ ਇਹ ਦੇਹੀ ਜਿਹੜੀ ਆ ਨਾ ਮਿਲੀ ਹੈ। ਇਸ ਪ੍ਰਕਾਰ ਸੋ ਪ੍ਰਭ ਡਿਠਾ ਨਾਲ, ਉਹ ਪ੍ਰਭੂ ਪਰਮਾਤਮਾ ਨਾਲ ਹੀ ਵੇਖ ਲਿਆ, ਨਾਲ ਹੀ ਵਸਦਾ ਹੋਇਆ। ਜਲ ਥਲ ਮਹੀਲ ਪੂਰਿਆ ਪ੍ਰਭ ਆਪਣੀ ਨਦਰ ਨਿਹਾਲ। ਜਿਨ੍ਹਾਂ ਨੇ ਇੰਜ ਵਾਹਿਗੁਰੂ ਦਾ ਸਿਮਰਨ ਕੀਤਾ ਉਹ ਪਰਮਾਤਮਾ ਨੂੰ ਨਾਲ ਉਹਨਾਂ ਵਸਦਾ ਹੋਇਆ ਵੇਖ ਲਿਆ, ਡਿੱਠ ਲਿਆ, ਤੇ ਪਤਾ ਲੱਗ ਗਿਆ ਉਹਨਾਂ ਨੂੰ ਜਲਾਂ ਵਿੱਚ ਥਲਾਂ ਵਿੱਚ ਮਹੀ ਧਰਤੀ ਅਲ ਆਕਾਸ਼ ਤੱਕ ਜਿੰਨਾ ਵੀ ਇਹ ਪੁਲਾੜ ਹੈ, ਜਲਾਂ ਥਲਾਂ ਆਕਾਸ਼ ਧਰਤੀ ਸਭ ਦੇ ਅੰਦਰ ਪੂਰਿਆ ਪੂਰਨ ਹੋ ਰਿਹਾ ਵਾਹਿਗੁਰੂ। ਪ੍ਰਭ ਆਪਣੀ ਨਜ਼ਰ ਨਿਹਾਲ, ਉਹ ਪ੍ਰਭੂ ਆਪਣੀ ਮਿਹਰ ਦੀ ਨਜ਼ਰ ਦੁਆਰਾ ਨਿਹਾਲ ਕਰ ਦਿੰਦਾ ਹੈ। ਜੇ ਪ੍ਰਮਾਤਮਾ ਆਪਣੀ ਮਿਹਰ ਦੀ ਨਜ਼ਰ ਨਾਲ ਨਿਹਾਲ ਕਰਕੇ ਵੇਖੇ ਤਾਂ ਫਿਰ ਪਤਾ ਲੱਗੇਗਾ ਵੀ ਜਲਾਂ ਥਲਾਂ ਮਹੀਲ ਸਭ ਪਾਸੇ ਪੂਰਨ ਹੋ ਰਿਹਾ ਵਾਹਿਗੁਰੂ। ਮਨ ਤਨ ਨਿਰਮਲ ਹੋਇਆ ਲਾਗੀ ਸਾਚ ਪ੍ਰੀਤ। ਜਦੋਂ ਉਹਦਾ ਸਿਮਰਨ ਕਰਦਿਆਂ ਮਨ ਤੇ ਤਨ ਦੋਵੇਂ ਨਿਰਮਲ ਉਜਲ ਤੇ ਪਵਿੱਤਰ ਹੋ ਜਾਣ ਤਾਂ ਉਹ ਸੱਚ ਸਰੂਪ ਪਰਮਾਤਮਾ ਨਾਲ ਹੀ ਪ੍ਰੀਤ ਰਹਿ ਜਾਂਦੀ ਹੈ, ਹੋਰ ਕਿਸੇ ਨਾਲ ਲਗਾਓ ਨਹੀਂ ਰਹਿੰਦਾ। ਪ੍ਰੀਤਾਂ ਝੂਠੀਆਂ ਹਨ। ਸੋ ਇਸ ਪ੍ਰਕਾਰ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ ਤੁਮ ਸਿਓ ਜੋਰ ਅਵਰ ਸੰਗ ਤੋਰੀ ਵਾਲੀ ਅਵਸਥਾ ਮਿਲ ਜਾਂਦੀ ਹੈ। ਚਰਨ ਭਜੇ ਪਾਰ ਬ੍ਰਹਮ ਕੇ ਸਭ ਜਪ ਤਪ ਤਿਨ ਹੀ ਕੀਤ। ਜਿਨ੍ਹਾਂ ਨੇ ਵਾਹਿਗੁਰੂ ਦੇ ਚਰਨਾਂ ਦਾ ਭਜਨ ਕੀਤਾ ਹੈ, ਚਰਨ ਪ੍ਰਮਾਤਮਾ ਦੇ ਨਾਮ ਹੀ ਹੈ। ਸੋ ਇਸ ਪ੍ਰਕਾਰ ਚਿੱਤ ਚਰਨ ਨਾਮ ਜਾਂ ਹਿਰਦੈ ਚਰਨ ਸ਼ਬਦ ਸਤਿਗੁਰੂ ਕੋ ਨਾਨਕ ਬੰਧਿਓ ਪਾਲ। ਐਸੇ ਚਰਨਾਂ ਨੂੰ ਪਾਰ ਬ੍ਰਹਮ ਦੇ ਚਰਨਾਂ ਦਾ ਜਿਹਨੇ ਭਜਨ ਕੀਤਾ ਹੈ, ਸਭ ਜਪ ਤਪ ਤਿਨ ਹੀ ਕੀਤ। ਉਹਨਾਂ ਨੇ ਸਾਰੇ ਜਪ ਸਾਰੇ ਤਪ ਕਰ ਲਏ ਸਮਝੋ। ਸਾਰਿਆਂ ਜਪਾਂ ਤਪਾਂ ਸਭ ਦਾ ਫਲ ਮਿਲ ਗਿਆ ਜਿਨ੍ਹਾਂ ਨੇ ਵਾਹਿਗੁਰੂ ਦੇ ਚਰਨਾਂ ਦਾ ਭਜਨ ਕੀਤਾ ਹੈ। ਰਤਨ ਜਵੇਹਰ ਮਾਣਿਕਾ ਅੰਮ੍ਰਿਤ ਹਰ ਕਾ ਨਾਮ। ਜਿਹੜਾ ਹਰੀ ਪਰਮੇਸ਼ਰ ਦਾ ਅੰਮ੍ਰਿਤ ਸਰੀਖਾ ਨਾਮ ਹੈ ਨਾ, ਅੰਮ੍ਰਿਤ ਰਸ ਦੇ ਵਿੱਚ ਆਤਮਿਕ ਮੌਤ ਤੋਂ ਰਹਿਤ ਕਰਨ ਵਾਲਾ, ਆਤਮਿਕ ਜੀਵਨ ਦੇਣ ਵਾਲਾ, ਇਹ ਹਰੀ ਦਾ ਨਾਮ ਮਹਾਨ ਅਮੋਲਕ ਹੈ, ਜਿਵੇਂ ਰਤਨ ਜਵੇਹਰ ਤੇ ਮਾਣਕ ਹੁੰਦੇ ਨੇ। ਸੋ ਇਸ ਪ੍ਰਕਾਰ ਇਹ ਤਸ਼ਬੀਹ ਦਿੱਤੀ ਹੈ। ਵੈਸੇ ਦੁਨਿਆਵੀ ਰਤਨ ਜਵਾਹਰ ਤੇ ਮਾਣਕ ਇਹ ਤਾਂ ਬਰਾਬਰ ਪੁੱਜ ਨਹੀਂ ਸਕਦੇ। ਜਿਵੇਂ ਕਿ ਮੱਤ ਵਿੱਚ ਰਤਨ ਜਵਾਹਰ ਮਾਣਕ ਜੇ ਕਿ ਗੁਰੂ ਕੀ ਸਿੱਖ ਸੁਣੀ। ਹੁਣ ਮੱਤ ਦੇ ਅੰਦਰ ਇਹ ਬਾਹਰੀ ਜਿਹੜੇ ਰਤਨ ਆ ਉਹ ਥੋੜ੍ਹਾ ਹੁੰਦੇ ਆ। ਸ਼ੁਭ ਗੁਣ ਵਿਰਾਗ ਗਿਆਨ ਨਾਮ ਮਾਣਕ ਮੋਤੀ ਨਾਮ ਪ੍ਰਭ ਜਿਸ ਲੱਗਾ ਨਾ ਹੀ ਸੰਨ। ਸੋ ਇਸ ਪ੍ਰਕਾਰ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੀ ਮਾਣਕ ਹੈ, ਜਵੇਹਰ ਹੈ, ਰਤਨ ਹੈ। ਸੂਖ ਸਹਿਜ ਆਨੰਦ ਰਸ ਜਨ ਨਾਨਕ ਹਰ ਗੁਣ ਗਾਓ। ਹਜ਼ੂਰ ਕਹਿੰਦੇ ਨੇ ਕਿਉਂ ਕਹਿ ਰਹੇ ਆ ਪਰਮੇਸ਼ਰ ਦੇ ਨਾਮ ਨੂੰ ਏਡਾ ਮਹਾਨ? ਕਿਉਂਕਿ ਆਤਮਿਕ ਸੁਖ, ਆਤਮਿਕ ਸ਼ਾਂਤੀ, ਟਿਕਾ ਵਾਲੀ ਅਵਸਥਾ, ਮਾਨਸਿਕ ਅਡੋਲਤਾ ਵਾਲੀ ਤੇ ਆਤਮਿਕ ਆਨੰਦ ਦਾ ਜੋ ਰਸ ਹੈ ਉਹ ਵਾਹਿਗੁਰੂ ਦੇ ਨਾਮ ਵਿੱਚੋਂ ਹੀ ਪ੍ਰਾਪਤ ਹੁੰਦਾ ਹੈ। ਜਨ ਨਾਨਕ ਹਰ ਗੁਣ ਗਾਓ। ਸਤਿਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਕਿ ਵਾਹਿਗੁਰੂ ਦੇ ਜਨ ਬਣ ਕੇ ਹਰੀ ਪਰਮੇਸ਼ਰ ਦੇ ਗੁਣਾਂ ਨੂੰ ਹੀ ਗਾਓ। ਇੱਥੋਂ ਹੀ ਇਹ ਸੁਖ ਸਹਿਜ ਤੇ ਆਨੰਦ ਦੇ ਰਸ ਦੀ ਪ੍ਰਾਪਤੀ ਹੋਵੇਗੀ। ਅੰਮ੍ਰਿਤ ਰਸ ਝਰਨਾ ਝਰਦਾ ਨਿਜਰੋਂ ਗੁਰਮੁਖ ਬਾਣੀ ਅਗੜ ਕਢਾਵਾ। ਇਸ ਪ੍ਰਕਾਰ ਦੀਆਂ ਅਵਸਥਾ ਪ੍ਰਾਪਤ ਹੋਣਗੀਆਂ। ਸ੍ਰੀ ਰਾਗ ਮਹੱਲਾ ਪੰਜਵਾਂ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਅਗਲਾ ਸ਼ਬਦ ਉਚਾਰਨ ਕਰਦੇ ਹਨ। ਸੋਈ ਸਾਸਤ ਸੌਣ ਸੋਏ ਜਿਤ ਜਪੀਐ ਹਰ ਨਾਮ। ਸੰਸਾਰ ਦੇ ਅੰਦਰ ਬੜੇ ਗ੍ਰੰਥ ਹੋਂਦ ਵਿੱਚ ਆਏ ਨੇ। ਗ੍ਰੰਥਾਂ ਨੂੰ ਸ਼ਾਸਤਰ ਕਿਹਾ ਜਾਂਦਾ। ਉਂਝ ਤਾਂ ਵੈਸੇ 6 ਸ਼ਾਸਤਰ ਨੇ। ਯੋਗ ਹੈ, ਮੀਮਾਂਸਾ ਹੈ, ਸ਼ਾਂਖ ਹੈ, ਨਿਆਏ ਹੈ, ਪਤੰਜਲ ਹੈ, ਵਿਦਾਂਤ ਹੈ, ਆਦਿਕ 6 ਸ਼ਾਸਤਰ ਨੇ। ਬਾਕੀ ਗ੍ਰੰਥਾਂ ਨੂੰ ਵੀ ਸ਼ਾਸਤਰ ਕਿਹਾ ਜਾਂਦਾ ਹੈ। ਫਲਾਣਾ ਸ਼ਾਸਤਰ ਪੜ੍ਹਿਆ, ਸ਼ਾਸਤਰ ਧਾਰਮਿਕ ਵਿੱਦਿਆ ਦਾ ਨਾਮ ਹੈ।
ਸ਼ਸਤਰ ਹਥਿਆਰ ਤੇ ਸ਼ਾਸਤਰ ਧਾਰਮਿਕ ਵਿਦਿਆ ਦੇ ਗ੍ਰੰਥ। ਔਰ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਭਾਈ ਅਸੀਂ ਤਾਂ ਕਹਿੰਦੇ ਹਾਂ ਕਿ ਉਹੀ ਸ਼ਾਸਤਰ ਸੋਹਣਾ ਚੰਗਾ ਹੈ, ਸਾਡੇ ਵਾਸਤੇ ਉਹੀ ਸ਼ਾਸਤਰ ਹੈ। ਉਹ ਸਾਉਣ ਦਾ ਅਰਥ ਹੈ ਸ਼ਗਨ ਜਾਂ ਸ਼ਗਨ, ਜਿਵੇਂ ਜੋਤਿਸ਼ ਵਿਦਿਆ ਦੇ ਗ੍ਰੰਥ ਹੈ ਜਿਨ੍ਹਾਂ ਸ਼ਗਨ ਆਦਿਕ ਲਿਖੇ ਹੋਏ ਆ, ਇਸ ਵੇਲੇ ਆਹ ਕਰੋ, ਇਸ ਵੇਲੇ ਆਹ ਕਰੋ। ਜੋਤਿਸ਼ ਵਾਲੇ ਜਿਵੇਂ ਵਹਿਮ ਭਰਮ ਕਈ ਤਰ੍ਹਾਂ ਦੇ ਪਾਉਂਦੇ ਆ, ਇਸ ਤਰ੍ਹਾਂ ਮਹਾਰਾਜ ਕਹਿੰਦੇ ਨੇ ਉਹ ਹੀ ਸਾਡਾ ਸ਼ਾਸਤਰ ਹੈ, ਉਹ ਹੀ ਜਿਹੜਾ ਸ਼ਗਨਾਂ ਵਾਲਾ ਸ਼ਾਸਤਰ ਹੈ ਜਾਂ ਜੋਤਿਸ਼ ਦਾ ਸ਼ਾਸਤਰ ਹੈ ਜਾਂ ਸ਼ਗਨ ਸਵਾਰਥ ਹਨ ਜਿਹੜੇ ਜਿਤ ਜਪੀਏ ਹਰਿ ਨਾਮ, ਜਿਸ ਦੁਆਰਾ ਵਾਹਿਗੁਰੂ ਪਰਮੇਸ਼ਰ ਦਾ ਹਰੀ ਦਾ ਨਾਮ ਜਪੀਏ ਉਹ ਹੀ ਸਭ ਕੁਝ ਹੈ। ਜਿਹੜੇ ਸ਼ਾਸਤਰ ਰਾਹੀਂ ਸਿੱਖਿਆ ਮਿਲਦੀ ਹੈ ਨਾ ਕਿ ਵਾਹਿਗੁਰੂ ਦਾ ਨਾਮ ਜਪਣਾ ਚਾਹੀਦਾ, ਸਾਡਾ ਤਾਂ ਭਾਈ ਉਹ ਹੀ ਸ਼ਾਸਤਰ ਹੈ, ਸਾਡਾ ਉਹ ਹੀ ਸ਼ਗਨ ਹੈ ਜਿਸ ਦੁਆਰਾ ਵਾਹਿਗੁਰੂ ਦੇ ਨਾਮ ਨੂੰ ਜਪੀਏ, ਭਜਨ ਕਰੀਏ। ਪਰਮੇਸ਼ਰ ਦੇ ਨਾਮ ਦਾ ਨਾਮ ਜਪਣ ਦੇ ਨਾਲ ਹੀ ਸਭ ਕੁਝ ਮਿਲ ਜਾਂਦਾ। ਅਥਵਾ ਸਤਿਗੁਰੂ ਮਹਾਰਾਜ ਜੀ ਸਾਡੇ ਸ਼ਾਸਤਰ ਤੇ ਸਾਉਣ ਸ਼ਗਨ ਰੂਪ ਹਨ, ਸ਼ਗਨ ਦੇ ਗ੍ਰੰਥ ਨੇ, ਕਿਉਂਕਿ ਗੁਰਾਂ ਦੁਆਰਾ ਹਰੀ ਦਾ ਨਾਮ ਜਪਿਆ ਜਾਂਦਾ। ਭਾਵ ਸਭ ਕੁਝ ਸਾਡੇ ਸਤਿਗੁਰੂ ਜੀ ਹੀ ਹਨ। ਕਿਉਂ ਅੱਗੇ ਬਚਨ ਆ ਰਿਹਾ, ਚਰਨ ਕਮਲ ਗੁਰ ਧਨ ਦੀਆ ਮਿਲਿਆ ਨਥਾਵੇਂ ਥਾਓ। ਗੁਰੂ ਮਹਾਰਾਜ ਜੀ ਨੇ ਇੱਕ ਸਾਨੂੰ ਧਨ ਬਖਸ਼ਿਆ ਹੈ, ਉਹ ਧਨ ਹੈ ਵਾਹਿਗੁਰੂ ਦੇ ਕਮਲ ਸਰੀਖੇ ਚਰਨ, ਜਿਹੜੇ ਸਾਡੇ ਹਿਰਦੇ 'ਚ ਫੜਾਤੇ ਸਾਨੂੰ ਮਨ ਰੂਪੀ ਹੱਥਾਂ 'ਚ, ਮਨ ਬੁੱਧ ਰੂਪੀ ਹੱਥਾਂ 'ਚ ਅਸੀਂ ਵਾਹਿਗੁਰੂ ਦੇ ਚਰਨ ਪਕੜ ਲਏ, ਜੋ ਕਮਲ ਵਰਗੇ ਸੋਹਣੇ ਹਨ, ਕਮਲ ਵਰਗੀ ਖੁਸ਼ਬੂ ਆ ਸ਼ੁਭ ਗੁਣਾਂ ਦੀ ਜਿਨ੍ਹਾਂ ਦੇ ਅੰਦਰ, ਜਿਹੜੇ ਚਰਨ ਨਿਰਲੇਪ ਹਨ ਸੰਸਾਰ ਦੇ ਵਿਕਾਰਾਂ ਤੋਂ। ਸੋ ਇਸ ਪ੍ਰਕਾਰ ਐਸਾ ਧਨ ਦੀਆ ਸੁਖ ਦਾਤਾ ਨਿਖੁੱਟ ਨ ਕਬਹੂ ਜਾਈ। ਭਾਵ ਵਾਹਿਗੁਰੂ ਦੇ ਨਾਮ ਦਾ ਧਨ ਸਤਿਗੁਰਾਂ ਨੇ ਦਿੱਤਾ ਤੇ ਮਿਲਿਆ ਨਥਾਵੇਂ ਥਾਉ। ਸਾਡੇ ਵਰਗੇ ਨਥਾਵੇਂ ਲੋਕਾਂ ਨੂੰ ਵੀ ਥਾਂ ਮਿਲ ਗਿਆ, ਜਿਨ੍ਹਾਂ ਦੇ ਤਾਈਂ ਸਤਿਗੁਰਾਂ ਨੇ ਇਹ ਚਰਨਾਂ ਕਮਲਾਂ ਦਾ ਧਨ ਬਖਸ਼ ਦਿੱਤਾ ਵਾਹਿਗੁਰੂ ਦੇ ਨਾਮ ਦਾ, ਉਹਨਾਂ ਨਥਾਵਿਆਂ ਨੂੰ ਵੀ ਥਾਂ ਮਿਲ ਗਿਆ ਹੈ। ਸਾਚੀ ਪੂੰਜੀ ਸੱਚ ਸੰਜਮੋ ਆਠ ਪਹਿਰ ਗੁਣ ਗਾਓ। ਅੱਠੇ ਪਹਿਰ ਗੁਣ ਗਾਉਣੇ ਵਾਹਿਗੁਰੂ ਪਰਮਾਤਮਾ ਦੇ, ਇਹੋ ਹੀ ਸੱਚੀ ਪੂੰਜੀ ਹੈ, ਇਹੋ ਹੀ ਸੱਚਾ ਸੰਜਮ ਹੈ। ਸੱਚ ਨਾਲ ਜੁੜਨਾ ਸਦੀਵੀ ਨਿਭਣ ਵਾਲੀ ਪੂੰਜੀ ਪ੍ਰਾਪਤ ਹੁੰਦੀ ਹੈ। ਸੋ ਇਸੇ ਪ੍ਰਕਾਰ ਸੱਚ ਸਰੂਪ ਵਾਹਿਗੁਰੂ ਦੇ ਨਾਮ ਨਾਲ ਜੁੜਨਾ, ਇਹਦੇ ਦੁਆਰਾ ਇੰਦਰੀਆਂ ਦਾ ਸੰਜਮ ਵੀ ਆਪਣੇ ਆਪ ਹੀ ਹੋ ਜਾਂਦਾ। ਅਸਲ ਵਿੱਚ ਮਨ ਦੀ ਅਵਸਥਾ ਹੀ ਬਦਲੇ ਤਾਂ ਹੀ ਪੂਰਾ ਸੰਜਮ ਹੁੰਦਾ। ਉਂਝ ਤਾਂ ਬਾਹਰੀ ਤੌਰ 'ਤੇ ਕੰਟਰੋਲ ਕਰਨ ਦਾ ਯਤਨ ਕਰੀਦਾ ਇੰਦਰੀਆਂ ਨੂੰ, ਵੀ ਬੇਗਾਨਾ ਰੂਪ ਨਾ ਤੱਕਣ, ਅੱਖਾਂ ਤੇ ਕੰਨ ਨਿੰਦਿਆ ਚੁਗਲੀ ਸੰਸਾਰ ਦੀਆਂ ਵਿਕਾਰਾਂ ਦੀਆਂ ਗੱਲਾਂ ਨਾ ਸੁਣਨ, ਜੀਭ ਬੁਰਾ ਨਾ ਬੋਲੇ। ਇਹ ਯਤਨ ਕਰਕੇ ਰੋਕਣ ਦਾ ਯਤਨ ਲੋਕ ਕਰਦੇ ਆ, ਆਪਣੀ ਮਿਹਨਤ ਨਾਲ ਸੰਜਮ ਕਰਨ ਦਾ ਯਤਨ ਕਰਦੇ ਨੇ, ਪਰ ਉਦੋਂ ਤੱਕ ਪੂਰਾ ਸੰਜਮ ਹੋ ਨਹੀਂ ਸਕਦਾ ਜਦੋਂ ਤੱਕ ਮਨ ਦਾ ਸੁਧਾਰ ਨਾ ਹੋਏ। ਮਨ ਸੁਧਾਰਿਆ ਜਾਏ ਤੇ ਇਹ ਜ਼ਬਾਨ ਵੀ ਚੁੱਪ ਹੋ ਜਾਂਦੀ ਹੈ, ਬੋਲਣ ਨੂੰ ਦਿਲ ਨਹੀਂ ਕਰਦਾ, ਉਹ ਬੇਪਰਵਾਹ ਨਾ ਬੋਲਣੀ। ਸੋ ਇਸ ਪ੍ਰਕਾਰ ਜਦੋਂ ਮਨ ਦੀ ਅਵਸਥਾ ਬਦਲ ਜਾਏ ਤੇ ਫਿਰ ਨੇਤਰ ਵੀ ਸਾਰੀ ਸ੍ਰਿਸ਼ਟੀ ਵਿੱਚ ਪਰਮਾਤਮਾ ਦੀ ਜੋਤ ਨੂੰ ਤੱਕਦੇ ਆ। ਜੇਤਾ ਪੇਖਣ ਤੇਤਾ ਧਿਆਨ, ਜੇਤਾ ਸੁਣਨਾ ਤੇਤਾ ਨਾਮ। ਜੋ ਵੀ ਸੁਣਨਾ ਉਹਨਾਂ ਕੰਨਾਂ ਦੁਆਰਾ ਨਾਮ ਹੀ ਸੁਣਾਈ ਦਿੰਦਾ ਉਹਨਾਂ ਨੂੰ, ਕਿਉਂਕਿ ਸੁਰਤ ਉਸ ਪਾਸੇ ਆ, ਨਾਮ ਵਾਲੇ ਪਾਸੇ ਹੋਰ ਗੱਲਾਂ ਸੰਸਾਰ ਦੀਆਂ ਸੁਣਦੀਆਂ ਨਹੀਂ ਹਨ। ਸੋ ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਕਿ ਇਹ ਸੱਚੀ ਪੂੰਜੀ ਵਾਹਿਗੁਰੂ ਦੇ ਨਾਮ ਦੀ ਨਾਲ ਨਿਭਣ ਵਾਲੀ, ਸੱਚ ਸਰੂਪ ਪਰਮੇਸ਼ਰ ਨਾਲ ਜੁੜਨਾ ਹੀ ਵੱਡਾ ਸੰਜਮ ਹੈ। ਅੱਠੇ ਪਹਿਰ ਵਾਹਿਗੁਰੂ ਪਰਮਾਤਮਾ ਦੇ ਗੁਣ ਗਾਓ ਭਾਈ। ਕਰ ਕਿਰਪਾ ਪ੍ਰਭ ਭੇਟਿਆ ਮਰਨ ਨਾ ਆਵਣ ਜਾਓ। ਵਾਹਿਗੁਰੂ ਦੀ ਕਿਰਪਾ ਹੋਈ ਤਾਂ ਪ੍ਰਭੂ ਪਰਮਾਤਮਾ ਨੂੰ ਭੇਟਿਆ, ਮਿਲਾਪ ਹੋਇਆ। ਪਰਮਾਤਮਾ ਨੇ ਕਿਰਪਾ ਕਰਕੇ ਸਾਨੂੰ ਮਿਲਾ ਲਿਆ। ਹੁਣ ਫਿਰ ਜਦੋਂ ਮਿਲਾ ਲਿਆ ਜਿਸ ਨੂੰ, ਤੇ ਉਹਦਾ ਨਾ ਮਰਨ ਹੋਵੇਗਾ ਨਾ ਆਉਣਾ ਨਾ ਜਾਣਾ। ਇੱਕ ਹੈ ਆਵਨ ਫਿਰ ਜੋਨ ਨਾ ਆਇਆ, ਨਾਨਕ ਹਰਿ ਕੈ ਦਰਸ ਸਮਾਇਆ। ਸੋ ਇਸ ਪ੍ਰਕਾਰ ਆਉਣਾ ਜਾਣ ਦਾ ਤੇ ਮਰਨ ਦਾ, ਜੰਮਣ ਦਾ ਬੰਧਨ ਨਹੀਂ ਕੋਈ ਰਹਿ ਜਾਂਦਾ। ਮੇਰੇ ਮਨ ਹਰ ਭਜ ਸਦਾ ਇੱਕ ਰੰਗ। ਮਨ ਨੂੰ ਮੁਖਾਤਬ ਹੋ ਕੇ ਉਪਦੇਸ਼ ਦੇ ਰਹੇ ਸਤਿਗੁਰੂ ਸਾਡੇ ਤਾਈਂ ਕਿ ਆਪਣੇ ਮਨ ਨੂੰ ਸਮਝਾ ਲਓ, ਹੇ ਮੇਰੇ ਮਨਾ। ਇਹ ਉੱਤਮ ਬਖਤੇ ਦੇ ਰੂਪ ਵਿੱਚ ਉਪਦੇਸ਼ ਹੈ ਰਹਾਉ ਦੀਆਂ ਪੰਕਤੀਆਂ 'ਚ। ਮੇਰੇ ਮਨਾ ਹਰੀ ਪਰਮਾਤਮਾ ਦਾ ਭਜਨ ਕਰ ਤੇ ਸਦਾ ਇੱਕ ਵਾਹਿਗੁਰੂ ਦੇ ਰੰਗ ਵਿੱਚ ਰਚ ਜਾ। ਇੱਕ ਪਰਮਾਤਮਾ ਦੇ ਰੰਗ ਵਿੱਚ ਇਕਾਗਰ ਹੋ ਕੇ ਜੁੜ, ਇਕਾਗਰ ਹੋ ਕੇ ਇੱਕ ਰੰਗ ਰਹੋ। ਇੱਕ ਜਿਹੜਾ ਰੰਗ ਹੈ ਵਾਹਿਗੁਰੂ ਦੇ ਪ੍ਰੇਮ ਦਾ, ਉਸ ਰੰਗ ਵਿੱਚ ਸਦਾ ਵਾਸਤੇ ਜੁੜ, ਰੰਗਿਆ ਜਾ, ਹਰੀ ਦਾ ਭਜਨ ਕਰਦਾ ਹੋਇਆ। ਘਟ ਘਟ ਅੰਤਰ ਰਵ ਰਹਿਆ ਸਦਾ ਸਹਾਈ ਸੰਗ। ਤੂੰ ਸਾਡੇ ਬਚਨਾਂ 'ਤੇ ਵਿਸ਼ਵਾਸ ਕਰ ਕਿ ਸਾਰਿਆਂ ਹਿਰਦਿਆਂ ਦੇ ਅੰਦਰ ਵਾਹਿਗੁਰੂ ਜੀ ਸਮਾਏ ਹੋਏ ਨੇ, ਅਭੇਦ ਹੋ ਰਹੇ ਨੇ, ਵਿਆਪਕ ਹੋ ਰਹੇ ਨੇ।
ਤੇ ਸਦਾ ਹੀ ਸੰਗ ਸਾਥ ਰਹਿ ਕੇ ਸਹਾਇਤਾ ਕਰਦੇ ਨੇ। ਤੂੰ ਉਸ ਨੂੰ ਹਰ ਸੰਗ ਸਹਾਈ ਪਾਇਆ ਵਾਲੀ ਅਵਸਥਾ ਪ੍ਰਾਪਤ ਕਰ ਕਿ ਵਾਹਿਗੁਰੂ ਪ੍ਰਮਾਤਮਾ ਮੇਰੇ ਸੰਗ ਰਹਿ ਕੇ ਸਹਾਇਤਾ ਕਰਨ ਵਾਲਾ ਸਹਾਈ ਹੈ ਮੇਰਾ ਵਾਹਿਗੁਰੂ। ਇਸ ਤਰ੍ਹਾਂ ਤੂੰ ਪ੍ਰਾਪਤ ਕਰੇਗਾ, ਜਾਣ ਲਏਗਾ, ਇਹ ਦਾਤ ਮਿਲ ਜਾਏਗੀ। ਉਹ ਸਦਾ ਨਾਲ ਰਹਿ ਕੇ ਸਹਾਈ ਹੁੰਦਾ। ਸੋ ਇਸ ਤਰ੍ਹਾਂ ਘਟ ਘਟ ਅੰਦਰ ਰਵ ਰਿਹਾ, ਭੇਦ ਹੋ ਰਿਹਾ, ਇਸ ਕਰਕੇ ਉਹਦੇ ਇੱਕ ਦੇ ਰੰਗ ਵਿੱਚ ਹੀ ਰੰਗਿਆ ਜਾ ਰਹਾਓ। ਸੁਖਾਂ ਕੀ ਮਿੱਤ ਕਿਆ ਗਣੀ ਜਾਂ ਸਿਮਰੀ ਗੋਵਿੰਦ। ਜੇ ਮੈਂ ਵਾਹਿਗੁਰੂ ਪ੍ਰਮਾਤਮਾ ਦਾ ਸਿਮਰਨ ਕਰਦਾ ਹਾਂ ਤੇ ਏਡਾ ਮਹਾਨ ਸੁਖ ਅਨੁਭਵ ਕਰਦਾ ਹਾਂ ਕਿ ਸੁਖਾਂ ਕੀ ਮਿੱਤ ਕਿਆ ਗਣੀ। ਜਿਹੜੇ ਅੰਦਰ ਸੁਖ ਪ੍ਰਾਪਤ ਹੁੰਦੇ ਆ ਸਿਮਰਨ ਕਰਦੇ ਆ, ਉਹਨਾਂ ਦੀ ਮਿਣਤੀ ਗਿਣਤੀ ਕੀ ਗਿਣ ਕੇ ਵੇਖੀਏ। ਮਿੱਤ ਮਿਣਤੀ ਭਾਵ ਉਹਨਾਂ ਦਾ ਵਿਸਥਾਰ ਕਿੰਨਾ ਹੈ, ਕਿੱਡੇ ਕੁ ਵੱਡੇ ਉਹ ਸੁਖ ਨੇ। ਉਹਨਾਂ ਸੁੱਖਾਂ ਦੇ ਬਰਾਬਰ ਹੋਰ ਕੋਈ ਸੁਖ ਹੈ ਕਿਤੇ ਨਹੀਂ। ਜੋ ਵਾਹਿਗੁਰੂ ਦਾ ਸਿਮਰਨ ਕਰਕੇ ਅੰਦਰ ਸੁਖ ਪ੍ਰਤੀਤ ਹੁੰਦਾ, ਅਨੁਭਵ ਹੁੰਦਾ, ਸੋ ਉਹਨਾਂ ਸੁੱਖਾਂ ਦੀ ਮਿਣਤੀ ਕੀ ਗਿਣਤੀ ਵਿੱਚ ਕਰੀਏ, ਕੀ ਮਿਣੀਏ ਕੀ ਗਿਣੀਏ ਉਹਨਾਂ ਸੁੱਖਾਂ ਨੂੰ। ਜਿਨ ਚਾਖਿਆ ਸੇ ਤ੍ਰਿਪਤਾਸਿਆ ਉਹ ਰਸ ਜਾਣੈ ਜਿੰਦ। ਜਿਨ੍ਹਾਂ ਨੇ ਚਖਿਆ ਹੈ ਵਾਹਿਗੁਰੂ ਜੀ ਦੇ ਨਾਮ ਦੇ ਰਸ ਨੂੰ, ਸੇ ਤ੍ਰਿਪਤਾਸਿਆ ਉਹ ਤ੍ਰਿਪਤ ਹੋ ਗਏ ਹਨ। ਕਿਸੇ ਪ੍ਰਕਾਰ ਦੀ ਆਸਾ ਵਾਸ਼ਨਾ ਕੋਈ ਤੇ ਪਿਆਸ ਮਨ 'ਚ ਭੁੱਖ ਰਹਿ ਨਹੀਂ ਗਈ। ਉਹ ਐਸੇ ਤ੍ਰਿਪਤ ਹੋਏ ਹਨ ਅੰਦਰੋਂ ਪਰਮੇਸ਼ਰ ਦੇ ਨਾਲ ਇੱਕਮਿਕ ਹੋ ਕੇ ਤੇ ਬਿਲਕੁਲ ਸੰਤੁਸ਼ਟੀ ਹੋ ਚੁੱਕੀ ਹੈ। ਉਹ ਰਸ ਜਾਣਿਆ ਜਾਂਦਾ। ਉਸ ਸੰਤੁਸ਼ਟਤਾ ਨੂੰ ਜਿਹੜੀ ਜਿੰਦ ਆ ਜੀਵ ਦੀ ਆਪਣੀ, ਉਹ ਹੀ ਜਾਣਦੀ ਹੈ, ਦੂਜਾ ਨਹੀਂ ਜਾਣਦਾ ਵੀ ਇਹਦੇ ਅੰਦਰ ਕਿੰਨਾ ਕੁ ਸਕੂਨ ਹੈ। ਕਿਉਂਕਿ ਜਿਹੜਾ ਸੰਤੋਖ ਦਾ ਆਨੰਦ ਹੈ ਉਹ ਸੰਤੋਖੀ ਨੂੰ ਹੀ ਹੈ। ਬਾਹਰ ਬੈਠੇ ਲੋਕਾਂ ਨੂੰ ਕੀ ਪਤਾ ਵੀ ਇਹ ਕਿਸ ਰਸ ਵਿੱਚ ਹੈ ਕੋਈ ਵਿਅਕਤੀ। ਸੰਤਾ ਸੰਗਤ ਮਨ ਵਸੈ ਪ੍ਰਭ ਪ੍ਰੀਤਮ ਬਖਸ਼ਿੰਦ। ਸੰਤਾਂ ਦੀ ਸੰਗਤ 'ਚ ਰਹਿੰਦਿਆਂ ਪਰਮੇਸ਼ਰ ਅਕਾਲ ਪੁਰਖ ਜੋ ਪ੍ਰੀਤਮ ਭਗਤਾਂ ਦੇ ਪ੍ਰੀਤ ਕਰਨ ਯੋਗ, ਜੋ ਬਖਸ਼ਿੰਦ ਹੈ, ਬਖਸ਼ਿਸ਼ ਕਰਨ ਵਿੱਚ ਇੰਦ ਸ਼੍ਰੋਮਣੀ ਹੈ, ਜੋ ਸਾਰੇ ਗੁਨਾਹ ਬਖਸ਼ਣ ਵਿੱਚ ਸ਼੍ਰੋਮਣੀ ਹੈ ਪਰਮਾਤਮਾ ਪ੍ਰਭੂ। ਸੰਤਾਂ ਦੀ ਸੰਗਤ ਵਿੱਚ ਰਹੀਏ ਤਾਂ ਮਨ 'ਚ ਵਸਣ ਲੱਗ ਜਾਂਦਾ ਪਰਮੇਸ਼ਰ ਦਾ ਨਾਮ ਪ੍ਰੇਮ। ਜਿਨ ਸੇਵਿਆ ਪ੍ਰਭ ਆਪਣਾ ਸੋਈ ਰਾਜ ਨਰਿੰਦ। ਜਿਨ੍ਹਾਂ ਨੇ ਸੇਵਿਆ ਹੈ ਪ੍ਰਮਾਤਮਾ, ਆਪਣੇ ਪ੍ਰਮਾਤਮਾ ਨੂੰ, ਵਾਹਿਗੁਰੂ ਨੂੰ, ਜੋ ਆਪਣਾ ਆਤਮਾ ਰੂਪ ਬਣਿਆ ਹੋਇਆ, ਸਾਰਿਆਂ ਦਾ ਮਾਲਕ ਹੈ, ਜਿਨ੍ਹਾਂ ਨੇ ਉਸ ਨੂੰ ਆਪਣਾ ਬਣਾ ਲਿਆ ਤੇ ਸੇਵਿਆ ਸਿਮਰਿਆ ਹੈ, ਸੋਈ ਰਾਜ ਨਰਿੰਦ। ਉਹ ਮਨੁੱਖ ਰਾਜਿਆਂ ਸ਼ਿਰ ਸ਼੍ਰੋਮਣੀ ਰਾਜੇ ਨੇ, ਰਾਜ ਕਰਨ ਵਾਲੇ, ਨਰਿੰਦ ਨਰਾਂ ਦੇ ਇੰਦ ਭਾਵ ਰਾਜੇ, ਰਾਜਿਆਂ ਸਿਰ ਰਾਜੇ ਨੇ। ਉਹ ਮਹਾਨ ਹਨ, ਪਾਤਸ਼ਾਹਾਂ ਦੇ ਪਾਤਸ਼ਾਹ ਹਨ। ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹੋ। ਪਾਤਸ਼ਾਹਾਂ ਸਿਰ ਪਾਤਸ਼ਾਹ ਹਨ, ਰਾਜਿਆਂ ਸਿਰ ਮਹਾਰਾਜੇ ਹਨ, ਜਿਨ੍ਹਾਂ ਨੇ ਸੇਵਿਆ ਸਿਮਰਿਆ ਹੈ ਪਰਮੇਸ਼ਰ ਨੂੰ। ਅਵਸਰ ਹਰ ਜਸ ਗੁਣ ਰਮਣ ਜਿਤ ਕੂਟ ਮੱਜਨ ਇਸ਼ਨਾਨ। ਹਜ਼ੂਰ ਕਹਿੰਦੇ ਨੇ ਹਰੀ ਪਰਮਾਤਮਾ ਦਾ ਜਸ ਜਿਸ ਸਮੇਂ ਉਚਾਰਿਆ ਜਾਏ ਤੇ ਵਾਹਿਗੁਰੂ ਦੇ ਗੁਣਾਂ ਨੂੰ ਰਮਣ ਉਚਾਰਿਆ ਜਾਏ, ਹਰੀ ਦਾ ਜਸ ਗਾਇਆ ਜਾਏ, ਗੁਣਾਂ ਨੂੰ ਉਚਾਰਿਆ ਜਾਏ, ਤਾਂ ਜਿਸ ਸਮੇਂ ਇੰਜ ਕੀਤਾ ਜਾਏ ਜਿਹਦੇ ਨਾਲ ਕਰੋੜਾਂ ਇਸ਼ਨਾਨਾਂ ਦਾ, ਪੁਰਬਾਂ ਦਾ, ਕਰੋੜਾਂ ਤੀਰਥਾਂ ਦੇ ਉੱਤੇ ਜਾ ਕੇ ਪੁਰਬਾਂ ਸਮੇਂ ਦਾ ਇਸ਼ਨਾਨ ਦਾ ਫਲ ਮਿਲਦਾ ਹੈ। ਹਜ਼ੂਰ ਕਹਿੰਦੇ ਨੇ ਕਰੋੜਾਂ ਇਸ਼ਨਾਨ ਕੋਈ ਪੁਰਬਾਂ 'ਤੇ ਜਾ ਕੇ ਕਰ ਲਵੇ ਤਾਂ ਉਹ ਫਲ ਨਹੀਂ ਮਿਲੇਗਾ ਜਿਹੜਾ ਜਿਸ ਸਮੇਂ ਵਾਹਿਗੁਰੂ ਪਰਮਾਤਮਾ ਦਾ ਜਸ ਬੋਲਿਆ ਜਾਂਦਾ, ਉਹਦੇ ਗੁਣ ਗਾਏ ਜਾਂਦੇ ਹਨ। ਸੋ ਇਸ ਦੁਆਰਾ ਕਰੋੜਾਂ ਤੀਰਥਾਂ 'ਤੇ ਜਾ ਕੇ ਪੁਰਬਾਂ ਦੇ ਸਮੇਂ ਜਿਹੜੇ ਇਸ਼ਨਾਨ ਕਰਨੇ ਉਹਨਾਂ ਦਾ ਫਲ ਮਿਲ ਜਾਏਗਾ। ਸੋ ਇਸ ਪ੍ਰਕਾਰ ਦਾ ਵਾਹਿਗੁਰੂ ਦੇ ਜਸ ਗਾਉਣ ਦਾ, ਗੁਣ ਉਚਾਰਨ ਕਰਨ ਦਾ ਮਹੱਤਮ ਹੈ। ਰਸਨਾ ਉਚਰੈ ਗੁਣਵਤੀ ਕੋਏ ਨਾ ਪੁੱਜੈ ਦਾਨ। ਜੋ ਰਸਨਾ ਪਰਮਾਤਮਾ ਦੇ ਗੁਣਾਂ ਵਾਲੀ ਬਣ ਗਈ, ਰਸਨਾ ਉਚਾਰਦੀ ਹੈ ਵਾਹਿਗੁਰੂ ਦੇ ਗੁਣਾਨਵਾਦ ਨੂੰ, ਰਸਨਾ ਉਹ ਬੋਲਦੀ ਹੈ ਪਰਮੇਸ਼ਰ ਦੇ ਨਾਮ ਨੂੰ, ਉਹ ਗੁਣਵੰਤੀ ਬਣ ਗਈ ਹੈ, ਗੁਣਾਂ ਵਾਲੀ ਬਣ ਗਈ ਹੈ। ਕੋਈ ਨਾ ਪੁੱਜੈ ਦਾਨ, ਔਰ ਕੋਈ ਦਾਨ ਕੀਤਾ ਉਹਦੇ ਬਰਾਬਰ ਨਹੀਂ ਪੁੱਜਦਾ ਹੈ ਜੋ ਰਸਨਾ ਨਾਲ ਵਾਹਿਗੁਰੂ ਦਾ ਨਾਮ ਸਿਮਰਨਾ ਹੈ। ਕੋਈ ਦਾਨ ਉਹਦੇ ਬਰਾਬਰ ਨਹੀਂ ਪੁੱਜ ਸਕਦਾ। ਜਿਵੇਂ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢਡੋਲ, ਪੂਜਸ ਨਾਹੀ ਹਰ ਹਰੇ ਨਾਨਕ ਨਾਮ ਮੋਲ। ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ, ਖਟ ਸ਼ਾਸਤਰ ਸਿਮਰਤ ਵਖਿਆਨ। ਜੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਨ ਮੱਧੇ ਫਿਰਿਆ।
ਅਨਕ ਪ੍ਰਕਾਰ ਕੀਏ ਬਹੁ ਜਤਨਾ, ਪੁੰਨ ਦਾਨ ਹੋਮੈ ਬਹੁ ਰਤਨਾ, ਸਰੀਰ ਕਟਾਏ ਹੋਮੈ ਕਰ ਰਾਤੀ, ਵਰਤ ਨੇਮ ਕਰੈ ਬਹੁ ਭਾਤੀ, ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ। ਗੁਰਾਂ ਦੇ ਅਨੁਸਾਰੀ ਹੋ ਕੇ ਇੱਕ ਵਾਰੀ ਨਾਮ ਜਪ ਕੇ ਤਾਂ ਵੇਖ ਲਓ। ਸੋ ਇਸ ਪ੍ਰਕਾਰ ਹਜੂਰ ਕਹਿੰਦੇ ਨੇ ਕਿ ਜਿਹੜੀ ਰਸਨਾ ਪਰਮੇਸ਼ਰ ਦੇ ਨਾਮ ਨੂੰ ਉਚਾਰਦੀ ਹੈ ਤੇ ਗੁਣਾਂ ਵਾਲੀ ਬਣ ਜਾਂਦੀ ਹੈ, ਕੋਈ ਦਾਨ ਉਹਦੇ ਬਰਾਬਰ ਨਹੀਂ ਪੁੱਜ ਸਕਦਾ। ਕੋਈ ਕਹੇ ਮੈਂ ਇਹਨੇ ਦਾਨ ਕਰਕੇ ਮੈਂ ਵੀ ਉਹਦੇ ਬਰਾਬਰ ਹੋ ਜਾਵਾਂ, ਤਾਂ ਨਹੀਂ ਹੋ ਸਕਦਾ। ਦ੍ਰਿਸ਼ਟ ਧਾਰ ਮਨ ਤਨ ਵਸੈ, ਦਇਆਲ ਪੁਰਖ ਮਿਹਰਬਾਨ। ਜੋ ਦਇਆ ਦਾ ਸੋਮਾ ਹੈ, ਵਾਹਿਗੁਰੂ ਦਇਆ ਦਾ ਘਰ ਹੈ, ਪੁਰਖ ਪੂਰਨ ਹੈ, ਮਿਹਰਬਾਨ, ਮਿਹਰ ਕਰਨ ਦੀ ਜਿਹਨੂੰ ਹਮੇਸ਼ਾ ਆਦਤ ਹੈ, ਜੋ ਹਮੇਸ਼ਾ ਮਿਹਰਬਾਨ ਰਹਿੰਦਾ ਹੈ, ਉਹ ਆਪਣੀ ਮਿਹਰ ਦੀ ਦ੍ਰਿਸ਼ਟੀ ਧਾਰਨ ਕਰਕੇ, ਮਿਹਰ ਦੀ ਦ੍ਰਿਸ਼ਟੀ ਕਰਕੇ ਮਨ ਤੇ ਤਨ ਵਿੱਚ ਜਦੋਂ ਵਸ ਜਾਂਦਾ ਹੈ, ਫਿਰ ਕੀ ਅਵਸਥਾ ਬਣਦੀ ਹੈ? ਜੀਓ ਪਿੰਡ ਧਨ ਤਿਸ ਦਾ ਹਾਂ ਸਦਾ ਸਦਾ ਕੁਰਬਾਨ। ਇਹ ਫਿਰ ਸੇਵਕ ਇਹ ਸਮਝਦਾ ਹੈ ਕਿ ਜੀਓ ਜੀਵਾਤਮਾ ਤੇ ਪਿੰਡ ਸਰੀਰ ਤੇ ਜੋ ਧਨ ਮੇਰੇ ਪਾਸ ਹੈ ਸਭ ਤਿਸ ਪਰਮਾਤਮਾ ਦਾ ਹੀ ਹੈ, ਤੇ ਮੈਂ ਸਦਾ ਸਦਾ ਵਾਸਤੇ ਉਸ ਵਾਹਿਗੁਰੂ ਤੋਂ ਕੁਰਬਾਨ ਜਾਵਾਂ। ਇਹ ਵਾਹਿਗੁਰੂ ਦੀ ਬਖਸ਼ਿਸ਼ ਦੀ ਨਿਸ਼ਾਨੀ, ਕਿਰਪਾ ਦ੍ਰਿਸ਼ਟੀ ਦੀ ਨਿਸ਼ਾਨੀ ਹੈ। ਮਿਲਿਆ ਕਦੇ ਨਾ ਵਿਛੜਿਆ, ਜੋ ਮਿਲਿਆ ਕਰਤਾਰ। ਜਿਸ ਦੇ ਉੱਪਰ ਮਿਹਰਬਾਨ ਹੋ ਕੇ ਅਕਾਲ ਪੁਰਖ ਵਾਹਿਗੁਰੂ ਕਰਤਾਰ ਨੇ, ਜਿਹਦੇ ਹੱਥ ਵਿੱਚ ਕਰ, ਹੱਥ ਦਾ ਨਾਮ ਹੈ ਤਾਰ, ਜੀਆਂ ਦੇ ਜੀਵਨ ਦੀ ਤਾਰ ਜਿਹਦੇ ਹੱਥ ਵਿੱਚ ਹੈ, ਜੋ ਕਰਤਾਰ ਸ੍ਰਿਸ਼ਟੀ ਨੂੰ ਰਚਣ ਵਾਲਾ ਹੈ, ਉਸ ਕਰਤਾਰ ਨੇ ਜਿਹੜਾ ਜੀਵ ਆਪਣੇ ਨਾਲ ਬਖਸ਼ਿਸ਼ ਕਰਕੇ ਮੇਲ ਲਿਆ, ਉਹ ਮਿਲਿਆ ਹੋਇਆ ਕਦੇ ਵਿਛੜਦਾ ਨਹੀਂ ਹੈ। ਜਿਹਨੂੰ ਪ੍ਰਮਾਤਮਾ ਮਿਹਰ ਕਰਕੇ ਮਿਲਾਵੇ ਉਹ ਨਹੀਂ ਕਦੇ ਵਿਛੜਦਾ। ਦਾਸਾਂ ਕੇ ਬੰਧਨ ਕੱਟਿਆ, ਸਾਚੈ ਸਿਰਜਣਹਾਰ। ਉਹ ਜਿਹੜਾ ਸੱਚਾ ਹੈ ਸਿਰਜਣਹਾਰ, ਸ੍ਰਿਸ਼ਟੀ ਦਾ ਰਚੇਤਾ ਪ੍ਰਮਾਤਮਾ, ਉਸ ਨੇ ਆਪਣੇ ਦਾਸਾਂ ਦੇ ਸਭ ਬੰਧਨ ਕੱਟ ਦਿੱਤੇ। ਜਿਹੜੇ ਦਾਸ ਬਣ ਜਾਣ ਮਨ ਤਨ ਹੋ ਕੇ, ਉਹਨਾਂ ਦੇ ਅੰਦਰ, ਉਹਨਾਂ ਦੇ ਤਾਂ ਹੀ ਕੋਈ ਬੰਧਨ ਨਹੀਂ ਰਹਿ ਜਾਂਦਾ। ਨਾ ਸੰਸਾਰ ਦੇ ਧੰਦਿਆਂ ਦਾ ਬੰਧਨ, ਨਾ ਵਿਕਾਰਾਂ ਦਾ, ਤੇ ਨਾ ਹੀ ਯਮਾਂ ਦਾ ਬੰਧਨ ਕੋਈ ਰਹਿ ਜਾਂਦਾ। ਸੋ ਇਸ ਪ੍ਰਕਾਰ ਬੰਧਨਾਂ ਤੋਂ ਸੁਤੰਤਰ ਹੋ ਜਾਂਦੇ ਹਨ ਜਿਨ੍ਹਾਂ ਦੇ ਉੱਤੇ ਵਾਹਿਗੁਰੂ ਕਿਰਪਾ ਕਰਦਾ। ਭੂਲਾ ਮਾਰਗ ਪਾਇਓਨ, ਗੁਣ ਅਵਗੁਣ ਨਾ ਵਿਚਾਰ। ਜਦੋਂ ਬਖਸ਼ਿਸ਼ ਦੇ ਘਰ ਵਿੱਚ ਵਾਹਿਗੁਰੂ ਜੀ ਆਉਂਦੇ ਨੇ ਤੇ ਉਦੋਂ ਪਿਛਲੇ ਗੁਣਾਂ ਤੇ ਅਵਗੁਣਾਂ ਨੂੰ ਵਿਚਾਰਦੇ ਨਹੀਂ ਹਨ। ਗੁਣ ਅਵਗੁਣ ਮੇਰਾ ਕਛ ਨਾ ਵਿਚਾਰਿਓ, ਬਖਸ਼ ਲਿਆ ਖਿਨ ਮਾਹੇ। ਬਾਹ ਪਕੜ ਠਾਕੁਰ ਹੋਂ ਕਿੱਦੀ, ਗੁਣ ਅਵਗੁਣ ਨਾ ਪਛਾਣੇ। ਸੋ ਇਸ ਪ੍ਰਕਾਰ ਗੁਣ ਸਾਡੇ 'ਚ ਹੈ ਕੋਈ ਨਹੀਂ ਸੀ, ਅਵਗੁਣਾਂ ਦੀ ਪਛਾਣ ਹੀ ਨਹੀਂ ਕੀਤੀ ਵਾਹਿਗੁਰੂ ਨੇ, ਅਵਗੁਣਾਂ ਨੂੰ ਸਮਝਿਆ ਹੀ ਕੁਛ ਨਹੀਂ। ਜਦੋਂ ਬਖਸ਼ਿਸ਼ ਦੇ ਘਰ 'ਚ ਆਉਂਦੇ ਨੇ ਤਾਂ ਉਸ ਵੇਲੇ ਭੁੱਲੇ ਹੋਏ ਜੀਵ ਨੂੰ ਮਾਰਗ 'ਤੇ ਪਾ ਦਿੰਦੇ। ਭੁੱਲਾ ਹੋਇਆ ਜੀਵ ਆਪਣੇ ਪ੍ਰਾਪਤੀ ਵਾਲੇ ਮਾਰਗ, ਸਿਮਰਨ ਵਾਲੇ ਮਾਰਗ 'ਤੇ ਪਾ ਦਿੱਤਾ, ਤੇ ਗੁਣਾਂ ਅਵਗੁਣਾਂ ਦੇ ਪਿਛਲੇ ਗੁਣ ਤੇ ਅਵਗੁਣ ਜੋ ਵੀ ਸਨ ਉਹਨਾਂ ਦੀ ਵਿਚਾਰ ਕਰਕੇ ਨਹੀਂ, ਜਦੋਂ ਬਖਸ਼ਿਸ਼ ਦੇ ਘਰ 'ਚ ਆਏ, ਟੁੱਟ ਪਏ, ਤਾਂ ਮਾਰਗ 'ਤੇ ਪਾ ਦਿੱਤਾ। ਨਾਨਕ ਤਿਸ ਸਰਣਾਗਤੀ ਜੇ ਸਗਲ ਘਟਾ ਆਧਾਰ। ਸਤਿਗੁਰੂ ਜੀ ਕਹਿੰਦੇ ਨੇ ਕਿ ਅਸੀਂ ਤਿਸ ਪਰਮਾਤਮਾ ਦੀ ਸ਼ਰਨ ਨੂੰ ਗਤ ਪ੍ਰਾਪਤ ਹੋਏ ਹਾਂ, ਭਾਵ ਵਾਹਿਗੁਰੂ ਦੀ ਸ਼ਰਨ ਵਿੱਚ ਹੀ ਰਹਿੰਦੇ ਹਾਂ ਸਦਾ, ਜਿਹੜਾ ਸਾਰੇ ਘਟਾਂ ਸਰੀਰਾਂ ਹਿਰਦਿਆਂ ਦਾ ਆਧਾਰ ਆਸਰਾ ਰੂਪ ਹੈ। ਸਭ ਦਾ ਆਸਰਾ ਵਾਹਿਗੁਰੂ ਹੀ ਆ, ਉਹਦੇ ਆਸਰੇ ਸਵਾਸ ਚੱਲ ਰਹੇ ਨੇ, ਸਵਾਸ ਸਰੀਰ ਨੂੰ ਆਸਰਾ ਦੇ ਰਹੇ ਨੇ, ਉਹਦੇ ਆਸਰੇ ਸਾਡਾ ਜੀਵਨ ਹੈ। ਕੋਈ ਵੀ ਜੀਵ ਪਰਮਾਤਮਾ ਦੇ ਆਸਰੇ ਤੋਂ ਬਿਨਾਂ ਨਹੀਂ ਹੈ। ਸ੍ਰੀ ਰਾਗ ਮਹੱਲਾ ਪੰਜਵਾਂ, ਪੰਚਮ ਪਾਤਸ਼ਾਹ ਸਤਿਗੁਰੂ ਜੀ ਅਗਲਾ ਸ਼ਬਦ ਉਚਾਰਦੇ ਹਨ। ਰਸਨਾ ਸੱਚਾ ਸਿਮਰੀਐ, ਮਨ ਤਨ ਨਿਰਮਲ ਹੋਏ। ਦੇਖੋ ਹਜੂਰ ਬਾਰ-ਬਾਰ ਹਰ ਸ਼ਬਦ ਵਿੱਚ ਵਾਹਿਗੁਰੂ ਦੇ ਸਿਮਰਨ ਦਾ ਹੀ ਉਪਦੇਸ਼ ਦੇ ਰਹੇ ਨੇ, ਵਾਹਿਗੁਰੂ ਦੀ ਮਹਿਮਾ ਬਿਆਨ ਕਰ ਰਹੇ ਨੇ, ਨਾਮ ਦੀ ਮਹਿਮਾ ਬਿਆਨ ਕਰ ਰਹੇ ਨੇ। ਭਾਈ ਰਸਨਾ ਜਿਹੜੀ ਜੀਭ ਹੈ ਸਾਡੀ, ਇਹ ਦੋ ਇੰਦਰੀਆਂ ਦਾ ਕੰਮ ਕਰਦੀ ਹੈ। ਰਸਨਾ ਰਸ ਚੱਖਦੀ ਹੈ, ਰਸਾਂ ਦੀ ਗਿਆਤਾ ਹੈ। ਜਦੋਂ ਮੂੰਹ ਚੀਜ਼ ਪਾਈਏ ਦੱਸਦੀ ਹੈ ਮਨ ਦੇ ਤਾਈਂ ਖੱਟਾ ਮਿੱਠਾ ਚਟਪਟਾ ਕੌੜਾ ਕਸੈਲਾ ਸਲੂਣਾ ਕਿਸ ਤਰ੍ਹਾਂ ਦਾ, ਇਸ ਕਰਕੇ ਇਹਨੂੰ ਰਸਨਾ ਕਿਹਾ ਜਾਂਦਾ। ਇਹ ਦੂਸਰੇ ਇੰਦਰੇ ਦਾ ਕੰਮ ਕਰਦੀ ਹੈ ਤਾਂ ਇਹਨੂੰ ਜੀਭ ਕਿਹਾ ਜਾਂਦਾ। ਇੱਕ ਗਿਆਨ ਇੰਦਰਾ ਹੈ, ਰਸਾਂ ਦਾ ਗਿਆਨ ਦਿੰਦੀ ਮਨ ਨੂੰ, ਤੇ ਇੱਕ ਕਰਮ ਇੰਦਰਾ ਹੈ, ਬਚਨ ਬੋਲਣ ਦਾ ਕੰਮ ਕਰਦੀ ਹੈ। ਇਸ ਕਰਕੇ ਦੋ ਇੰਦਰੀਆਂ ਦਾ ਕੰਮ ਹੈ ਰਸਨਾ ਕਰਦੀ। ਤੇ ਹਜੂਰ ਇਹਨੂੰ ਰਸਨਾ ਤੇ ਜੇਬਾ ਦੋ ਨਾਮਾਂ ਨਾਲ ਪੁਕਾਰਦੇ, ਜਿਵੇਂ ਕਹਿੰਦੇ ਹੇ ਜੇਬੇ ਹੇ ਰਸਗੇ ਮਦਰ ਪ੍ਰੈਤੋਯੰ ਸਤ ਹਤੰ ਪਰਮਬਾਦੰ ਅਵਰਤਿਥ ਸ਼ੁੱਧ ਸ਼ਰਣ। ਇਸ ਪ੍ਰਕਾਰ ਮਹਾਰਾਜ ਕਹਿੰਦੇ ਰਸਨਾ ਪਰਮੇਸ਼ਰ ਦਾ ਨਾਮ ਜਪਣ ਨੂੰ ਦਿੱਤੀ ਹੈ। ਸੋ ਇਸ ਪ੍ਰਕਾਰ ਰਸਨਾ ਸੱਚਾ ਸਿਮਰੀ ਹੈ। ਇਸ ਰਸਨਾ, ਇਹ ਰਸਨਾ ਤੂੰ ਵਾਨਰਸ ਰਾਜ ਰਹੀ। ਉੱਥੇ ਵੀ ਸਮਝਾਉਂਦੇ ਨੇ ਕਿ
ਇਸ ਜ਼ਬਾਨ ਨੂੰ ਵਾਹਿਗੁਰੂ ਦੇ ਸਿਮਰਨ ਵਿੱਚ ਲਾਓ। ਮਨ ਨੂੰ ਸਮਝਾਉਣਾ ਹੈ ਵੀ ਇਹ ਇੰਦਰੀ ਜਿਹੜੇ ਤੈਨੂੰ ਦਿੱਤੇ ਆ ਕਾਹਦੇ ਵਾਸਤੇ ਦਿੱਤੇ ਆ, ਸੁਣ ਤੈਨੂੰ ਦਸੀਏ। ਰਸਨਾ ਜੀਭ ਦੇ ਨਾਲ ਸੱਚਾ ਅਕਾਲ ਪੁਰਖ ਪਰਮਾਤਮਾ ਜਿਹੜਾ ਹੈ ਉਹਦਾ ਸਿਮਰਨ ਕਰਨਾ ਚਾਹੀਦਾ। ਫਿਰ ਫਲ ਕੀ ਮਿਲੇਗਾ ਜੀ? ਤਾਂ ਮਹਾਰਾਜ ਕਹਿੰਦੇ ਮਨ ਤਨ ਨਿਰਮਲ ਹੋਵੇ। ਮਨ ਵੀ ਨਿਰਮਲ ਹੋ ਜਾਏਗਾ ਤੇ ਤਨ ਇੰਦਰੀ ਵੀ ਨਿਰਮਲ ਹੋ ਜਾਣਗੇ। ਇੰਦਰੀਆਂ ਦੀ ਸਾਰੀ ਕਿਰਿਆ ਮੈਲ ਤੋਂ ਰਹਿਤ ਹੋਏਗੀ ਜਦੋਂ ਮਨ ਨਿਰਮਲ ਹੋ ਗਿਆ, ਕਿਉਂਕਿ ਮਨ ਮੈਲ ਹੈ, ਸਭ ਕੁਛ ਮੈਲਾ। ਤਨ ਧੋਤਾ ਮਨ ਹੱਛਾ ਨਾ ਹੋਏ। ਲੋਕ ਸਰੀਰ ਨੂੰ ਧੋਂਦੇ ਤੇ ਸਰੀਰਕ ਤੌਰ ਤੇ ਤਪੱਸਿਆ ਕਰਦੇ ਮਰ ਖਪ ਗਏ ਬੜੇ, ਪਰ ਮਨ ਨਹੀਂ ਨਿਰਮਲ ਹੋਇਆ। ਸੋ ਇਸ ਪ੍ਰਕਾਰ ਹਜੂਰ ਕਹਿੰਦੇ ਨੇ ਵਾਹਿਗੁਰੂ ਦਾ ਸਿਮਰਨ ਕਰਨ ਦੇ ਨਾਲ ਮਨ ਨਿਰਮਲ ਉਜਲ ਪਵਿੱਤਰ ਹੁੰਦਾ ਹੈ। ਜੇ ਕੋਈ ਅੰਦਰ ਭਾਵਨਾ ਧਾਰ ਕੇ ਵਾਹਿਗੁਰੂ ਦਾ ਸਿਮਰਨ ਕਰੇ ਤਾਂ ਮਨ ਦੀ ਮੈਲ ਉਤਰਦੀ ਹੈ, ਤਾਂ ਫਿਰ ਮਨ ਨਿਰਮਲ ਹੁੰਦਾ ਹੈ। ਤਨ ਇੰਦਰੀ ਆਪਣੇ ਆਪ ਹੀ ਨਾਲ ਨਿਰਮਲ ਹੁੰਦੇ ਨੇ ਤੇ ਸਰੀਰਕ ਤੌਰ ਤੇ ਕਰਮ ਨਿਰਮਲ ਹੋ ਜਾਂਦੇ ਆ। ਜੇ ਤਨ ਦਾ ਅਰਥ ਸਰੀਰ ਕਰੀਏ ਤੇ ਫਿਰ ਉੱਥੇ ਇਹ ਜਿਹੜਾ ਸਰੀਰ ਹੈ ਇਹਦੇ ਕਰਮ ਨਿਰਮਲ ਹੋ ਜਾਂਦੇ ਨੇ। ਜਿਹਦਾ ਮਨ ਨਿਰਮਲ ਹੈ ਉਹਦੇ ਹੱਥੋਂ ਤੇ ਬੁਰਾ ਕਰਮ ਹੁੰਦਾ ਹੀ ਨਹੀਂ। ਮਨ ਦੀਆਂ ਮੈਲਾਂ ਕਰਕੇ ਸਰੀਰਕ ਤੌਰ ਤੇ ਮਾੜੇ ਕਰਮ ਹੁੰਦੇ ਨੇ। ਮਨ ਮੈਲਾ ਤੇ ਇੰਦਰੀਆਂ ਨੂੰ ਵੀ ਪ੍ਰੇਰਦਾ ਮਾੜੇ ਕਰਮਾਂ ਲਈ। ਇੰਦਰੀ ਫਿਰ ਸਰੀਰਕ ਤੌਰ ਤੇ ਉਹ ਕਰਮ ਕਰਦੇ ਨੇ, ਸਰੀਰ ਨੂੰ ਪ੍ਰੇਰ ਕੇ ਮਾੜਾ ਕਰਮ ਕਰਵਾ ਦਿੰਦੇ ਨੇ। ਜਦੋਂ ਮਨ ਹੀ ਨਿਰਮਲ ਹੋ ਜਾਏ ਤੇ ਇੰਦਰੀ ਵੀ ਨਿਰਮਲ ਹੋ ਗਏ ਤੇ ਫਿਰ ਸਰੀਰਕ ਤੌਰ ਤੇ ਕਰਮ ਵੀ ਨਿਰਮਲ ਹੋ ਗਏ। ਮਾਤ ਪਿਤਾ ਸਾਕ ਅਗਲੇ ਤਿਸ ਬਿਨ ਅਵਰ ਨਾ ਕੋਏ। ਫਿਰ ਪਤਾ ਲੱਗ ਗਿਆ ਸਿਮਰਨ ਕਰਦਿਆਂ ਮਾਤਾ ਪਿਤਾ ਤੇ ਇਸ ਤੋਂ ਅੱਗੇ, ਮਾਤਾ ਪਿਤਾ ਦੇ ਵੱਡੇ ਸਾਕ ਨੇ ਨਾ, ਸਾਡੇ ਵੱਡਾ ਸੰਬੰਧ ਉਹਨਾਂ ਨਾਲ। ਸਾਕ ਅਗਲੇ, ਅਗਲੇ ਦਾ ਅਰਥ ਹੈ ਬਹੁਤੇ, ਬਹੁਤੇ ਜਿਹੜੇ ਸਾਕ ਸੰਬੰਧੀ ਹਨ। ਤਿਸ ਬਿਨ ਅਵਰ, ਤਿਸ ਪਰਮਾਤਮਾ ਤੋਂ ਬਗੈਰ ਇਹਨਾਂ ਸਾਰੇ ਸਾਕ ਸੰਬੰਧੀਆਂ ਵਿੱਚੋਂ ਅਵਰ ਹੋਰ ਕੋਈ ਸਾਡੀ ਸਹਾਇਤਾ ਕਰਨ ਵਾਲਾ ਨਹੀਂ ਹੈ। ਇੱਥੇ ਦੁਨੀਆ ਵਿੱਚ ਵੀ ਹਜੂਰ ਨੇ ਕਿਹਾ ਜਾ ਕੋ ਮੁਸ਼ਕਿਲ ਅਤ ਬਣੇ ਢੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਨਾ ਸਾਗ ਪੇ ਭੱਜ ਖਲੇ, ਸਭੋ ਭੱਜੈ ਆਸਰਾ ਚੁੱਕੈ ਸਭ ਅਸਰਾਓ, ਚਿਤ ਆਵੈ ਉਸ ਪਾਰ ਬ੍ਰਹਮ। ਤਾਂ ਲੱਗਿਆ ਨਾ ਤੱਤੀ ਵਾਹ, ਪਾਰ ਬ੍ਰਹਮ ਐਡਾ ਵੱਡਾ ਸਾਡਾ ਸਹਾਈ ਹੈ ਕਿ ਤੱਤੀ ਵਾਹ ਨਹੀਂ ਲੱਗਣ ਦਿੰਦਾ। ਮਾਤਾ ਪਿਤਾ ਤੇ ਸ਼ਾਇਦ ਉਂਝ ਹੀ ਸਾਥ ਛੱਡ ਜਾਣ, ਕਈ ਵਾਰੀ ਬੱਚੇ ਬਿਮਾਰ ਹੋ ਜਾਣ, ਮੰਜੇ ਤੇ ਪਏ ਰਹਿਣ, ਮਾਤਾ ਪਿਤਾ ਵੀ ਅੱਕ ਜਾਂਦੇ ਨੇ। ਔਰ ਇਸ ਤਰ੍ਹਾਂ ਮਾਤਾ ਪਿਤਾ ਵੀ ਕਈ ਵਾਰੀ ਸਾਰੇ ਧੀਆਂ ਪੁੱਤਰਾਂ ਨਾਲ ਇੱਕੋ ਜਿਹਾ ਲਗਾਓ ਨਹੀਂ ਕਰ ਸਕਦੇ। ਸੋ ਅੱਗੇ ਜਹਾਨ, ਅਗਲੇ ਜਹਾਨ ਵਿੱਚ ਤੇ ਕੋਈ ਸਹਾਈ ਹੋ ਹੀ ਨਹੀਂ ਸਕਦਾ। ਸੋ ਇਸ ਪ੍ਰਕਾਰ ਹੋਰ ਵੀ ਜਿਹੜੇ ਸੰਬੰਧੀ ਨੇ ਉਹ ਵੀ ਸਾਥ ਛੱਡ ਜਾਂਦੇ ਨੇ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਿੱਖਿਆ ਦੇ ਰਹੇ ਨੇ ਕਿ ਮਾਤਾ ਪਿਤਾ ਤੇ ਇਸ ਤੋਂ ਅੱਗੇ ਹੋਰ ਬਹੁਤੇ ਜਿਹੜੇ ਸਾਕ ਸੰਬੰਧੀ ਹਨ ਜ਼ਰੂਰ, ਇਹਨਾਂ ਨਾਲ ਸਾਡਾ ਸੰਬੰਧ ਹੈ, ਪਰ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤਹ ਕੋ ਨਾ ਸਹਾਈ। ਲੈਣਾ ਦੇਣਾ ਇਹਨਾਂ ਨਾਲ ਹੈ ਸਾਡਾ। ਆਪਣੇ ਫਰਜ਼ ਅਦਾ ਕਰਨੇ ਚਾਹੀਦੇ ਨੇ, ਪਰ ਚੇਤਾ ਰੱਖਣਾ ਚਾਹੀਦਾ ਕਿ ਪਰਮਾਤਮਾ ਤੋਂ ਬਗੈਰ ਹੋਰ ਕੋਈ ਸਾਡਾ ਨਹੀਂ ਹੈ। ਮਿਹਰ ਕਰੇ ਜੇ ਆਪਣੀ ਚਸਾ ਨਾ ਵਿਸਰੈ ਸੋਏ। ਇਹ ਪਰਮਾਤਮਾ ਹੀ ਆਪਣੀ ਮਿਹਰ ਕਰੇ ਤਾਂ ਐਸੀ ਅਵਸਥਾ, ਐਸੀ ਭਾਵਨਾ ਸਾਨੂੰ ਬਖਸ਼ ਦਿੰਦਾ ਹੈ ਕਿ ਚਸਾ ਮਾਤਰ ਵੀ ਪਰਮਾਤਮਾ ਸਾਨੂੰ ਵਿਸਰਦਾ ਨਹੀਂ। ਚਸਾ ਕੀ ਹੁੰਦਾ? 15 ਵਾਰੀ ਅੱਖ ਖੋਲੀਏ ਤੇ ਮੀਚੀਏ ਇੱਕ ਵਿਸਵਾ ਬਣਦਾ, ਤੇ ਇਹ 15 ਵਿਸਵੇ ਹੋਣ ਤਾਂ ਇੱਕ ਚਸਾ ਬਣਦਾ। ਫਿਰ 30 ਚਸਿਆਂ ਦਾ ਇੱਕ ਪਲ ਹੁੰਦਾ ਹੈ ਤੇ 60 ਪਲਾਂ ਦੀ ਇੱਕ ਘੜੀ ਹੈ 24 ਮਿੰਟ ਦੀ। ਸੋ ਇਸ ਪ੍ਰਕਾਰ 2.5 ਪਲ ਇਕੱਠੇ ਹੋਣ ਤੇ ਇੱਕ ਘੜੀ ਬਣਦੀ ਹੈ, 24 ਘੜੀਆਂ ਹੋਣ ਤੇ ਇੱਕ ਘੰਟਾ ਬਣਦਾ। ਵਾਹਿਗੁਰੂ 7.5 ਘੜੀਆਂ ਦਾ ਇੱਕ ਪਹਿਰ ਬਣਦਾ, 2.5 ਘੜੀਆਂ ਦਾ ਇੱਕ ਘੰਟਾ ਬਣਦਾ। ਸੋ ਇਹ ਸਮੇਂ ਦੀ ਵੰਡ ਹੈ। ਇੱਕ ਨਿਮਖ ਮਾਤਰ ਵੀ ਪਰਮਾਤਮਾ ਫਿਰ ਵਿਸਰਦਾ ਨਹੀਂ ਜੇ ਆਪਣੀ ਮਿਹਰ ਕਰਦਾ। ਇਹ ਉਹਦੀ ਖਾਸ ਮਿਹਰ ਦੀ ਨਿਸ਼ਾਨੀ ਆ, ਵੱਡੀ ਦਾਤ। ਜੇ ਉਹ ਆਪਣਾ ਪ੍ਰੇਮ ਬਖਸ਼ੇ, ਵੱਡੀ ਮਿਹਰ ਕਰੇ, ਤੇ ਫਿਰ ਉਹ ਆਪ ਇੱਕ ਚਸਾ ਮਾਤਰ ਵੀ ਵਿਸਰਦਾ ਨਹੀਂ, ਭਾਵ ਸਾਨੂੰ ਭੁੱਲਦਾ ਨਹੀਂ। ਇਹ ਉਹਦੀ ਮਿਹਰ ਦੀ ਨਿਸ਼ਾਨੀ, ਰੱਬ ਦੀ ਯਾਦ, ਰੱਬ ਦੀ ਮਿਹਰ ਹੈ। ਤਾਂ ਹੀ ਕਿਹਾ ਆਪ ਜਪਾਏ ਜਪੈ ਸੋ ਨਾਉ, ਆਪ ਗਵਾਏ ਸੋ ਹਰਗੁਣ ਗਾਓ। ਐਸੀ ਮਿਹਰ ਭਾਵ ਮੰਗਣੀ ਚਾਹੀਦੀ ਹੈ। ਮਨ ਮੇਰੇ ਸਾਚਾ ਸੇਵ ਜਿਚਰ ਸਾਸ। ਹਜੂਰ ਸਾਨੂੰ ਸਿੱਖਿਆ ਦਿੰਦੇ ਨੇ। ਕਈ ਵਾਰੀ ਪ੍ਰਸ਼ਨ ਉੱਠਦਾ ਨਾ ਵੀ ਕਿੰਨਾ ਕੁ ਟਾਈਮ ਭਜਨ ਕਰਨਾ ਚਾਹੀਦਾ ਜੀ, ਕਿਹੜੇ ਵੇਲੇ ਕਰਨਾ ਚਾਹੀਦਾ ਜੀ? ਤਾਂ ਹਜੂਰ ਕਹਿੰਦੇ ਸਾਸ ਸਾਸ ਸਿਮਰਹੁ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਸਾਸ ਸਾਸ ਸੰਭਾਲਤਾ। ਸੋ ਇਸ ਪ੍ਰਕਾਰ ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਸੋ ਇਸ ਪ੍ਰਕਾਰ ਹਜੂਰ ਕਹਿੰਦੇ ਨੇ ਕਿ ਹੇ ਮੇਰੇ ਮਨਾ,
ਸੱਚੇ ਪ੍ਰਮਾਤਮਾ ਨੂੰ ਸੇਵ ਭਾਵ ਸੇਵਾ ਕਰ, ਭਗਤੀ ਕਰ, ਸਿਮਰਨ ਕਰ। ਜਿਚਰ ਸਾਸ, ਜਿੰਨਾ ਚਿਰ ਤੇਰੇ ਸਰੀਰ ਵਿੱਚ ਸਵਾਸ ਚੱਲਦੇ ਨੇ। ਬਿਨ ਸੱਚੇ ਸਭ ਕੂੜ ਹੈ। ਸੱਚੇ ਅਕਾਲ ਪੁਰਖ ਪ੍ਰਮਾਤਮਾ ਤੋਂ ਬਗੈਰ ਤੇਰੇ ਜੀਵਨ ਵਿੱਚ ਹੋਰ ਜਿਨ੍ਹਾਂ ਚੀਜ਼ਾਂ ਦੀ ਅਹਿਮੀਅਤ ਆ ਨਾ, ਇਹ ਤੈਨੂੰ ਦੱਸੀਏ ਸਭ ਕੁਝ ਝੂਠ ਹੀ ਹੈ। ਜੋ ਮਨ 'ਚ ਅਹਿਮੀਅਤ ਵਸਾਈ ਹੋਈ ਹੈ ਨਾ ਵੀ ਆਹ ਚੀਜ਼ ਬੜੀ ਵੱਡੀ, ਆਹ ਚੀਜ਼ ਬੜੀ ਵੱਡੀ, ਮਹਾਰਾਜ ਕਹਿੰਦੇ ਜਗਤ ਤਾਂ ਮਿਥਿਆ ਨਾਸਵੰਤ ਹੈ, ਸਭ ਕੁਝ ਕੂੜ ਝੂਠ ਹੀ ਹੈ, ਝੂਠ ਦਾ ਹੀ ਸਾਰਾ ਪਸਾਰਾ ਹੈ। ਅੰਤੇ ਹੋਏ ਵਿਨਾਸ਼, ਇੱਕ ਦਿਨ ਇਹਦਾ ਅੰਤ ਹੋਣਾ, ਅਖੀਰ ਨੂੰ ਵਿਨਾਸ਼ ਹੋ ਜਾਣਾ ਸਭ ਕੁਛ। ਜਦੋਂ ਆਪਣੇ ਸਰੀਰ ਦਾ ਵਿਨਾਸ਼ ਤਾਂ ਪੱਕਾ ਮਿਥਿਆ ਹੋਇਆ ਨਾ ਵੀ ਹੋਣਾ ਹੀ ਹੈ, ਪਤਾ ਹੀ ਹੈ, ਤੇ ਫਿਰ ਆਪ ਮੋਏ ਜਗ ਪਰਲੋ, ਫਿਰ ਮਤਲਬ ਸਾਰਾ ਕੁਝ ਬਿਨਸ ਗਿਆ ਸਾਡੇ ਵਾਸਤੇ। ਜਦੋਂ ਆਪ ਹੀ ਸਰੀਰਕ ਤੌਰ 'ਤੇ ਨਹੀਂ ਰਹਿਣਾ ਤੇ ਸਰੀਰ ਨਾਲ ਹੀ ਸੰਬੰਧ ਹਨ ਸੰਸਾਰ ਦੇ ਸਭ ਤਮਾਮ ਪਦਾਰਥਾਂ ਸੰਬੰਧੀਆਂ ਦੇ। ਰਹਾਓ ਸਾਹਿਬ ਮੇਰਾ ਨਿਰਮਲਾ, ਤਿਸ ਬਿਨ ਰਹਿਣ ਨਾ ਜਾਏ। ਹਜੂਰ ਕਹਿੰਦੇ ਨੇ ਮੇਰਾ ਜੋ ਸਾਹਿਬ ਮਾਲਕ ਅਕਾਲ ਪੁਰਖ ਹੈ ਨਾ, ਸਾਹਿਬ ਦਾ ਅਰਥ ਹੈ ਮਾਲਕ, ਉਹ ਬਿਲਕੁਲ ਨਿਰਮਲ, ਉਜਲ ਤੇ ਪਵਿੱਤਰ ਹੈ, ਤਿਸ ਬਿਨ ਰਹਿਣ ਨਾ ਜਾਏ। ਹੁਣ ਇਹ ਅਵਸਥਾ ਬਣੀ ਹੈ ਕਿ ਤਿਸ ਪ੍ਰਮਾਤਮਾ ਤੋਂ ਬਗੈਰ ਸਾਥੋਂ ਰਿਹਾ ਹੀ ਨਹੀਂ ਜਾਂਦਾ। ਮੇਰਾ ਮਨ ਤਨ ਭੁੱਖ ਅਤ ਅਗਲੀ, ਇਹ ਬ੍ਰਹਮ ਗਿਆਨ ਦੇ ਮੁਖ ਦੁਆਰਾ ਉਪਦੇਸ਼ ਦੇ ਰਹੇ ਸਾਨੂੰ ਸਤਿਗੁਰੂ ਵੀ, ਜਿਹੜਾ ਉਹ ਉਸ ਅਵਸਥਾ 'ਚ ਪਹੁੰਚਾ ਆ। ਮੇਰੇ ਮਨ ਤੇ ਤਨ ਦੇ ਅੰਦਰ ਅਤਿਅੰਤ ਬਹੁਤੀ ਭੁੱਖ ਲੱਗੀ ਹੋਈ ਹੈ, ਭੁੱਖ ਲੱਗੀ ਰਹਿੰਦੀ ਹੈ ਵਾਹਿਗੁਰੂ ਦੇ ਨਾਮ ਦੀ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੁੱਖੈ ਖਾਏ ਚਲੀਐ ਦੂਖ। ਜਦੋਂ ਭੁੱਖ ਲੱਗੇ ਅੰਦਰ, ਭੁੱਖ ਜਿਵੇਂ ਲੱਗਦੀ ਮਨੁੱਖ ਭੋਜਨ ਛਕਦਾ, ਉਸ ਵੇਲੇ ਬਹੁਤ ਸਵਾਦ ਹੀ ਲੱਗਦਾ ਭੋਜਨ, ਜਦੋਂ ਭੁੱਖ ਲੱਗੀ ਹੋਏ। ਤੇ ਮਹਾਰਾਜ ਕਹਿੰਦੇ ਜੇ ਸੱਚੇ ਨਾਮ ਦੀ ਭੁੱਖ ਲੱਗ ਜੇ, ਅੰਦਰ ਤੜਫ ਲੱਗ ਜਾਏ, ਤਾਂ ਉਸ ਭੁੱਖ ਦੇ ਸਹਿਤ ਹੋ ਕੇ ਜਦੋਂ ਵਾਹਿਗੁਰੂ ਦਾ ਨਾਮ ਜਪੀਏ ਤੇ ਚਲੀ ਹੈ ਦੁੱਖ, ਸਾਰੇ ਦੁੱਖ ਚਲੇ ਜਾਂਦੇ ਨੇ। ਸੋ ਮੇਰਾ ਮਨ ਤਨ ਭੁੱਖ ਅਤ ਅਗਲੀ, ਕੋਈ ਆਣ ਮਿਲਾਵੇ ਮਾਂ। ਹੇ ਮੇਰੀ ਮਾਂ, ਕੋਈ ਲਿਆ ਮਿਲਾਵੇ ਜੇ ਮੈਨੂੰ ਪ੍ਰਮਾਤਮਾ, ਕੋਈ ਲਿਆ ਕੇ ਮਿਲਾ ਦੇਵੇ ਵਾਹਿਗੁਰੂ ਨੂੰ ਮੇਰੇ ਨਾਲ, ਮੈਨੂੰ ਉਹਦੇ ਨਾਲ ਮਿਲਾ ਦੇਵੇ, ਇਹ ਮੇਰੀ ਤਮੰਨਾ ਹੈ। ਭੁੱਖ ਬਹੁਤ ਲੱਗੀ ਹੋਈ ਹੈ ਮਨ ਤੇ ਤਨ ਦੇ ਅੰਦਰ। ਚਾਰੇ ਕੁੰਡਾ ਭਾਲੀਆਂ ਸਹਿ ਬਿਨ ਅਵਰ ਨਾ ਜਾਏ। ਮੈਂ ਚੌਂ ਕੁੰਡਾਂ 'ਚ ਉੱਤਰ ਦੱਖਣ ਪੂਰਬ ਪੱਛਮ ਲਹਿੰਦਾ ਚੜ੍ਹਦਾ ਦੱਖਣ ਤੇ ਪਹਾੜ ਸਾਰੀਆਂ ਦਿਸ਼ਾਵਾਂ ਭਾਲ ਕੇ ਵੇਖੀਆਂ ਹਨ। ਸ਼ਾਹ ਜਿਹੜਾ ਸ਼ੌ ਮਤਪਤੀ ਮਾਲਕ ਹੈ ਨਾ ਪ੍ਰਮਾਤਮਾ ਅਕਾਲ ਪੁਰਖ, ਉਸ ਤੋਂ ਬਗੈਰ ਅਵਰ ਨਾ ਜਾਏ। ਹੋਰ ਕੋਈ ਥਾਂ ਹੀ ਨਹੀਂ ਹੈ, ਭਾਵ ਉਹਦੀ ਸ਼ਰਨ ਤੋਂ ਬਗੈਰ ਕੋਈ ਟਿਕਾਣਾ ਨਹੀਂ ਸੁੱਖ ਦਾ, ਜਿੱਥੇ ਸੁੱਖ ਪ੍ਰਾਪਤ ਹੋਵੇ, ਜਿੱਥੇ ਟਿਕਿਆ ਜਾ ਸਕੇ, ਉਸ ਤੋਂ ਬਗੈਰ ਕੋਈ ਜਗ੍ਹਾ ਨਹੀਂ। ਪ੍ਰਤੱਖ ਤੌਰ 'ਤੇ ਵੀ ਉਹ ਐਸੀ ਜਗ੍ਹਾ ਹੀ ਕੋਈ ਨਹੀਂ ਜਿੱਥੇ ਵਾਹਿਗੁਰੂ ਦਾ ਵਾਸਾ ਨਹੀਂ ਹੈ। ਤਿਸ ਆਗੈ ਅਰਦਾਸ ਕਰ ਜੋ ਮੇਲੇ ਕਰਤਾਰ। ਇੱਥੇ ਸਤਿਗੁਰੂ ਕਹਿ ਰਹੇ ਨੇ ਜਿਹੜਾ ਕਰਤਾਰ ਅਕਾਲ ਪੁਰਖ ਨਾਲ ਮੇਲ ਦਿੰਦਾ, ਐਸੇ ਸਤਿਗੁਰੂ ਦੇ ਅੱਗੇ ਅਰਦਾਸ ਕਰ। ਸਾਨੂੰ ਸਿੱਖਿਆ ਦੇ ਰਹੇ ਨੇ ਜਿਹੜਾ ਸਤਿਗੁਰੂ ਕਰਤਾਰ ਨਾਲ ਮੇਲਣ ਵਾਲਾ ਹੈ, ਜਿਹੜਾ ਆਪਣੇ ਪੈਰਾਂ ਨਾਲ ਜੋੜੇ, ਉਹ ਸਤਿਗੁਰੂ ਨਹੀਂ ਹੁੰਦਾ। ਜਿਹੜਾ ਕਹੇ ਵੀ ਮੇਰੇ ਖਰੌੜਿਆਂ ਦੀ ਸਰੀਰ ਦੀ ਪੂਜਾ ਕਰੋ, ਅਨੇਕਾਂ ਐਸੇ ਹੋ ਚੁੱਕੇ ਹੁਣ ਵੀ ਹਨ ਜਿਨ੍ਹਾਂ ਨੂੰ ਬੜੀ ਇਹ ਇੱਛਾ ਸਾਡੀ ਪੂਜਾ ਹੀ ਹੋਏ, ਮੱਥੇ ਹੀ ਟਿਕੀ ਜਾਣ, ਇਸ ਖਿਆਲ 'ਚ ਪਰਚ ਗਏ ਲੋਕ। ਤਾਂ ਜਿਹੜਾ ਸਤਿਗੁਰੂ ਕਰਤਾਰ ਨਾਲ ਮੇਲ ਦੇਵੇ, ਬ੍ਰਹਮ ਗਿਆਨ ਬਖਸ਼ ਦੇਵੇ, ਐਸੇ ਸਤਿਗੁਰੂ ਅੱਗੇ ਅਰਦਾਸ ਬੇਨਤੀ ਕਰੋ ਮਨੋ ਤਨ। ਸਤਿਗੁਰ ਦਾਤਾ ਨਾਮ ਕਾ ਪੂਰਾ ਜਿਸ ਭੰਡਾਰ। ਸਤਿਗੁਰੂ ਮਹਾਰਾਜ ਜੀ ਨਾਮ ਦੇ ਦਾਤੇ ਹਨ, ਜਿਨ੍ਹਾਂ ਦੇ ਪਾਸ ਭੰਡਾਰੇ ਭਰੇ ਹੋਏ ਨੇ। ਵਾਹਿਗੁਰੂ ਦੇ ਨਾਮ ਦੇ ਗਿਆਨ ਦੇ ਉਪਦੇਸ਼ ਦਾ ਭੰਡਾਰਾ ਜਿਨ੍ਹਾਂ ਦੇ ਪਾਸ ਭਰਿਆ ਹੋਇਆ ਹੈ। ਸਦਾ ਸਦਾ ਸਲਾਹੀ ਅੰਤ ਨਾ ਪਾਰਾਵਾਰ। ਇਸ ਕਰਕੇ ਸਤਿਗੁਰੂ ਦੇ ਆਖੇ ਲੱਗ ਕੇ ਸਦਾ ਸਦਾ ਵਾਸਤੇ ਸਲਾਹੁਣਾ ਚਾਹੀਦਾ ਵਾਹਿਗੁਰੂ ਪਰਮਾਤਮਾ ਨੂੰ, ਸਤਿਗੁਰੂ ਜੀ ਨੂੰ। ਅੰਤ ਨਾ ਪਾਰਾਵਾਰ, ਉਹਨਾਂ ਦੀਆਂ ਖੂਬੀਆਂ ਦਾ, ਉਹਨਾਂ ਦੇ ਗੁਣਾਂ ਦਾ ਕੋਈ ਅੰਤ ਨਹੀਂ। ਜਿਸ ਪਰਮਾਤਮਾ ਦਾ ਪਾਰ ਉਰਾਰ ਨਹੀਂ ਹੈ। ਸਮੁੰਦਰ ਵਾਂਗ, ਸਮੁੰਦਰ ਦਾ ਤੇ ਪਾਰ ਉਰਾਰ ਲੱਗ ਜਾਂਦਾ ਪਤਾ, ਪਰ ਵਾਹਿਗੁਰੂ ਐਡਾ ਵੱਡਾ ਸਮੁੰਦਰ ਆ, ਉਹਦਾ ਨਾ ਪਾਰ ਹੈ ਨਾ ਉਰਾਰ ਹੈ। ਪਰਵਦਗਾਰ ਸਲਾਹੀ ਹੈ ਜਿਸ ਦੇ ਚਲਤ ਅਨੇਕ। ਪਰਵਦਗਾਰ ਦਾ ਅਰਥ ਹੈ ਪਾਲਣਹਾਰਾ, ਸਾਰੀ ਸ੍ਰਿਸ਼ਟੀ ਦੀ ਪਰਵਰਿਸ਼ ਕਰਨ ਵਾਲਾ ਜੋ ਵਾਹਿਗੁਰੂ ਹੈ, ਐਸੇ ਵੱਡੇ ਪਾਲਣਹਾਰ ਵਾਹਿਗੁਰੂ ਨੂੰ ਹਮੇਸ਼ਾ ਸਲਾਹੁਣਾ ਚਾਹੀਦਾ, ਜਿਸ ਦੇ ਚਲਤ ਕੌਤਕ ਅਨੇਕਾਂ ਹਨ। ਜਾਂ ਕਿ ਚਲਤ ਨਾ ਜਾਹੀ ਲਖਣੇ ਨਾਨਕ ਸਦਾ ਧਿਆਏ। ਜਿਸ ਦੇ ਚਰਿੱਤਰ ਬੜੇ ਮਹਾਨ ਹਨ। ਰਾਜਾ ਸ਼ਰਮ ਮਿੱਤ ਨਹੀਂ ਜਾਨੀ ਤੇਰੀ,
तेरे संतन की हों चेरी रहा। बसतो जाए सो रोवत आवे, रोवत जाए सो हसै। बसतो होए होए सो ऊजर, ऊजर होए सो बसै। सो जलते थल कर थलते कूआ कूबते मेर करावै। धरती ते आकाश चढ़ावै, चढ़े आकाश गिरावै। भिखारी ते राज करावै, राजा ते भिखारी। खल मूर्ख ते पंडित करबो, पंडित ते मुगधारी। नारी ते जो पुरख करावै, पुरखन ते जो नारी। कह कबीर साधु को प्रीतम, तिस मूर्त बलिहारी। जिस दे चलित्र कौतक लखे नहीं जाते, ऐसा जो वाहिगुरु अनेकां कौतकां दे करन वाला, वैसे परवतगार पालनहार नूं सलाहुणा चाहीदा। सदा सदा आराधी है इहा मत विशेख। महाराज कहते ने दुनिया समझदी है भी जिहड़ा बंदा माया बहुती कमा लेंदा वो बड़ी उच्ची मत वाला। जिहड़ा मनुख चार बंदियां 'च खलो के गलबात करन विच बड़ा चतुर है, वो बड़ा महान है, बड़ी उच्ची मत वाला, बड़ी अकल आ उसनूं। इउं अकलां नूं सलाहिया जांदा, बुद्धियां नूं मत्तां नूं सलाहिया जांदा। पर महाराज कहंदे ने सदा सदा जिस मत राहीं परमात्मा नूं अराधना, जिस मत राहीं परमात्मा दा अराधन होए, इहा मत विशेष। ये मत विशेष है। सा बुद्ध दीजै जित विसरह नाहीं। जिस बुद्धि राਹੀਂ ਤੁਸੀਂ ना भुलो, ऐसी मत सानू बुद्ध बख्शिश करो। ऐसी ज्ञात बख्शिश करो जिस राਹੀਂ ਤੁਸੀਂ ना भुलो। सो आत्म विषैणी मत, भगत दी मत सब तो ਉੱਚੀ ਮੰਨੀ गई है। जिमें बचन किया है कि सहस बनक जब मिले तब होए एक ठगारा। बाणियां दी बुद्ध बड़ी ਉੱਚੀ ਮੰਨੀ गई है। और वो बाणीए सौखे ढंग नाल बैठे दुकानां ते बड़ा पैसा कमाई जा रहे हैं। कोई ज़्यादा मेहनत मशक्कत नहीं करनी पैंदी। दुकानदार जाने 1000 बाणीए दी बुद्ध इकट्ठी होवे दुकानदार दी ते एक ठग बनदा। कहंदे सहस ठग जब मिले तब होए एक ठठारा। 1000 ठग इकट्ठे होण ते ठठार भांडे बनाउण वाले दी बुद्ध हुंदी है। सहस ठठार जब मिले तब होए एक सुनारा। सुनियारे की बुद्ध उदों ज़्यादा उच्ची मनी गई है। फिर वो लिखता विद्वान सहस बनक ठग ठठार ओ सुनियार की। इति बुद्ध जब भई तब होए भगत करतार की। इन्हां सारे 1000 बंदियां दियां बुद्धियां इकट्ठियां कर लईए तो फिर बनती है भगत की बुद्धि। कहो कबीर बुद्ध हर लई मेरी बुद्ध बदली सिद्ध पाई। संसाराकार बुद्धि जिन्हों असीं अनेकां तरह की कह सकते हैं। विषय विषैणी बुद्धि संसार नूं विषय कर रही, जिहड़ी विकारां नूं विषय कर रही है। विहाराकार संसाराकार बुद्ध वो अनेकां तरह की है। विद्या पढ़न दे नाल बुद्धि साण ते चढ़ जाती, तिखी हो जाती, पर बदलती नहीं। वाहिगुरू दे सिमरन द्वारा बुद्ध बदलती है। पहलां तां चंगी बुद्ध होए ते सिमरन हुंदा है। फिर सिमरन करदियां करदियां जिहड़ी भगतां कोल बुद्धि है ना जी, कई संत महात्मा पढ़े भी नहीं हुंदे, अंगूठा छाप हुंदे ने, पर वो बचन एडे एडे उच्चे करते हैं कि बंदा सुनने वाला चक्रत हो जाता। वाहिगुरू के सिमरन द्वारा एडा प्रकाश उन्होंने अंदर होंदा। संत जरनैल सिंह जी जो कि समय वेख लो, स्कूल में सिर्फ 5 मातां पढ़े हुए हैं, पर वड्डे वड्डे खब्बी खान कहते PhD कीतियां। राम जेठ मलानी वर्गे हाई कोर्ट के वकील, स्वामी सुब्रामणियन वर्गे कई डिग्रियां के मालक, और अनेकां लोग आए तो निरुत्तर होके गए, बाਹਾਂ खड़ियां करके नमस्कार करके गए। एक ने कहा संतों के प्रश्नों का हमारे पास कोई जवाब नहीं है। सो इस प्रकार उन्हां दे अगे कोई बोल नहीं सी सकदा, नमस्कार करनी पैंदी सी। ऐसी बुद्धि सिमरन द्वारा महान बुद्ध प्राप्त हुंदी है। सो हजूर कहंदे ने कि सदा सदा आराधी है यह मत विशेष। ਇਹੋ ਉੱਚੀ विशेष बुद्धि है जिहदे राਹੀਂ सवास आ सदा सदा परमात्मा का आराधन किया जाता। मन तन मिठा तिस लग्गै जिस मस्तक नानक लेख। हजूर कहंदे ने जिस दे मस्तक ते पूर्वले निष्काम कर्मा करके परमात्मा ने जन्म तो ही लेख लिखिया होया, ਉਹਦੇ मन ते तन इंद्रियां नूं मन नूं परमात्मा का नाम मिठा लगता है। सो इस प्रकार फीके हर के नाम बिन स्वाद, जां आन स्वाद सब फीकिया कर नरनों डीठा। हर बिन कछू न लागे भगतन को मीठा। आन स्वाद सब फीकिया कर नरनों डीठा। भगत वाहिगुरू के नाम तो बगैर होर किसी चीज़ नूं मिठी नहीं मनते। श्री राग महला 5वां।
ਪੰਚਮ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਅਗਲਾ ਸ਼ਬਦ ਉਚਾਰਨ ਕਰਦੇ ਹਨ। ਸੰਤ ਜਨੋਂ ਮਿਲ ਭਾਈ ਹੋ, ਸੱਚਾ ਨਾਮ ਸਮਾਲ। ਹਜ਼ੂਰ ਕਹਿੰਦੇ ਨੇ ਕਿ ਸੰਤ ਜਨਾਂ ਨੂੰ ਆਪਣੇ ਭਾਈ ਬਣਾਉਣਾ ਚਾਹੀਦਾ, ਭਾਵ ਉਹਨਾਂ ਨਾਲ ਸੰਜੋਗ ਮਿਲਾਪ ਕਰਨਾ ਚਾਹੀਦਾ। ਹੇ ਭਾਈਓ, ਸਾਨੂੰ ਗੁਰਸਿੱਖਾਂ ਨੂੰ ਵੀ ਸਤਿਗੁਰਾਂ ਨੇ ਭਾਈ ਕਿਹਾ, ਬਲਕਿ ਸਾਰੀ ਸ੍ਰਿਸ਼ਟੀ ਦੇ ਜੀਆਂ ਨੂੰ ਭਾਈ ਕਿਹਾ ਕਿ ਮੁਖਾਤਬ ਹੋਏ ਹਨ ਸੱਚੇ ਪਾਤਸ਼ਾਹ। ਕਿਹਾ ਜੋ ਗੁਰ ਕੇ ਸਿੱਖ ਮੇਰੇ ਭਾਈ, ਇੰਜ ਵੀ ਕਿਹਾ ਮੇਰੇ ਸਿੱਖ ਸੁਣੋ ਪੁੱਤ ਭਾਈ ਹੋ, ਮੇਰਾ ਹਰ ਭਾਣਾ ਆਓ ਮੈਂ ਪਾਸ ਜੀਓ। ਬਾਬਾ ਸੁੰਦਰ ਜੀ ਗੁਰੂ ਅਮਰਦਾਸ ਦੇ ਪ੍ਰਪੋਤਰਾ ਜੀ ਕਹਿੰਦੇ ਨੇ, ਗੁਰੂ ਅਮਰਦਾਸ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਆਹ ਉਪਦੇਸ਼ ਦਿੱਤਾ ਸੀ। ਔਰ ਇਸ ਪ੍ਰਕਾਰ ਹੇ ਭਾਈਓ ਮਿਲੋ ਇਕੱਠੇ ਹੋਵੋ ਹੈ ਸੰਤ ਜਨ ਵੀ ਸਿੱਖਾਂ ਨੂੰ ਕਹਿ ਰਹੇ ਨੇ, ਸਤਸੰਗੀਆਂ ਨੂੰ ਕਹਿ ਰਹੇ ਨੇ। ਸਾਡੀ ਪ੍ਰੇਰਨਾ ਇਹ ਹੈ ਕਿ ਵਾਹਿਗੁਰੂ ਦੇ ਸੱਚੇ ਨਾਮ ਨੂੰ ਸੰਭਾਲੋ, ਚੇਤੇ ਕਰੋ, ਯਾਦ ਕਰੋ ਪ੍ਰਮਾਤਮਾ ਦੇ ਸੱਚੇ ਨਾਮ ਨੂੰ। ਤੋਸਾ ਬੰਧੋ ਜੀ ਕਾ ਇੱਥੇ ਉੱਥੇ ਨਾਲ। ਤੋਸਾ ਹੁੰਦਾ ਰਾਹ ਦਾ ਖਰਚ ਪਾਣੀ ਜਿਹੜਾ ਪੱਲੇ ਬੰਨ੍ਹ ਕੇ ਤੁਰੀਦਾ ਯਾਤਰਾ ਨੂੰ। ਜੀਵਨ ਸਫ਼ਰ ਵਿੱਚ ਜਿਹੜਾ ਜੀਵਨ ਜਦੋਂ ਤੱਕ ਹੈ ਉਦੋਂ ਤੱਕ ਵੀ ਤੋਸਾ ਖਰਚਾ ਜੀਵਨ ਦੇ ਸਫ਼ਰ ਦਾ ਵਾਹਿਗੁਰੂ ਦਾ ਨਾਮ ਹੈ। ਤੇ ਅਗਲੇ ਜਹਾਨ ਵਿੱਚ ਵੀ ਤੋਸਾ ਹਰ ਕਾ ਨਾਮ ਲੈ, ਤੇਰੇ ਕੁਲਹਿ ਨਾ ਲੱਗਿਆ ਗਾਲ ਜੀਓ। ਅਗਲੇ ਜਹਾਨ ਦਾ ਪ੍ਰਲੋਕ ਰੂਪੀ ਰਸਤੇ ਦਾ ਤੋਸਾ ਵੀ ਖਰਚਾ ਪਰਮੇਸ਼ਰ ਦਾ ਨਾਮ ਹੈ, ਕਿਉਂਕਿ ਕਰਮ ਧਰਮ ਪਾਖੰਡ ਜੋ ਦੀਸਾ ਹੈ, ਤਿਨ ਜਮ ਜਗਾਤੀ ਲੂਟਾ। ਨਿਰਮਾਣ ਕੀਰਤਨ ਗਵ ਹੋ ਕਰਤੇ ਕਾ, ਨਿਮਖ ਸਿਮਰਤ ਜਿਤ ਛੂਟਾ। ਜਿਨ੍ਹਾਂ ਧਰਮ ਦੇ ਕਰਮਾਂ 'ਚ ਪਖੰਡ ਰਲਿਆ ਹੋਇਆ, ਮਾਰੇ ਕਹਿੰਦੇ ਨੇ ਭਈ ਧਾਰਮਿਕ ਕੰਮ ਉਹ ਜਿਨ੍ਹਾਂ 'ਚ ਪਖੰਡ ਹੈ ਉਹਨਾਂ ਨੂੰ ਤਾਂ ਜਮ ਜਗਾਤੀ ਆ, ਮਹਿਸੂਲ ਲਾਉਣ ਵਾਲਾ ਜਮਰਾਜ ਲੁੱਟ ਲੈਂਦਾ। ਤੇ ਪਰਮੇਸ਼ਰ ਦਾ ਜਿਹੜਾ ਨਾਮ ਹੈ ਇੱਕ ਨਿਮਖ ਮਾਤਰ ਵੀ ਜਪਿਆ ਹੋਇਆ ਤੁਹਾਨੂੰ ਨਿਰਬੰਧ ਕਰ ਦੇਗਾ। ਨਿਮਖ ਸਿਮਰਤ ਜਿਤ ਛੂਟਾ, ਛੁੱਟ ਜਾਓਗੇ। ਤੋਸਾ ਬੰਧੋ ਜੀ ਕਾ, ਜੀਵ ਆਤਮਾ ਦਾ ਤੋਸਾ ਖਰਚਾ, ਕਿਉਂਕਿ ਇਹ ਜਿਹੜਾ ਜੀਵਨ ਹੈ ਸਰੀਰ ਦਾ, ਇਹ ਸਰੀਰ ਦਾ ਤੇ ਇੰਨਾ ਕੁ ਮਿਥਿਆ ਜੀਵਨ ਹੈ 60 70 80 ਸਾਲ, ਪਰ ਜੀਵ ਆਤਮਾ ਦਾ ਸਫ਼ਰ ਪਤਾ ਨਹੀਂ ਅੱਗੇ ਕਿੰਨਾ ਕੁ ਲੰਮਾ, ਕਿੰਨੇ ਕੁ ਸਰੀਰ ਹੋਰ ਧਾਰਨੇ ਨੇ ਆਪਣੇ ਕਰਮਾਂ ਦੇ ਮੁਤਾਬਕ, ਪਰਲੋਕ ਨੂੰ ਜਾਣਾ, ਕਿੱਥੇ ਕਿੱਥੇ ਕਿੱਧਰ ਕਿੱਧਰ ਜਾਣਾ। ਇਹ ਜੀਵ ਆਤਮਾ ਦਾ ਤੋਸਾ ਖਰਚਾ ਹੈ, ਇਹ ਬੰਨ੍ਹ ਲਓ ਪੱਲੇ ਇੱਥੇ ਉੱਥੇ ਨਾਲ। ਇੱਥੇ ਇਸ ਜਹਾਨ ਵਿੱਚ ਵੀ ਤੇ ਉੱਥੇ ਪ੍ਰਲੋਕ ਦਰਗਾਹ ਵਿੱਚ ਵੀ ਨਾਲ ਹੋਵੇਗਾ ਵਾਹਿਗੁਰੂ ਦਾ ਨਾਮ। ਗੁਰਪੂਰੇ ਤੇ ਪਾਈ ਹੈ ਆਪਣੀ ਨਦਰ ਨਿਹਾਲ। ਪੂਰਿਆਂ ਗੁਰਾਂ ਤੋਂ ਇਹ ਪ੍ਰਾਪਤ ਕੀਤਾ ਜਾਂਦਾ ਹੈ ਜਦੋਂ ਮਹਾਰਾਜ ਆਪਣੀ ਮਿਹਰ ਦੀ ਨਜ਼ਰ ਦ੍ਰਿਸ਼ਟੀ ਦੁਆਰਾ ਨਿਹਾਲ ਵੇਖਦੇ ਹਨ। ਆਪਣੀ ਕਿਰਪਾ ਦ੍ਰਿਸ਼ਟੀ ਦੁਆਰਾ ਜਦੋਂ ਸਿੱਖ ਨੂੰ ਨਿਹਾਲ ਕਰ ਦਿੰਦੇ ਆ, ਸੇਵਕ ਨੂੰ, ਤੇ ਇਸ ਪ੍ਰਕਾਰ ਉਹ ਫਿਰ ਇਸ ਨਾਮ ਦੇ ਨਾਲ ਹੀ ਜੁੜਿਆ ਰਹਿੰਦਾ। ਇੱਕ ਪੂਰੇ ਗੁਰੂ ਦੁਆਰਾ ਪਾਈਦਾ ਆਪਣੀ ਨਜ਼ਰ ਨਿਹਾਲ, ਆਪਣੀ ਮਿਹਰ ਦ੍ਰਿਸ਼ਟੀ ਦੁਆਰਾ ਜਦੋਂ ਵਾਹਿਗੁਰੂ ਜੀ ਕਿਸੇ ਸੇਵਕ ਵੱਲ ਤੱਕਦੇ ਨੇ ਤੇ ਪੂਰੇ ਗੁਰੂ ਨਾਲ ਮਿਲਾ ਦਿੰਦੇ। ਪੂਰੇ ਗੁਰੂ ਦੇ ਪਾਸੋਂ ਇਹ ਵਾਹਿਗੁਰੂ ਜੀ ਦਾ ਨਾਮ ਦਾਤ ਪ੍ਰਾਪਤ ਹੁੰਦੀ ਹੈ। ਕਰਮ ਪ੍ਰਾਪਤ ਤਿਸ ਹੋਵੇ ਜਿਸਨੂੰ ਹੋਏ ਦਇਆਲ। ਜਿਸ ਦੇ ਪੂਰਬਲੇ ਕਰਮਾਂ ਕਰਕੇ ਜਾਂ ਭਗਤੀ ਭਾਵਨਾ ਅੰਦਰ ਦੀ ਚੰਗੀ ਭਾਵਨਾ ਹੋਣ ਕਰਕੇ ਵਾਹਿਗੁਰੂ ਜੀ ਜਿਸ ਤੇ ਦਿਆਲੂ ਹੁੰਦੇ ਨੇ, ਤੇ ਫਿਰ ਵਾਹਿਗੁਰੂ ਜੀ ਦੀ ਇੱਕ ਕਰਮ ਬਖਸ਼ਿਸ਼ ਹੁੰਦੀ ਆ, ਉਸ ਕਰਮ ਦੁਆਰਾ ਪ੍ਰਾਪਤ ਹੁੰਦੀ ਹੈ ਇਹ ਦਾਤ। ਪੂਰੇ ਗੁਰੂ ਨਾਲ ਜੁੜਨਾ ਜਾਂ ਨਾਮ ਜਪਣਾ ਇਹ ਇੱਕ ਵਾਹਿਗੁਰੂ ਦਾ ਕਰਮ ਹੈ, ਪਰਮਾਤਮਾ ਦੀ ਬਖਸ਼ਿਸ਼ ਦੀ ਨਿਸ਼ਾਨੀ ਹੈ। ਮੇਰੇ ਮਨ ਗੁਰ ਜੀਵੜ ਅਵਰ ਨਾ ਕੋਏ। ਹਜ਼ੂਰ ਕਹਿੰਦੇ ਨੇ ਆਪਣੇ ਮਨ ਨੂੰ ਸਮਝਾ ਲਓ ਕਿ ਸਤਿਗੁਰੂ ਮਹਾਰਾਜ ਵਰਗਾ ਗੁਰੂ ਜਿੱਡਾ ਵੱਡਾ ਹੋਰ ਕੋਈ ਨਹੀਂ ਹੈ। ਜਿੱਡੇ ਵੱਡੇ ਸਤਿਗੁਰੂ ਨਾਨਕ ਦੇਵ ਜੀ ਹਨ ਨਾ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕੱਲ ਰਾਖੀ ਮੇਰੀ। ਗੁਰ ਜੀਵੜ ਅਵਰ ਨਾ ਦੀਸਈ, ਖੋਜ ਡਿੱਠਾ ਬ੍ਰਹਿਮੰਡ। ਖੰਡ ਬ੍ਰਹਿਮੰਡ ਖੋਜ ਕੇ ਵੇਖੇ ਨੇ ਤਾਂ ਕੋਈ ਨਹੀਂ ਦਿਸਿਆ ਗੁਰੂ ਜਿੱਡਾ ਵੱਡਾ। ਮੇਰੇ ਮਨ ਗੁਰ ਜੀਵੜ ਅਵਰ ਨਾ ਕੋਏ। ਜਿਵੇਂ ਭਾਈ ਗੁਰਦਾਸ ਨੇ ਕਿਹਾ ਹੈ, ਆਂਬ ਕੀ ਸਦਰ ਕਤ ਮਿਟਤ ਆਂਬਲੀ ਖਾਏ, ਪਿਤਾ ਕੋ ਪਿਆਰ ਨਾ ਪਰੋਸੀ ਪਹਿ ਪਾਈਏ। ਅੰਬ ਖਾਣ ਦੀ ਸਦਰ ਸਿੱਕ ਹੋਵੇ ਤੇ ਆਂਬਲੀ ਕੱਚੀ ਇੰਬੀ ਜਾਂ ਅੱਕ ਦੀ ਅੰਬਾਕੜੀ ਖਖੜੀ ਇਤਿਆਦਿਕ ਜਾਂ ਗਿੜਕ ਜਿਹੜੀ ਅੰਬ ਦੀ ਹੈ ਇਹ ਅਰਥ ਕੀਤੇ, ਜਾਂ ਇਮਲੀ, ਚਾਰ ਅਰਥ ਕੀਤੇ ਨੇ ਅੰਬਲੀ ਸ਼ਬਦ ਦੇ। ਇਹ ਚੀਜ਼ਾਂ ਮੂੰਹ 'ਚ ਪਾਉਣ ਨਾਲ, ਖਾਣ ਨਾਲ ਅੰਬ ਦੀ ਸਦਰ ਸਿੱਕ ਨਹੀਂ ਮਿਟ ਸਕਦੀ। ਅੰਬ ਅੰਬ ਹੀ ਹੈ, ਫਲਾਂ ਦਾ ਬਾਦਸ਼ਾਹ ਹੈ।
ਪਿਤਾ ਵਰਗਾ ਪਿਆਰ ਕਿਸੇ ਪੜੋਸੀ, ਕਿਸੇ ਗੁਆਂਢੀ, ਕਿਸੇ ਹੋਰ ਵਿਅਕਤੀ ਦੇ ਪਾਸੋਂ ਨਹੀਂ ਪ੍ਰਾਪਤ ਹੁੰਦਾ। ਪਿਤਾ ਪਿਤਾ ਹੀ ਹੈ। पिता को प्यार न परोसी पह पाई है। और इंद्र बरखा समान पुजसना कूप जल। इंद्र बरखा 12 वरियां दी औड़ लगी होवे ते कोई मनुख कहे नहीं मींह पैंदा ते फिर की असीं खूह चला चला के अपने खेत सिंज लवांगे। खूह दी पायां बहुत घट है, जिहड़ा उपरों बदल वर के आउणा, मींह पैना, सब धरती सरसबज हो जाती है। टिब्बियां ते भी घाह उग पैंदा, ਜਿਹੜੀ ਪਈ ਬਰਾਨੀ ਧਰਤੀ ਉਸੇ ਵੀ ਘਾਹ ਉਗ ਪੈਂਦਾ, ਫਸਲਾਂ ਹੋ ਜਾਂਦੀਆਂ, ਬੜਾ ਕੁਛ ਹੁੰਦਾ। ਇੰਦਰ ਵਰਖਾ, ਬੱਦਲ ਦੀ ਵਰਖਾ ਦੇ ਬਰਾਬਰ ਖੂਹਾਂ ਦਾ ਜਲ ਨਹੀਂ ਪੁੱਜ ਸਕਦਾ। ਇੰਦਰ ਵਰਖਾ ਸਮਾਨ ਪੁੱਜਸਨ ਨਾ ਕੂਪ ਜਲ, ਚੰਦਨ ਸੁਬਾਸ ਨਾ ਪਲਾਸ ਮਹਿਕਾਈ ਹੈ। ਜੇ ਕੋਈ ਕਹੇ ਵੀ ਜੇ ਚੰਦਨ ਦਾ ਬੂਟਾ ਨਹੀਂ ਲੱਭਦਾ ਤੇ ਆਹ ਵੇਖੇ ਸਾਡੇ ਖੇਤਾਂ ਦੇ ਵਿੱਚ ਪਲਾਹ ਦੇ ਦਰਖਤਾਂ ਨੇ, ਇੱਥੋਂ ਖੁਸ਼ਬੂ ਮਿਲ ਜਾਏਗੀ। ਪਲਾਹ ਦੇ ਦਰਖਤ ਕੋਲੋਂ ਚੰਦਨ ਵਰਗੀ ਖੁਸ਼ਬੂ ਕਦਾਚਿਤ ਨਹੀਂ ਮਿਲ ਸਕਦੀ। ਸਾਗਰ ਕੀ ਨਿੱਧ ਕਤ ਪਾਈਤ ਪੋਖਰਸ ਹੈ। ਜਿਹੜਾ ਸਾਗਰ ਦੇ ਵਿੱਚ, ਸਮੁੰਦਰਾਂ ਦੇ ਵਿੱਚ ਨਿੱਧਾਂ ਹਨ, ਹੀਰੇ ਰਤਨ ਜਵਾਹਰਾਤ, ਉਹ ਕਿਸੇ ਪਿੰਡ ਦੇ ਬਾਹਰ ਜਿਹੜਾ ਛੱਪੜ ਹੈ ਉਹਨਾਂ ਛੱਪੜਾਂ ਵਿੱਚੋਂ ਥੋੜ੍ਹਾ ਮਿਲ ਸਕਦਾ। ਉੱਥੋਂ ਸਿੱਪੀਆਂ, ਘੋਗੇ, ਜੋਕਾਂ ਇਤਿਆਦਿਕ ਮਿਲਣਗੀਆਂ, ਉੱਥੋਂ ਸਾਗਰ ਵਰਗੀਆਂ ਨਿੱਧਾਂ ਨਹੀਂ ਮਿਲ ਸਕਦੀਆਂ। ਸਾਗਰ ਕੀ ਨਿੱਧ ਕਤ ਪਾਈਤ ਪੋਖਰਸ ਹੈ। ਦਿਨ ਕਰ ਸਰ ਦੀਪ ਜੋਤ ਨਾ ਦੀ ਪਾਈ ਹੈ। ਦਿਨਕਰ ਸੂਰਜ ਦੇ ਨਾਂ ਜਿਹੜੇ ਬੱਦਲਵਾਈ ਰਹੇ ਤੇ ਕਹੀਏ ਵੀ ਦੀਵੇ ਜਗਾ ਜਗਾ ਕੇ ਸੂਰਜ ਵਰਗੀ ਰੋਸ਼ਨੀ ਕਰ ਦਿਆਂਗੇ ਸਾਰੇ ਪਾਸੇ ਸਮਾਨ ਤੇ, ਹੋ ਨਹੀਂ ਸਕਦੀ। ਸੂਰਜ ਸੂਰਜ ਹੈ। ਦਿਨ ਚੜ੍ਹਨ ਦੇ ਨਾਲ ਜਿਹੜੀ ਰੋਸ਼ਨੀ ਪ੍ਰਾਪਤ ਹੁੰਦੀ ਹੈ ਸੂਰਜ ਉਗਣ ਨਾਲ, ਉਹ ਦੀਵਿਆਂ ਦੇ ਨਾਲ ਭਾਵੇਂ ਕਰੋੜਾਂ ਹੀ ਜਗਾ ਲਈਏ ਨਹੀਂ ਹੋ ਸਕਦੀ। ਦਿਨ ਕਰ ਸਰ ਦੀਪ ਜੋਤ ਨਾ ਪੁਜਾਈ ਹੈ। ਫਿਰ ਭਾਈ ਗੁਰਦਾਸ ਜੀ ਆਖਰ ਨਿਚੋੜ ਕੱਢਦੇ ਨੇ, ਕਹਿੰਦੇ ਇਸੇ ਤਰ੍ਹਾਂ ਸ਼੍ਰੀ ਗੁਰਦਿਆਲ ਸੀ ਦਇਆ ਨਾ ਆਨ ਦੇਵ ਮੈਂ, ਜੋ ਖੰਡ ਬ੍ਰਹਮੰਡ ਉਹਦਾ ਅਸਤਲੋਤ ਆਈ ਹੈ। ਜਿਹੜੀ ਸਤਿਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਵਿੱਚ ਦਇਆ ਮਾਇਆ ਹੈ ਨਾ ਆਪਣੇ ਸਿੱਖਾਂ ਵਾਸਤੇ, ਉਹ ਹੋਰਨਾਂ ਦੇਵੀ ਦੇਵਤਿਆਂ ਪਾਸੋਂ ਨਹੀਂ ਮਿਲ ਸਕਦੀ। ਖੰਡਾਂ ਬ੍ਰਹਮੰਡਾਂ 'ਚ ਸੂਰਜ ਦੇ ਚੜ੍ਹਨ ਤੋਂ ਲੈ ਕੇ ਡੁੱਬਣ ਤੱਕ ਜਿੰਨੀ ਧਰਤੀ ਹੈ, ਭਾਵੇਂ ਧਾ ਦੌੜ ਭੱਜ ਕੇ ਵੇਖ ਲਈਏ, ਸਤਿਗੁਰੂ ਵਰਗੀ ਦਇਆ ਮਾਇਆ ਕਿਤੋਂ ਮਿਲ ਨਹੀਂ ਸਕਦੀ। ਹਜ਼ੂਰ ਨੇ ਜਿਨ੍ਹਾਂ ਨੂੰ ਨੀਵੀਆਂ ਜਾਤਾਂ ਲੋਕ ਕਹਿੰਦੇ ਸੀ, ਉਹਨਾਂ ਦੇ ਵਿੱਚੋਂ ਡੂਮ ਮਰਾਸੀ ਜਾਤ ਵਿੱਚੋਂ ਮਰਦਾਨਾ ਜੀ ਨੂੰ ਆਪਣਾ ਭਾਈ ਬਣਾਇਆ, ਭਾਈ ਮਰਦਾਨਾ ਜੀ। ਔਰ ਲਾਲੋ ਦੇ ਦਰਵਾਜ਼ੇ ਤੇ ਜਾ ਕੇ ਕਰੇ, ਭਾਈ ਲਾਲੋ ਦਰਵਾਜ਼ਾ ਖੋਲ। ਸੋ ਇਸ ਪ੍ਰਕਾਰ ਸੱਚੇ ਪਾਤਸ਼ਾਹ ਗਰੀਬ ਨਵਾਜ ਗੁੱਸਈਆਂ ਮੇਰਾ, ਐਸੀ ਦਇਆ ਮਾਇਆ ਸਤਿਗੁਰੂ ਦੇ ਪਾਸ ਹੈ। ਮੇਰੇ ਮਨ ਗੁਰ ਜੀਵੜਾ ਵਰਨਾ ਕੋਏ। ਇਹ ਮੇਰੇ ਮਨਾ ਗੁਰੂ ਜਿੱਡਾ ਵੱਡਾ ਹੋਰ ਕੋਈ, ਗੁਰੂ ਜਿੱਡਾ ਮਹਾਨ ਹੋਰ ਕੋਈ ਨਹੀਂ ਹੈ। ਦੂਜਾ ਥਾਉ ਨਾ ਕੋ ਸੁਝੈ, ਗੁਰ ਮੇਲੇ ਸੱਚ ਸੋਏ। ਹੋਰ ਦੂਜਾ ਥਾਂ ਟਿਕਾਣਾ ਸਾਨੂੰ ਨਹੀਂ ਕੋਈ ਸੁਝਦਾ, ਕਿਸੇ ਥਾਂ ਦੀ ਸਾਨੂੰ ਸੋਝੀ ਨਹੀਂ, ਗਿਆਤ ਨਹੀਂ ਕਿ ਕੋਈ ਹੋਰ ਵੀ ਥਾਂ ਹੋਵੇਗਾ। ਗੁਰ ਮੇਲੇ ਸੱਚ ਸੋਏ, ਜਿਹੜਾ ਗੁਰੂ ਮੇਲਦੇ ਨਾ ਪ੍ਰਮਾਤਮਾ ਨਾਲ, ਉਹ ਸੱਚ ਸਰੂਪ ਹੈ। ਗੁਰ ਮੇਲੇ ਸੱਚ ਸੋਏ, ਗੁਰੂ ਮੇਲ ਦਵੇ ਤੇ ਉਹ ਸੱਚਾ ਮਿਲਾਪ ਹੋਵੇਗਾ ਵਾਹਿਗੁਰੂ ਦੇ ਨਾਲ। ਰਹਾਓ ਸਗਲ ਪਦਾਰਥ ਤਿਸ ਮਿਲੇ ਜਿਨ ਗੁਰ ਡਿੱਠਾ ਜਾਏ। ਜਿਹਨੇ ਸਤਿਗੁਰੂ ਨੂੰ ਜਾ ਕੇ ਵੇਖ ਲਿਆ, ਗੁਰੂ ਨਾਨਕ ਜਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਭਰਿਆ। ਅੰਦਰ ਦੀ ਭਾਵਨਾ ਧਾਰ ਕੇ ਜਿਹਨੇ ਜਾ ਕੇ ਸਤਿਗੁਰਾਂ ਦਾ ਦੀਦਾਰ ਕੀਤਾ ਹੈ, ਸਗਲ ਪਦਾਰਥ ਤਿਸ ਮਿਲੇ। ਭਾਈ ਝੰਡਾ ਬਾਢੀ ਸੀ, ਬਾਢੀ ਤਰਖਾਣ ਨੂੰ ਕਹਿੰਦੇ ਨੇ ਭਾਈ ਝੰਡਾ, ਬਹੁਤ ਭਾਵਨਾ ਵਾਲਾ ਨੂੰ ਸਤਿਗੁਰੂ ਪਹਿਲੀ ਵਾਰੀ ਮਿਲੇ ਨੇ। ਤੇ ਫਿਰ ਹਜ਼ੂਰ ਨੇ ਨਾ ਉਹਦੀ ਝੁੱਗੀ, ਸਾਰੇ ਭਾਂਡੇ ਭੁੰਡੇ ਸਭ ਕੁਝ ਭੰਨ ਦਿੱਤਾ ਤੇ ਅੱਗੇ ਚਲੇ ਗਏ। ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਐਡੀ ਭਾਵਨਾ ਵਾਲਾ ਤੁਸੀਂ ਦਾ ਘਰ-ਬਾਰ ਜਿਹੜੀ ਝੁੱਗੀ ਗਰੀਬ ਦੀ ਭੰਨ ਦਿੱਤੀ। ਮਹਾਰਾਜ ਕਹਿਣ ਲੱਗੇ ਮਰਦਾਨਿਆ, ਇਹ ਐਡਾ ਪ੍ਰੇਮੀ ਝੁੱਗੀਆਂ 'ਚ ਰਹਿਣ ਦੇ ਯੋਗ ਨਹੀਂ, ਇਹ ਤਾਂ ਮਹੱਲਾਂ 'ਚ ਰਹਿਣ ਦੇ ਯੋਗ ਆ। ਤਾਂ ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਕਰ ਦਿੱਤੀ, ਬਹੁਤ ਕੁਝ ਬਖਸ਼ ਦਿੱਤਾ। ਇਸੇ ਤਰ੍ਹਾਂ ਅਨੇਕਾਂ ਹੋਰ ਮਿਸਾਲਾਂ ਉਦਾਹਰਨਾਂ, ਜਿਵੇਂ ਸੋਮੇ ਸ਼ਾਹ ਨੂੰ ਸਤਿਗੁਰੂ ਨੇ ਕਿਹਾ ਸੀ ਤੂੰ ਸਾਡਾ ਹੁਣ ਸ਼ਾਹ ਬਣ ਗਿਆ। ਪਰਖ ਕੀਤੀ ਸੀ ਪਹਿਲਾਂ, ਫਿਰ ਗੁਰੂ ਅਮਰਦਾਸ ਨੇ ਐਸਾ ਸ਼ਾਹ ਬਣਾ ਦਿੱਤਾ ਜਿੱਥੇ ਜਿੱਥੇ ਦੁਨੀਆ 'ਚ ਉਹਦੀ ਬੰਸ ਦੇ ਲੋਕ ਵਸਦੇ ਨੇ, ਮਾਲਾ ਮਾਲ ਹਨ, ਕਿਸੇ ਪਦਾਰਥ ਦੀ ਅਜੇ ਤੱਕ ਵੀ ਤੋਟ ਨਹੀਂ ਹੁਣ ਤੱਕ। ਸੋ ਜਿਵੇਂ ਪ੍ਰੇਮੇ ਕੋਹੜੀ ਨੂੰ ਸਤਿਗੁਰਾਂ ਨੇ ਕੋਹੜ ਮੇਟ ਕੇ ਮੁਰਾਰੀ ਦਾ ਖਿਤਾਬ ਦਿੱਤਾ ਸੀ, ਤੇ ਭਾਈ ਸ਼ੀਂਹ ਉੱਪਰ ਦੀ ਪੁੱਤਰੀ ਬੀਬੀ ਮਥਰੋ ਨਾਲ ਵਿਆਹ ਕਰਤਾ ਸੀ ਕਿ ਇਹ ਸਾਡੇ ਮੱਥੋਂ ਮੁਰਾਰੀ ਹਨ, ਇਹਨਾਂ ਦਾ ਨਾਮ ਜਪਿਆ ਕਰਨਗੇ ਲੋਕ। ਅੱਜ ਵੀ ਦੇਹਰਾਦੂਨ ਵਿਖੇ ਉਹਨਾਂ ਦੀ ਬੰਸ ਵਸਦੀ ਹੈ, ਮਾਲਾ ਮਾਲ ਹਨ, ਸਤਿਕਾਰ ਵੀ ਹੈ, ਇੱਜ਼ਤ ਵੀ ਹੈ ਤੇ ਪਦਾਰਥਾਂ ਦੀ ਤੋੜ ਵੀ ਨਹੀਂ। ਸੋ ਇਸ ਪ੍ਰਕਾਰ
ਜਿਨ ਗੁਰ ਡਿਠਾ ਜਾਏ, ਜਿਨ੍ਹਾਂ ਸਤਿਗੁਰਾਂ ਦੀ ਭਾਵਨਾ ਨਾਲ ਹਜ਼ੂਰੀ ਮਾਣੀ ਦਰਸ਼ਨ ਕੀਤਾ, ਉਹਨਾਂ ਨੂੰ ਸਾਰੇ ਪਦਾਰਥ ਉਸ ਜੀਵ ਨੂੰ ਮਿਲ ਗਏ। ਗੁਰ ਚਰਣੀ ਜਿਨ ਮਨ ਲੱਗਾ ਸੇ ਵੱਡ ਭਾਗੀ ਮਾਏ। ਹੇ ਮੇਰੀ ਮਾਂ, ਐਸੇ ਸਤਿਗੁਰਾਂ ਦੇ ਚਰਨਾਂ ਨਾਲ ਜਿਨ੍ਹਾਂ ਦਾ ਮਨ ਲੱਗਾ ਨਾ, ਸਤਿਗੁਰੂ ਦੇ ਸ਼ਬਦ ਨਾਲ ਹੀ ਹੁਣ ਚਿੱਤ ਜੋੜਨਾ, ਇਹੀ ਚਰਨਾਂ ਨਾਲ ਲੱਗਣਾ। ਜਿਨ੍ਹਾਂ ਦਾ ਮਨ ਗੁਰੂ ਦੇ ਚਰਨਾਂ ਨਾਲ ਲੱਗਾ ਹੈ ਸੇ ਬਹੁ ਵਚਨ ਹੈ, ਉਹ ਵੱਡ ਭਾਗੀ ਹਨ, ਵੱਡਿਆਂ ਭਾਗਾਂ ਵਾਲੇ ਹਨ। ਹੇ ਮੇਰੀ ਮਾਤਾ, ਗੁਰ ਦਾਤਾ ਗੁਰ ਸਮਰੱਥ ਗੁਰ, ਗੁਰ ਸਭ ਮੈਂ ਰਿਹਾ ਸਮਾਏ। ਗੁਰ ਦਾਤਾ ਸਮਰੱਥ ਗੁਰ, ਸਤਿਗੁਰੂ ਜੀ ਦਾਤੇ ਹਨ, ਦਾਤੇ ਮੰਗਤੇ ਨਹੀਂ। ਦੁਨੀਆ ਦੇ ਵਿੱਚ ਕਈ ਸੰਤ ਕਹਾਉਂਦੇ ਨੇ ਪਰ ਮੰਗਣ ਜਾਂਦੇ ਗ੍ਰਸਤੀਆਂ ਦੇ ਘਰ, ਤੇ ਇਸ ਪ੍ਰਕਾਰ ਕਹਾਉਂਦੇ ਗੁਰੂ ਹਨ। ਤੇ ਇਉਂ ਮਹਾਰਾਜ ਕਹਿੰਦੇ ਨੇ ਸਤਿਗੁਰੂ ਜੀ ਮੰਗਤੇ ਨਹੀਂ, ਸਤਿਗੁਰੂ ਜੀ ਦਾਤੇ ਹਨ, ਸਮਰੱਥ ਗੁਰ। ਸਤਿਗੁਰੂ ਜੀ ਸਰਬ ਸ਼ਕਤੀਆਂ ਕਰਕੇ ਸਮਰੱਥ ਹਨ, ਸਭ ਕੁਝ ਕਰਨ ਦੀ ਸਮਰੱਥਾ ਸਤਿਗੁਰਾਂ ਕੋਲ ਹੈ। ਗੁਰ ਸਭ ਮੈਂ ਰਿਹਾ ਸਮਾਏ, ਗੁਰੂ ਪਰਮੇਸ਼ਰ ਦੇ ਵਿੱਚ ਭੇਦ ਹੈ, ਇਸ ਕਰਕੇ ਸਾਰੇ ਪਾਸੇ ਸਭਨਾਂ ਦੇ ਵਿੱਚ ਹੀ ਮਹਾਰਾਜ ਸਮਾਏ ਹੋਏ ਨੇ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਬਿਨਾਸੀ ਪੁਰਖ ਹੈ, ਸਭ ਮੈਂ ਰਿਹਾ ਸਮਾਏ। ਗੁਰ ਪਰਮੇਸ਼ਰ ਪਾਰ ਬ੍ਰਹਮ, ਗੁਰ ਡੁੱਬਦਾ ਲੈ ਤਰਾਏ। ਹਜ਼ੂਰ ਕਹਿੰਦੇ ਨੇ ਗੁਰੂ ਪਰਮੇਸ਼ਰ ਹੈ, ਗੁਰੂ ਪਾਰ ਬ੍ਰਹਮ ਹੈ, ਤੇ ਸਤਿਗੁਰੂ ਮਹਾਰਾਜ ਜੀ ਡੁੱਬਦੇ ਹੋਏ ਨੂੰ ਤਰਾ ਲੈਂਦੇ, ਤਾਰ ਲੈਂਦੇ ਸੰਸਾਰ ਸਮੁੰਦਰ ਤੋਂ। ਜਿਹੜਾ ਸੰਸਾਰ ਸਮੁੰਦਰ 'ਚ ਡੁੱਬ ਰਿਹਾ ਉਹਨੂੰ ਤਾਰ ਲੈਂਦੇ। ਪ੍ਰਤੱਖ ਵੀ ਮੱਖਣ ਸ਼ਾਹ ਲਬਾਣੇ ਦਾ ਜਹਾਜ਼ ਤਾਰਿਆ ਸੀ, ਅਨੇਕਾਂ ਨੂੰ ਤਾਰਿਆ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਵੀ ਤਾਰਿਆ ਜਹਾਜ਼ ਸਿੱਖ ਦਾ। ਸੋ ਇਸ ਪ੍ਰਕਾਰ ਇਉਂ ਪ੍ਰਤੱਖ ਰੂਪ ਜਿਵੇਂ ਤਾਰਦੇ, ਇਸੇ ਤਰ੍ਹਾਂ ਸੰਸਾਰ ਸਮੁੰਦਰ ਵਿੱਚ ਡੁੱਬਦਿਆਂ ਨੂੰ ਵੀ ਤਾਰ ਲੈਂਦੇ ਆ। ਕਿਤ ਮੁਖ ਗੁਰ ਸਲਾਹੀ ਹੈ, ਕਰਨ ਕਾਰਨ ਸਮਰੱਥ। ਕਿਸ ਮੁਖ ਦੁਆਰਾ ਸਤਿਗੁਰੂ ਦੀ ਪੂਰੀ ਸਲਾਹੁਤਾ ਕਰੀਏ। ਮੂੰਹ ਸਾਡਾ ਇੱਕ ਹੈ, ਇੱਕ ਜ਼ਬਾਨ ਨਾਲ ਕਿਵੇਂ ਪੂਰੀ ਸਲਾਹੁਤਾ ਹੋ ਸਕਦੀ ਹੈ, ਸਿਫਤਾਂ ਗਾਈਆਂ ਜਾ ਸਕਦੀਆਂ, ਕਿਵੇਂ ਸਤਿਗੁਰੂ ਦੀ ਮਹਿਮਾ ਨੂੰ ਉਚਾਰਨ ਕੀਤਾ ਜਾ ਸਕਦਾ। ਸਭ ਕੁਝ ਕਰਨ ਨੂੰ ਤੇ ਕਰਾਉਣ ਨੂੰ ਸਮਰੱਥ ਹਨ ਸੱਚੇ ਪਾਤਸ਼ਾਹ। ਕਾਰਜਾਂ ਦੇ ਕਾਰਨ ਰੂਪ ਹਨ ਤੇ ਕਰਨ ਵਾਲੇ ਹਨ, ਸਭ ਕੁਝ ਸਮਰੱਥਾ ਰੱਖਦੇ ਹਨ, ਪੂਰਨ ਹਨ ਸੱਚੇ ਪਾਤਸ਼ਾਹ। ਸੇ ਮੱਥੇ ਨੇ ਚਲ ਰਹੇ ਜਿਨ ਗੁਰ ਧਾਰਿਆ ਹੱਥ। ਜਿਨ੍ਹਾਂ ਮਸਤਕਾਂ ਤੇ ਜਿਨ੍ਹਾਂ ਮੱਥਿਆਂ ਤੇ ਸਤਿਗੁਰਾਂ ਨੇ ਆਪਣਾ ਹੱਥ ਰੱਖ ਦਿੱਤਾ, ਉਹ ਮਸਤਕ ਨੇਚਲ ਅਚਲ ਹੋ ਗਏ। ਹੁਣ ਬਾਬਾ ਬੁੱਢਾ ਜੀ ਵਰਗੇ ਕਿਤੇ ਚਲੇ ਥੋੜਾ ਗਏ ਨੇ, ਉਹ ਮਸਤਕ ਅਚਲ ਹਨ, ਨੇਚਲ ਹਨ, ਸਦਾ ਵਾਸਤੇ ਉਹਨਾਂ ਦਾ ਜਸ ਹੈ, ਵਡਿਆਈ ਹੈ, ਤੇ ਵਾਹਿਗੁਰੂ ਦੇ ਸਰੂਪ ਵਿੱਚ ਮਿਲ ਕੇ ਉਹ ਅਚਲ ਹਨ। ਗੁਰ ਅੰਮ੍ਰਿਤ ਨਾਮ ਪੀਆਲਿਆ ਜਨਮ ਮਰਨ ਕਾ ਪਥ। ਸਤਿਗੁਰੂ ਜੀ ਨੇ ਅੰਮ੍ਰਿਤ ਵਰਗਾ, ਅੰਮ੍ਰਿਤ ਸਰੀਖਾ ਆਤਮਕ ਮੌਤ ਤੋਂ ਬਿਨਾਂ ਕਰਨ ਵਾਲਾ, ਆਤਮਕ ਜੀਵਨ ਦੇਣ ਵਾਲਾ ਅੰਮ੍ਰਿਤ, ਬਹੁਤ ਮਿਠਾਸ ਭਰਪੂਰ ਨਾਮ ਪਿਆਲਿਆ ਪਿਆਇਆ ਹੈ। ਜਨਮ ਮਰਨ ਕਾ ਪਥ, ਸਾਰੇ ਜਨਮ ਵਿੱਚ ਵੀ ਸੁਖੀ ਰਹਿਣ ਲਈ ਤੇ ਸਰੀਰਕ ਤੌਰ ਤੇ ਮਰ ਜਾਣ ਦਾ ਵੀ ਪਥ, ਰਸਤਾ ਜਿਹੜਾ ਹੈ, ਪਥ ਨਾਮ ਪਰਹੇਜ ਦਾ ਹੈ। ਸੋ ਇਸ ਪ੍ਰਕਾਰ ਜੰਮਣ ਮਰਨ ਰੂਪੀ ਜਿਹੜਾ ਰੋਗ ਹੈ, ਉਸ ਦਾ ਪਥ ਪਰਹੇਜ ਵੀ ਜੰਮਣ ਮਰਨ ਤੋਂ ਰਹਿਤ ਕਰਨ ਵਾਲਾ ਅੰਮ੍ਰਿਤ ਨਾਮ ਸਤਿਗੁਰੂ ਜੀ ਨੇ ਪਿਆਲ ਦਿੱਤਾ ਹੈ। ਇਸ ਰੋਗ ਨੂੰ, ਜੰਮਣ ਮਰਨ ਦੇ ਰੋਗ ਨੂੰ ਖਤਮ ਕਰਨ ਵਾਲਾ ਨਾਮ ਜਲ ਪਿਆਇਆ। ਗੁਰ ਪਰਮੇਸ਼ਰ ਸੇਵਿਆ ਭੈ ਭੰਜਨ ਦੁੱਖ ਲੱਥ। ਗੁਰੂ ਪਰਮੇਸ਼ਰ ਨੂੰ ਜਿਨ੍ਹਾਂ ਨੇ ਸੇਵਿਆ, ਸਿਮਰਿਆ ਹੈ, ਭੈ ਭੰਜਨ ਦੁੱਖ ਲੱਥ, ਉਹਨਾਂ ਦੇ ਭੈ ਸਾਰੇ ਭੰਨ ਦਿੱਤੇ ਸਤਿਗੁਰਾਂ ਨੇ, ਸਾਰੇ ਦੁੱਖ ਵੀ ਲਾਹ ਦਿੱਤੇ, ਸਭ ਦੁੱਖ ਮੇਟ ਦਿੱਤੇ। ਐਸੀ ਬਖਸ਼ਿਸ਼ ਕੀਤੀ ਹੈ। ਸਤਿਗੁਰ ਗਹਿਰ ਗੰਭੀਰ ਹੈ, ਸੁਖ ਸਾਗਰ ਅਗ ਖੰਡ। ਹਜ਼ੂਰ ਕਹਿੰਦੇ ਨੇ ਸਤਿਗੁਰੂ ਜੀ ਗਹਿਰ ਸਮੁੰਦਰ ਵਰਗੇ ਡੂੰਘੇ ਹਨ, ਅਥਾਹ ਹਨ, ਗੰਭੀਰ ਪਹਾੜ ਵਰਗੇ ਨਿਰਹਲ ਹਨ। ਸੱਚੇ ਪਾਤਸ਼ਾਹ ਜੀ ਅਡੋਲ ਹਨ, ਸੁੱਖਾਂ ਦੇ ਸਾਗਰ ਹਨ। ਤੇ ਅਗ ਜਿਹੜੇ ਪਾਪ ਹਨ ਸਾਡੇ ਪਾਸੋਂ ਹੋਏ ਜਾਂ ਮਨਾਂ 'ਚ ਵਸਦੇ, ਨਾ ਪਾਪਾਂ ਨੂੰ ਖੰਡ ਨਾਸ ਕਰਨ ਵਾਲੇ ਹਨ। ਪਾਪ ਵੈਸੇ ਮਨ ਦਾ ਵਿਸ਼ਾ ਹੈ, ਮਨ 'ਚ ਪਾਪ ਵਸਦੇ ਨੇ, ਤੇ ਕਿਸੇ ਨੇ ਸਰੀਰਕ ਤੌਰ ਤੇ ਮਨ ਦੇ ਆਖੇ ਲੱਗ ਕੇ ਜਿਹੜਾ ਗੁਨਾਹ ਕੀਤਾ ਉਹਨੂੰ ਅਪਰਾਧ ਕਿਹਾ ਜਾਂਦਾ ਹੈ। ਸਰੀਰਕ ਤੌਰ ਤੇ ਕੀਤਾ ਅਪਰਾਧ ਗੁਨਾਹ ਕਾਨੂੰਨ ਦੀ ਗ੍ਰਿਫਤ ਵਿੱਚ ਆਉਂਦਾ ਤੇ ਲੋਕਾਂ ਦੇ ਨਜ਼ਰਾਂ ਵਿੱਚ ਵੀ ਆਉਂਦਾ, ਪਰ ਜਿਹੜਾ ਪਾਪ ਮਨ 'ਚ ਵਸਿਆ ਉਹ ਨਹੀਂ ਦਿਖਾਈ ਦਿੰਦਾ ਕਿਸੇ ਨੂੰ, ਉਹਦੀ ਕੋਈ ਸਜ਼ਾ ਵੀ ਨਹੀਂ ਦੇ ਸਕਦਾ। ਪਰ ਮਨ ਦੇ ਅੰਦਰ ਪਾਪ ਨੇ ਜਿਹੜੇ, ਉਹ ਵੀ ਸਜ਼ਾ ਦਿਵਾਉਂਦੇ ਨੇ ਜੀਵ ਨੂੰ। ਮਨ ਦੇ ਤਾਂ ਵੀ ਕਲਪਾਉਂਦੇ ਨੇ ਤੇ ਅਗਲੇ ਜਹਾਨ 'ਚ ਵੀ ਸਜ਼ਾ ਮਿਲਦੀ। ਬੁਰਾ ਚਿਤਵਣਾ ਜਿਹੜਾ ਮਨ ਨਾਲ ਹੀ ਹੁੰਦਾ, ਔਰ ਇਹ ਮੈਲ ਲਾਉਂਦਾ ਹੈ ਤੇ ਮਨੁੱਖ ਅਗਾਂਹ ਫਿਰ ਪਾਪੀ ਬਣਦਾ। ਇਸ ਪ੍ਰਕਾਰ ਮਨਾਂ ਵਿੱਚੋਂ ਹੀ ਪਾਪ ਖੰਡਣ ਨਾਸ ਕਰ ਦਿੰਦੇ ਹਨ ਸੱਚੇ ਪਾਤਸ਼ਾਹ।
ਜਿਨ ਗੁਰ ਸੇਵਿਆ ਆਪਣਾ ਜਮਦੂਤ ਨਾ ਲੱਗਿਆ ਡੰਡ। ਜਿਨ੍ਹਾਂ ਨੇ ਆਪਣੇ ਸਤਿਗੁਰੂ ਨੂੰ ਸੇਵਿਆ ਸਿਮਰਿਆ ਹੈ, ਭਾਵਨਾ ਕਰਕੇ ਸੇਵਾ ਕੀਤੀ ਹੈ, ਧਰਮਰਾਜ ਦੇ ਦੂਤਾਂ ਦਾ ਡੰਡਾ ਨਹੀਂ ਲੱਗਦਾ ਉਹਦੇ ਸਿਰ ਵਿੱਚ। ਧਰਮਰਾਜ ਦੇ ਦੂਤ ਨੂੰ ਦੰਡ ਨਹੀਂ ਦੇ ਸਕਦੇ। ਗੁਰ ਨਾਲ ਤੁਲ ਨਾ ਲੱਗੇ ਖੋਜ ਡਿਠਾ ਬ੍ਰਹਮੰਡ। ਗੁਰੂ ਦੇ ਬਰਾਬਰ ਤੁਲ ਨਹੀਂ ਲੱਗੀ, ਬਰਾਬਰਤਾ ਕੋਈ ਨਹੀਂ ਕਰ ਸਕਦਾ। ਸਾਰਾ ਖੰਡ ਬ੍ਰਹਮੰਡ ਖੋਜ ਕੇ ਅਸੀਂ ਡਿਠਾ ਵੇਖ ਲਿਆ ਹੈ, ਗੁਰੂ ਦੇ ਨਾਲ ਬਰਾਬਰੀ ਕੋਈ ਨਹੀਂ ਕਰ ਸਕਦਾ। ਐਡੇ ਵੱਡੇ ਮਹਾਨ ਸਤਿਗੁਰੂ ਹਨ। ਸਤਿਗੁਰੂ ਜੋ ਹਨ ਆਪ ਹੀ ਹਨ, ਉਹਨਾਂ ਵਰਗਾ ਹੋਰ ਕੋਈ ਨਹੀਂ। ਨਾਮ ਨਿਧਾਨ ਸਤਿਗੁਰ ਦੀਆ ਸੁਖ ਨਾਨਕ ਮਨ ਮਹਿ ਮੰਡ। ਨਾਮ ਦਾ ਖਜ਼ਾਨਾ ਸਤਿਗੁਰੂ ਜੀ ਨੇ ਜਿਨ੍ਹਾਂ ਨੂੰ ਬਖਸ਼ਿਆ ਹੈ, ਸੁਖ ਨਾਨਕ ਮਨ ਮਹਿ ਮੰਡ। ਉਹਨਾਂ ਦੇ ਮਨ ਦੇ ਅੰਦਰ ਸੁਖ ਦੀ ਬਨਾਵਟ ਬਣ ਗਈ ਹੈ। ਮੰਡਣਾ ਹੁੰਦਾ ਸਜਾਉਣਾ, ਸੁਖ ਦੀ ਸਜਾਵਟ ਬਣ ਗਈ। ਸੁਖ ਪੂਰਵਕ ਉਹਨਾਂ ਦੇ ਮਨ ਅੰਦਰ ਸਜਾਵਟ ਬਣੀ ਹੈ। ਸੁਖ ਸਜ ਗਿਆ, ਫੱਬ ਗਿਆ ਉਹਨਾਂ ਨੂੰ, ਭਾਵ ਸੁਖ ਅੰਦਰ ਉਹਨਾਂ ਦੇ ਵਸ ਗਿਆ। ਆਤਮਿਕ ਸੁਖ ਦਾ ਰੂਪ ਹੋ ਗਏ ਹਨ ਉਹ। ਸੋ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਜੀ ਨੇ ਇਹ ਅੱਜ 5 ਸ਼ਬਦਾਂ ਦੀ ਵਿਚਾਰ ਸਾਨੂੰ ਬਖਸ਼ਿਸ਼ ਕੀਤੀ ਹੈ। ਹੋਈਆਂ ਭੁੱਲਾਂ ਚੁੱਕਾਂ ਸਤਿਗੁਰੂ ਮਹਾਰਾਜ ਤੇ ਗੁਰੂ ਕੀ ਸੰਗਤ ਨੇ ਖਿਮਾ ਕਰਨੀ, ਅੱਗੇ ਵਾਸਤੇ ਸਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।